हाँ जी, हाँ जी, हाँ जी। ਅੱਜ ਦੀ ਤੇ 51 ਹੋ ਗਏ ਅੱਜ ਦੀ ਵਿਚਾਰ हाँ जी। 51 ਹੋਏ ਆਹੋ ਹੀ ਮਤਲਬ वो तो वधी जाने हैं ਆਹ ਟਾਈਮ ਦਾ 1 ਮਿੰਟ ਉੱਪਰ ਹੋ ਗਿਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 299 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ, ਜਿਹੜੇ ਥਿੱਤੀ ਦੇ ਉੱਤੇ ਸ਼ਲੋਕ ਮਹਾਰਾਜ ਨੇ ਗੌੜੀ ਰਾਗ ਦੇ ਵਿੱਚ ਪੰਜੀ ਪਾਤਸ਼ਾਹੀ ਨੇ ਜਿਹੜਾ ਹੈ ਥਿੱਤੀਆਂ ਤੋਂ ਆਪਾਂ ਨੂੰ ਗਿਆਨ ਦਿੱਤਾ ਹੈ। ਸ਼ਲੋਕ ਤੇ ਜਿਹੜੀਆਂ ਪੌੜੀਆਂ ਤੇ ਉਹਦੀ 15ਵੀਂ ਲੈਣੀ ਆ ਆਪਾਂ ਨੇ। ਇਹਦੇ ਵਿੱਚ ਜਿਹੜਾ ਮੱਸਿਆ ਅਮਾਵਸ ਦੇ ਬਾਰੇ, ਅਮਾਵਸ ਤੋਂ ਗਿਆਨ ਦੇ ਰਹੇ ਮਹਾਰਾਜ। ਸ਼ਲੋਕ ਅੱਜ ਨਿਜਰ ਸਾਹਿਬ ਪੂਰੀ ਕਰ ਰਹੇ ਸ਼ਲੋਕ ਆਪਣਾ ਜਿੰਨੀਆਂ 3 ਪੌੜੀਆਂ ਮੁੜ ਕੇ ਫਿਰ ਕੱਲ ਆਪਾਂ ਸੰਗਰਾਮ ਦੀ ਕਰਨੀ ਹੈ। ਠੀਕ ਹੈ ਜੀ, ਠੀਕ ਹੈ ਜੀ। 7 ਬਚਨ ਹਾਂ ਅੱਜ ਪੂਰੀਆਂ ਕਰ ਲੈਣ, ਜਿਹੜੀਆਂ 3 ਪੌੜੀਆਂ ਰਹਿ ਗਈਆਂ ਕੱਲ ਤੇ ਸੰਗਰਾਮ ਦੀ ਕਰਿਓ। ਜ਼ਰੂਰ ਜੀ, ਜ਼ਰੂਰ। ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਗੋਬਿੰਦ ਸੰਤ ਪ੍ਰਸਾਦੀ ਪੈ ਮਿਟੇ ਨਾਨਕ ਬਿਨਸੀ ਚਿੰਤ। ਆਤਮ ਜੀਤਾ ਗੁਰਮਤੀ ਕਹਿੰਦੇ ਆਤਮਾ ਜਿਹੜੀ ਜਿੱਤੀ ਜਾਣੀ ਹੈ, ਮਨ ਜਿਹੜਾ ਜਿੱਤਿਆ ਜਾਣਾ ਆ, ਇਹ ਗੁਰੂ ਦੀ ਮੱਤ ਦੇ ਦੁਆਰਾ ਜਿੱਤਿਆ ਜਾਣਾ ਹੈ। ਗੁਰਮਤੀ, ਗੁਰੂ ਕੌਣ? ਗੁਰੂ ਗਿਆਨ, ਜਿਹੜੀਆਂ ਬੂੰਦਾਂ ਸਾਗਰ 'ਚ ਹੈਗੀਆਂ, ਜਿਨ੍ਹਾਂ ਨੇ ਬ੍ਰਹਮ ਗਿਆਨ, ਜਿਨ੍ਹਾਂ ਦੇ ਸਰੀਰ ਦਾ ਜਿਹੜਾ ਬੋਧ ਜਿਹੜਾ ਹੈਗਾ ਖਤਮ ਹੋ ਗਿਆ। ਆਤਮ ਜੀਤਾ ਗੁਰਮਤੀ 3 ਗੁਣਾਂ ਤੋਂ ਉੱਪਰ ਜਿਹੜੇ ਹੈਗੇ ਚੌਥੇ ਗੁਣ ਦੇ ਵਿੱਚ ਹੈਗੇ ਆ। ਆਤਮ ਜੀਤਾ ਗੁਰਮਤੀ, ਉਹਨਾਂ ਦੀ ਮੱਤ ਲੈ ਕੇ ਆਤਮਾ ਜਿੱਤੀ ਜਾਂਦੀ ਹੈ ਭਾਈ, ਇਹ ਮਨ ਜਿੱਤਿਆ ਜਾਂਦਾ ਹੈ। ਗੁਣ ਗਾਏ ਗੋਬਿੰਦ, ਐਕਸ਼ਨ ਕੀ ਹੈਗੀ? ਉਹਨਾਂ ਦੀ ਮੱਤ ਕੀ ਕਹਿੰਦੀ ਆ? ਬਈ ਗੋਬਿੰਦ ਦੇ ਪਰਮਾਤਮਾ ਦੀ ਧਿਆਨ ਸਿਮਰਨ ਕਰਨਾ ਹੈ, ਉਹਦੇ ਗੁਣ ਗਾਉਣੇ ਆ। ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ। ਔਰ ਸਾਧ ਸੰਗਤ ਦੇ ਵਿੱਚ ਸੰਤਾਂ ਦੇ, ਸਾਧੂਆਂ ਦੇ ਪ੍ਰਸਾਦ ਦੇ ਨਾਲ ਭੈ ਮਿਟ ਜਾਂਦਾ ਹੈ ਭਾਈ। ਸੰਤ ਪ੍ਰਸਾਦੀ ਮਾਇਆ ਦਾ ਭੈ ਮਿਟ ਜਾਂਦਾ, ਜਨਮ ਮਰਨ ਦਾ ਗੇੜਾ ਖਤਮ ਹੋ ਜਾਂਦਾ ਹੈ। ਨਾਨਕ ਬਿਨਸੀ ਚਿੰਦ, ਔਰ ਮਨ ਦੀ ਸਾਰੀ ਚਿੰਤਾ ਸੋਚ ਫਿਕਰ ਝੋਰਾ ਸਾਰਾ ਮਨ ਦਾ ਖਤਮ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਸ਼ਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ। ਹਾਂਜੀ ਨਿਚਰ ਸਾਹਿਬ ਜੀ, ਬਿਲਕੁਲ ਠੀਕ ਹੈ ਜੀ। ਇਹ ਪਹਿਲੀ ਤੁਕ ਦੀ ਵਿਆਖਿਆ ਕਰ ਦਿਓ। ਆਤਮ ਜੀਤਾ, ਆਤਮ ਜਿਹੜਾ ਹੈਗਾ ਆਪਾਂ ਨੇ ਆਪਣੇ ਮਨ ਨੂੰ ਜਿੱਤਣਾ ਹੈਗਾ। ਬਸ ਮਨ ਜੀਤੇ ਜਗ ਜੀਤ ਵਾਲੀ ਗੱਲ ਹੈਗੀ ਆ। ਔਰ ਇਹ ਜਿਹੜਾ ਹੈਗਾ ਗੁਰੂ ਦੀ ਮੱਤ ਤੋਂ ਬਗੈਰ, ਜਿਹੜਾ ਬ੍ਰਹਮ ਮੱਤ ਤੋਂ ਬਗੈਰ ਜਿੱਤਿਆ ਨਹੀਂ ਜਾ ਸਕਦਾ। ਔਰ ਬ੍ਰਹਮ ਮੱਤ ਕਹਿੰਦੀ ਹੈ ਪਰਮੇਸ਼ਰ ਦਾ ਧਿਆਨ ਸਿਮਰਨ ਕਰਨਾ ਹੈ, ਧਿਆਨ ਸਿਮਰਨ ਦੇ ਬਗੈਰ ਜਿੱਤਿਆ ਨਹੀਂ ਜਾ ਸਕਦਾ। ਔਰ ਇਹ ਹੈਗਾ ਸੰਤ ਦਾ ਪ੍ਰਸਾਦ। ਇਹ ਸੰਤ ਦੇ ਪ੍ਰਸਾਦ ਤੋਂ, ਗੁਰ ਪ੍ਰਸਾਦ ਤੋਂ ਬਗੈਰ ਜਿੱਤਿਆ ਨਹੀਂ ਜਾ ਸਕਦਾ। ਇਸੇ ਦੇ ਨਾਲ ਸਾਰਾ ਭੈ ਮਿਟਣਾ ਹੈ ਮਾਇਆ ਦਾ। 3 ਗੁਣੀ ਮਾਇਆ ਤੋਂ ਉੱਪਰ ਉੱਠਣਾ ਹੈ, ਨਹੀਂ ਤਾਂ 3 ਗੁਣੀ ਮਾਇਆ ਨੇ ਜਿਹੜਾ ਹੈਗਾ ਇਹਦੇ ਵਿੱਚ ਹੀ ਦੁੱਤਰ ਸੰਸਾਰ ਸਮੁੰਦਰ ਦੇ ਵਿੱਚ ਡੁਬਕੀਆਂ ਦੇ ਜਾਣੀਆਂ। ਜਨਮ ਮਰਨ ਦਾ ਗੇੜਾ ਚੱਲਦਾ ਰਹਿਣਾ। ਤੇ ਚਿੰਤਾ ਸੋਚ ਫਿਕਰ ਜਿਹੜੀ ਹੈਗੀ ਇਹਦੇ ਵਿੱਚ 3 ਗੁਣੀ ਜਿਹੜੇ ਹੈਗੇ ਆ, ਇਹ ਸੰਸਾਰ ਜਿਹੜਾ ਆਕਾਰ, ਜਿਹੜਾ ਪਦਾਰਥ ਜਿਹੜੇ ਹੈਗੇ ਆ 3 ਗੁਣੀ ਮਾਇਆ ਦੇ ਵਿੱਚ ਹੈਗੇ। ਇਹਦੇ ਵਿੱਚ ਇਹ ਚੱਲਦੀ ਰਹਿਣੀ, ਚਿੰਤਾ ਜਿਹੜੀ ਹੈ ਲੱਗੀ ਰਹਿੰਦੀ ਹੈ, ਨਹੀਂ ਤਾਂ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ, ਬਿਲਕੁਲ। ਇਹ ਸਾਧ ਸੰਗਤ ਜੀ, ਨਿਚਰ ਸਾਹਿਬ, ਉਹ ਇੱਕ ਬੁਖਾਰ ਜਿਹਾ ਨਹੀਂ ਬੰਦੇ ਨੂੰ ਹੋ ਜਾਂਦਾ, ਤੇ ਬੰਦੇ ਦੀ ਜ਼ਬਾਨ ਜਿਹੜੀ ਆ, ਉਹ ਜਿਹੜਾ ਅਸਲੀ ਸਵਾਦ ਹੁੰਦਾ ਉਹਨੂੰ ਦੱਸਣ ਤੋਂ ਅਸਮਰੱਥ ਹੋ ਜਾਂਦੀ ਹੈ ਨਾ। ਬਿਲਕੁਲ ਬਿਲਕੁਲ ਹੋ ਜਾਂਦਾ। ਬੁਖਾਰ ਦੇ ਬਾਅਦ ਇਸ ਤਰ੍ਹਾਂ ਹੋ ਜਾਂਦਾ, ਟੇਸਟ ਚਲੇ ਜਾਂਦਾ ਇਨਸਾਨ ਦਾ। ਬਿਲਕੁਲ ਠੀਕ। ਹਾਂ, ਇਹ ਸਾਧ ਸੰਗਤ ਜੀ ਆਪਾਂ ਨੂੰ ਬਾਣੀ ਪਤਾ ਕੀ ਸਮਝਾਉਣਾ ਕਰ ਰਹੀ ਹੈ। ਇਹ ਕਹਿੰਦੀ ਹੈ ਕਿ ਮਿਥਿਆ ਦ੍ਰਿਸ਼ਟੀ। ਮਿਥਿਆ ਦ੍ਰਿਸ਼ਟੀ ਦਾ ਮਤਲਬ
ਇੱਕ ਅਧਿਆਤਮਿਕ ਵਿਕਾਸ ਦੇ ਵਿੱਚ ਬਹੁਤ ਵੱਡਾ ਰੁਕਾਵਟ ਹੈ। ਇਹ ਸਭ ਤੋਂ ਵੱਡੀ ਰੁਕਾਵਟ ਹੈ। ਜਿਸ ਤਰ੍ਹਾਂ ਨਾ ਰੱਸੀ ਨੂੰ ਆਪਾਂ ਨੇ ਸੱਪ ਸਮਝ ਲਿਆ, ਬਸ ਇਹੀ ਮਿਥਿਆ ਦ੍ਰਿਸ਼ਟੀ ਹੈ ਵੀ ਸੱਚ ਜਿਹੜਾ ਹੈਗਾ ਉਹ ਸੱਚ ਦੇ ਰੂਪ 'ਚ ਨਹੀਂ ਆ, ਉਹ ਜਿਹੜਾ ਹੈਗਾ ਉਹ ਝੂਠ ਆ ਗਿਆ ਉੱਤੇ। ਹਾਂ, ਉਹਦੇ 'ਚ ਸਾਧ ਸੰਗਤ ਦੀ ਬਾਣੀ ਆਪਾਂ ਨੂੰ ਕੀ ਕਹਿੰਦੀ ਆ ਕਿ ਅਸਲੀ ਤੇ ਨਕਲੀ ਨੂੰ ਪਛਾਣ ਕਰਨ ਦੇ ਵਿੱਚ ਉਸ ਬੰਦੇ ਦੀ ਸਮਰੱਥਾ ਨਹੀਂ ਹੁੰਦੀ। ਹਾਂ, ਇਹ ਬਹੁਤ ਵੱਡੀ ਪ੍ਰੋਬਲਮ ਹੈ। ਇਹ ਮਿਥਿਆ ਦ੍ਰਿਸ਼ਟੀ ਜਿਹਨੂੰ ਕਹਿ ਦਿੰਦੇ ਨੇ, ਇਹ ਕੋਈ ਇੱਕ ਮੋੜਾ ਮੋਟਾ ਔਗਣ ਨਹੀਂ ਹੈ। ਇਹ ਔਗਣ ਏਡਾ ਖਤਰਨਾਕ ਹੈ, ਜਿੱਦਾਂ ਬੰਦੇ ਨੂੰ ਬੁਖਾਰ ਚੜ ਜੇ, ਤੁਸੀਂ ਉਹਨੂੰ ਦੁੱਧ ਪਿਆਓ, ਤੁਸੀਂ ਉਹਨੂੰ ਖੰਡ ਖਵਾਓ, ਤੁਸੀਂ ਉਹਨੂੰ ਕੁਛ ਵੀ ਖਵਾਓ, ਉਹਦਾ ਟੇਸਟ ਚੱਲ ਜਾਣਾ। ਉਹਨੂੰ ਪਤਾ ਨਹੀਂ ਲੱਗਣਾ। ਕਿਉਂ ਨਹੀਂ ਪਤਾ ਲੱਗਣਾ? ਕਿਉਂਕਿ ਉਹਦੀ ਦ੍ਰਿਸ਼ਟੀ ਜਿਹੜੀ ਉਹ ਮਿਥਿਆ ਹੈ, ਉਹ ਸਹੀ ਤੇ ਜੋ ਅਸਲੀਅਤ ਹੈਗਾ ਉਹਨੂੰ ਵੇਖ ਨਹੀਂ ਪਾਉਂਦਾ। ਹੁਣ ਜਿਸ ਬੰਦੇ ਦੀ ਮਿਥਿਆ ਦ੍ਰਿਸ਼ਟੀ ਹੈ ਨਾ, ਉਹਨੇ ਗਿਆਨ ਵੀ ਮਿਥਿਆ ਹੀ ਪ੍ਰਾਪਤ ਕਰ ਲੈਣਾ। ਉਹਨੇ ਅਗਿਆਨ ਨੂੰ ਗਿਆਨ ਸਮਝ ਲੈਣਾ, ਔਰ ਗਿਆਨ ਨੂੰ ਉਹਨੇ ਗਿਆਨ ਸਮਝ ਲੈਣਾ, ਕਿਉਂਕਿ ਉਹਦੇ ਮੂੰਹ ਦਾ ਟੇਸਟ ਹੀ ਨਹੀਂ ਹੈਗਾ। ਅੱਜ ਮੇਰੀ ਨਜ਼ਰ ਸਾਹਿਬ ਨੋਟਿਸ ਕੀਤੀ ਕਿ ਮੈਂ ਕੀ ਕਿਹਾ? ਬਿਲਕੁਲ ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹਦੇ ਕੋਲ ਹੈ ਨਹੀਂ ਗੀ, ਸਮਰੱਥਾ ਨਹੀਂ ਹੈਗੀ ਉਸ ਚੀਜ਼ ਦੀ। ਹਾਂ, ਇਹ ਬੜਾ ਵੱਡਾ ਔਗਣ ਜੇ ਅਧਿਆਤਮਿਕ ਦੇ ਵਿੱਚ 99.9% ਲੋਕ ਇੱਥੇ ਫਸੇ ਜੋ। ਕਿਸੇ ਨੂੰ ਜੋ ਮਿਲ ਗਿਆ ਉਹ ਉਹਨੂੰ ਹੀ ਸਮਝ ਕੇ ਬਹਿ ਗਿਆ। ਕਿਉਂ ਸਮਝ ਕੇ ਬਹਿ ਗਿਆ? ਉਹਨੂੰ ਬੁਖਾਰ ਚੜਿਆ, ਉਹਦਾ ਟੇਸਟ ਤੇ ਹੈਗਾ ਹੀ ਨਹੀਂ। ਬਿਲਕੁਲ। ਤੇ ਬ੍ਰਹਮ ਗਿਆਨੀ ਇੱਕ ਐਸਾ ਬੰਦਾ ਹੁੰਦਾ ਵਾ, ਉਹਨੂੰ ਟੇਸਟ ਦਾ ਪਤਾ ਲੱਗ ਗਿਆ ਵਾ। ਉਹ ਕਹਿੰਦਾ ਤੂੰ ਜੋ ਸਮਝ ਰਿਹਾ ਉਹ ਸੱਚ ਨਹੀਂ ਹੈਗਾ, ਪਰ ਜੋ ਤੂੰ ਸਮਝ ਰਿਹਾ ਉਹ ਨਹੀਂ ਹੈਗਾ, ਪਰ ਜੋ ਤੂੰ ਨਹੀਂ ਸਮਝ ਰਿਹਾ ਇਹ ਉਹ ਹੀ। ਉਹ ਫਿਰ ਬਾਣੀ ਦੇ ਵਿੱਚ ਉਚਾਰਨ ਕਰਦੇ ਨੇ, ਉਹ ਫਿਰ ਜਨਤਾ ਨੂੰ ਅਗਿਆਨ ਤੋਂ ਕੱਢਦੇ ਨੇ, ਭਰਮਾਂ ਤੋਂ, ਵਰਮਾਂ ਭਰਮਾਂ ਚ। ਬੰਦਾ ਫਸਿਆ ਕਿੱਥੇ ਆ? ਭਰਮ ਚ। ਕੋਈ ਕਿਸੇ ਬੰਦੇ ਨਾਲ ਜੁੜ ਗਿਆ, ਕੋਈ ਕਿਸੇ ਮੂਰਤੀ ਨਾਲ ਜੁੜ ਗਿਆ, ਕੋਈ ਕਿਸੇ ਤੀਰਥ ਨਾਲ ਜੁੜ ਗਿਆ, ਕੋਈ ਨਹਿਰ ਨਾਲ ਜੁੜ ਗਿਆ, ਕੋਈ ਸੂਰਜ ਨਾਲ, ਕੋਈ ਚੰਦਰਮਾ ਨਾਲ। ਇਹ ਜਿੱਥੇ ਜਿੱਥੇ ਲੋਕ ਫਸੇ ਪਏ ਆ, ਸਾਰੇ ਕਿੱਥੇ ਫਸੇ ਆ? ਮਿਥਿਆ ਦ੍ਰਿਸ਼ਟੀ। ਮਿਥਿਆ ਦ੍ਰਿਸ਼ਟੀ ਹੋ ਗਈ। ਹੁਣ ਜਦੋਂ ਗਿਆਨ ਹੀ ਅਧਿਆਤਮਿਕ ਦਾ ਵਿਕਾਸ ਜਿਹੜਾ ਹੋਣਾ, ਉਹ ਤੇ ਚਾਹੀਦੀ ਤੁਹਾਨੂੰ ਸਮ ਦ੍ਰਿਸ਼ਟੀ। ਸਮ ਦ੍ਰਿਸ਼ਟੀ ਦਾ ਮਤਲਬ ਦੁੱਧ ਨੂੰ ਦੁੱਧ ਸਮਝਣਾ, ਚਾਹ ਨੂੰ ਚਾਹ ਸਮਝਣਾ, ਤੇ ਲੱਸੀ ਨੂੰ ਲੱਸੀ ਸਮਝਣਾ। ਇਹਦਾ ਮਤਲਬ ਜਿੱਦਾਂ ਸਧਾਰਨ ਆਪਾਂ ਟੇਸਟ ਨਹੀਂ ਹੁੰਦਾ, ਆਪਾਂ ਕੋਈ ਚੀਜ਼ ਖਾਂਦੇ ਹਾਂ, ਆਪਾਂ ਨੂੰ ਟੇਸਟ ਦਾ ਪਤਾ, ਖੰਡ ਮਿੱਠੀ ਹੈ ਤੇ ਮਿੱਠੀ ਹੈ। ਪਰ ਜਿੱਦਣ ਸਾਡੀ ਅੰਦਰ ਕੁਝ ਗੜਬੜੀ ਹੋ ਗਈ, ਉਹ ਸਾਨੂੰ ਬੁਖਾਰ ਹੋ ਗਿਆ, ਇਹ ਕੀ ਬੰਦੇ ਨੂੰ ਨਾ ਮਾਇਆ ਦਾ ਬੁਖਾਰ ਹੋ ਜਾਂਦਾ। ਆਦੀ ਵਿਆਦੀ ਉਪਾਦੀ। ਹਾਂ, ਉਹ ਬੁਖਾਰ ਹੋਏ ਨੇ, ਉਹਦੀ ਦ੍ਰਿਸ਼ਟੀ ਮਿਥਿਆ ਹੋ ਗਈ। ਉਹ ਕੀ ਕਰਦਾ ਹੈ? ਉਹ ਸਹੀ ਨੂੰ ਗਲਤ ਸਮਝੀ ਜਾਂਦਾ ਤੇ ਗਲਤ ਨੂੰ ਸਹੀ ਸਮਝ ਲੈਂਦਾ। ਪਰ ਇਹ ਨਹੀਂ ਵਿਚਾਰ ਕਰਦਾ ਕਿ ਮੇਰੀ ਤਾਂ ਦ੍ਰਿਸ਼ਟੀ ਮਿਥਿਆ ਹੋ ਗਈ ਹੈ। ਤੇ ਦ੍ਰਿਸ਼ਟੀ ਜਿਹੜੀ ਆ, ਬਾਣੀ ਸਾਨੂੰ ਕੁਛ ਵੀ ਨਹੀਂ ਸਮਝਾਉਂਦੀ। ਉਹ ਸਾਨੂੰ ਕਹਿੰਦੀ ਆ ਕਿ ਚਰਨਜੀਤ, ਤੂੰ ਜਿਹੜੀ ਚੀਜ਼ ਨੂੰ ਸਹੀ ਸਮਝਣ ਆ ਨਾ, ਤੂੰ ਝੂਠ ਨੂੰ ਸੱਚ ਸਮਝਣ ਆ, ਤੇ ਸੱਚ ਨੂੰ ਤੂੰ ਝੂਠ ਸਮਝਣ ਆ। ਔਰ ਇਹਦੇ ਚ ਤੇਰਾ ਕੋਈ ਕਸੂਰ ਨਹੀਂ ਆ, ਕਿਉਂਕਿ ਤੇਰੀਆਂ ਜਿਹੜੀਆਂ ਸੈਂਸ ਹੈਗੀਆਂ, ਤੇਰੀਆਂ ਇੰਦਰੀਆਂ, ਉਹ ਗੜਬੜ ਕਰ ਰਹੀਆਂ ਨੇ। ਔਰ ਤੂੰ ਗਲਤ ਜਗ੍ਹਾ ਤਾਂਹੀਓ ਫਸਿਆ। ਤਾਂਹੀਓ ਤੇ ਉਹ ਕਹਿੰਦੇ ਨੇ ਤੇ ਹਾਰ ਕੇ ਸੰਗ ਨਾ ਕੇ ਬਣਾ ਕੇ ਠੱਗ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਉਹਨਾਂ ਕਿਉਂ ਠੋਕ ਕੇ ਕਹਿਤਾ ਕਿ ਉਹ ਮਿਥਿਆ ਦ੍ਰਿਸ਼ਟੀ ਵਾਲਾ ਬੰਦਾ ਉਹ ਯਥਾਰਥ ਸੱਚ ਨੂੰ ਸਮਝ ਨਹੀਂ ਪਾਉਂਦਾ। ਕਿਉਂਕਿ ਉਹ ਹੁਣ ਤੁਸੀਂ ਆਪ ਜਸਟ ਸੋਚੋ ਕਿ ਇਹ ਮਿਥਿਆ ਦ੍ਰਿਸ਼ਟੀ ਚ ਇੰਨੀ ਪਾਵਰ ਹੈ। ਆਪਾਂ ਨੂੰ ਵੇਖ ਕੇ ਜਦੋਂ ਬੁਖਾਰ ਹੁੰਦਾ, ਆਪਾਂ ਉਸ ਟੇਸਟ ਨੂੰ ਕਰ ਹੀ ਨਹੀਂ ਪਾਉਂਦੇ। ਆਪਾਂ ਕਹਿੰਦੇ ਵੀ ਇਹ ਨਹੀਂ ਪਸੰਦ, ਰੋਟੀ ਵੀ ਨਹੀਂ ਖਾਣੀ, ਮੇਰਾ ਦਿਲ ਨਹੀਂ ਕਰਦਾ। ਪਤਾ ਵੀ ਰੋਟੀ ਬੜੀ ਜ਼ਰੂਰੀ, ਮੈਂ ਨਹੀਂ ਖਾਊਂਗਾ ਤਾਕਤ ਕਿੱਥੋਂ ਆਉਣੀ, ਮੇਰਾ ਦਵਾਈ ਵੀ ਖਾਣ ਨੂੰ ਜੀ ਨਹੀਂ ਕਰਦਾ। ਕਿਉਂਕਿ ਉਹ ਜਿਹੜੇ ਬੁਖਾਰ ਨੇ, ਆਦੀ ਵਿਆਦੀ ਤੇ ਉਪਾਦੀ। ਹਾਂਜੀ, ਆਦੀ ਵਿਆਦੀ ਤੇ ਉਪਾਦੀ। ਆਦੀ ਹੁੰਦੀ ਹੈ ਵੀਰ ਜੀ ਚਿੰਤਾ, ਸੋਚ, ਫਿਕਰ, ਤੇ ਵਿਆਦੀ ਹੁੰਦੀ ਹੈ ਅਮਲ, ਜਿਹੜੇ ਅਮਲ ਲੱਗ ਗਏ ਆਪਾਂ ਨੂੰ, ਤੇ ਉਪਾਦੀ ਹੁੰਦੀ ਹੈ ਜਿਹੜੀ ਆਪਣਾ ਮਨ ਜਿਹੜਾ ਹੈਗਾ ਇਹ ਚੰਚਲ ਮਨ ਆ, ਤੇ ਇਹਨੂੰ ਕੁਛ ਵੀ ਇਹਨੂੰ ਪਤਾ ਹੀ ਨਹੀਂ ਹੁੰਦਾ ਕੀ ਚਾਹੀਦਾ, ਕੀ ਲੈਣਾ ਤੇ ਕੀ ਨਹੀਂ ਲੈਣਾ। ਇਹਨੇ ਹਰ ਚੀਜ਼ ਨੂੰ ਮੰਗਣਾ ਹੈ। ਇਹ ਉਪਦਰਵ ਕਰਦਾ ਹੀ ਰਹਿੰਦਾ ਹੈ। ਇਹ ਪੁੱਠੇ ਪਾਸੇ ਆਪਾਂ ਨੂੰ ਜਿਹੜਾ ਹੈਗਾ ਟਪੂਸੀਆਂ ਮਾਰੀ ਜਾਂਦਾ, ਇਹਨੂੰ ਉਪਾਦੀ ਕਹਿ ਦਿੰਦੇ, ਉਪਦਰਵ। ਤੇ ਤਿੰਨ ਤਾਪ ਹਮੇਸ਼ਾ ਇਨਸਾਨ ਨੂੰ ਲੱਗੇ ਰਹਿੰਦੇ। ਬਿਲਕੁਲ ਸਹੀ ਹੈ। ਹੁਣ ਗ੍ਰੰਥ ਪਤਾ ਕੀ ਕਹਿੰਦੇ ਆ ਸਾਧ ਸੰਗਤ ਜੀ? ਉਹ ਕਹਿੰਦੇ ਆ
ਜੈਸੇ ਨੂੰ ਤੈਸੇ ਦੇ ਰੂਪ ਦੇਖਣਾ। ਤੁਸੀਂ ਏਦਾਂ ਕਰੋ, ਉਹ ਕਹਿੰਦੇ ਆ ਕਿ ਤੁਹਾਨੂੰ ਲੱਗਦਾ ਹੈ ਉੱਥੇ ਰੇਸ਼ਾ ਹੈਗਾ, ਤੁਸੀਂ ਏਦਾਂ ਕਰੋ ਕਿ ਕਿਸੇ ਬੱਚੇ ਨੂੰ ਕਹੋ ਕਿ ਰੇਸ਼ਾ ਹੈਗਾ, ਬੱਚਾ ਏਦਾਂ ਨਹੀਂ ਕਰਦਾ, ਵਿਸ਼ਵਾਸ ਨਹੀਂ ਕਰੂਗਾ, ਉਹ ਕਹੂਗਾ ਕਿ ਮੈਂ ਲਾਗੇ ਜਾਊਂਗਾ। ਮਿਥਿਆ ਦ੍ਰਿਸ਼ਟੀ ਕਿੱਥੋਂ ਦੂਰ ਹੋਣੀ ਹੈ? ਭਰਮ ਨੂੰ ਦੂਰ, ਭਰਮ ਨੂੰ ਮੈਂ ਥੋੜੀ ਕਰਨਾ, ਜਾਂ ਨਿੱਜੇ ਸਾਹਿਬ ਨੇ ਮਾਂ ਦਾ ਸਿਰ ਕਰਨਾ ਹੀ ਨਹੀਂ ਕਰਨਾ, ਤੁਸੀਂ ਆਪਣੇ ਭਰਮ ਨੂੰ ਆਪ ਦੂਰ ਕਰਨਾ ਹੈ। ਡੰਡਾ ਲੈ ਕੇ ਜਾਓ ਉੱਥੇ ਨਿੱਜੇ ਸਾਹਿਬ, ਹਨਾ, ਬਿਲਕੁਲ ਉੱਥੇ ਪਹੁੰਚ ਜਾਓ ਡੰਡਾ ਲੈ ਕੇ। ਉਹ ਕਹਿੰਦੇ ਝਾੜੀਆਂ 'ਚ ਉੱਥੇ ਜਾਵਾਂਗੇ ਜਿੱਥੇ ਰੇਸ਼ੇ ਬੈਠਾ, ਜਿੱਥੇ ਸਾਨੂੰ ਭਰਮ ਪੈ ਗਿਆ ਕਿ ਇਹ ਰੇਸ਼ਾ ਜਾਂ ਕੀ ਹੈ, ਜਾਂ ਰੇਸ਼ ਵਰਗੀ ਕੋਈ ਚੀਜ਼ ਹੈ, ਹਿੱਲਦੀ ਵੀ ਪਈ ਹੈ। ਤੇ ਉਹ ਫਿਰ ਮੁੰਡੇ ਗਏ ਸ਼ਰਾਰਤੀ, ਕਹਿੰਦੇ ਕਿ ਅੰਕਲ ਮੈਂ ਨਹੀਂ ਤੇ ਵਿਸ਼ਵਾਸ ਕਰਦਾ, ਮੈਂ ਚੈੱਕ ਕਰਾਂਗਾ ਬਈ ਫਿਰ ਯਕੀਨ ਕਰਾਂਗਾ। ਉਹ ਕਹਿੰਦੇ ਕਿੱਦਾਂ ਯਕੀਨ ਕਰੇਗਾ? ਕਹਿੰਦਾ ਮੈਂ ਤਾਂ ਕਰਦਾ, ਉੱਥੇ ਨਹੀਂ ਰਹੇਗਾ ਫਿਰ ਮੈਂ ਬਲਬ ਜਗਾਵਾਂਗਾ। ਕਹਿੰਦੇ ਨਹੀਂ, ਜੇ ਮੰਨ ਲਾ ਬਲਬ ਨਹੀਂ ਹੈਗਾ ਫਿਰ ਕੀ ਕਰੇਗਾ? ਫਿਰ ਕੀ? ਕਹਿੰਦਾ ਕਿ ਮੈਂ ਦੂਰ ਖਲੋ ਕੇ ਵੱਟਾ ਮਾਰਾਂਗਾ, ਡੰਡਾ ਮਾਰਾਂਗਾ, ਜੇ ਰੇਸ਼ੋ ਹੋਇਆ ਤੇ ਹਿੱਲੂਗਾ, ਨਹੀਂ ਹੋਇਆ ਹਿੱਲਿਆ ਤੇ ਮੈਂ ਲਾਗੇ ਜਾ ਕੇ ਡੰਡੇ ਕੁਛ ਛੋਟਾ ਸਾਟਾ ਲੈ ਕੇ ਜਾਵਾਂਗਾ ਤੇ ਲਾਗੇ ਜਾ ਕੇ ਚੈੱਕ ਕਰਾਂਗਾ। ਉਹ ਕਹਿੰਦਾ ਹੋ ਸਕਦਾ ਤੈਨੂੰ ਰੇਸ਼ ਮਾਰ ਦੇ। ਕਹਿੰਦਾ ਕਿੱਦਾਂ ਮਾਰ ਦੂ? ਫਿਰ ਮੈਂ ਦੂਰੋਂ ਡੰਡਾ ਮਾਰੂ, ਇੱਕਦਮ ਫਿਰ ਮੇਰੇ ਤੇ ਅਟੈਕ ਕਰੂਗਾ। ਜਿੱਦਾਂ ਭਰਮ ਨੂੰ ਦੂਰ ਕਰਨ ਦਾ ਤਰੀਕਾ ਵੀ ਹੁੰਦਾ ਨਾ, ਭਰਮ ਦਾ ਮਤਲਬ ਮਾਧੋ ਭਰਮ ਹੋਵੇ ਐਸਾ ਇਸ ਬਾਣੀ 'ਚ ਹੈਗਾ। ਉਹ ਹੈਗਾ ਜੀ, ਮਾਧੋ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਹਾਂ, ਇਹ ਬਾਣੀ ਕਰ ਰਹੇ ਨੇ ਗੁਰੂ ਜੀ, ਉਹੀ ਗੱਲ ਕਰ ਰਹੇ ਨੇ। ਮਿਥਿਆ ਦ੍ਰਿਸ਼ਟੀ ਸਾਡਾ ਸਰੀਰ, ਔਰ ਸਾਨੂੰ ਪਤਾ ਹੈ ਸਾਹਮਣੇ ਚੀਜ਼ ਬੜੀ ਟੇਸਟੀ ਹੈ, ਪਤਾ ਵਾ, ਮੈਂ ਉਹ ਪਤਾ ਹੀ ਨਹੀਂ, ਲੱਖਾਂ ਵਾਰੀ ਖਾਧੀ ਖੰਡ ਇੰਨੀ ਮਿੱਠੀ ਕਿਆ ਤੁਮ, ਪਰ ਅੱਜ ਨਹੀਂ ਸਵਾਦ ਲੱਗਦਾ, ਉਹ ਟੇਸਟ ਨਹੀਂ ਹੈਗਾ, ਕਿਉਂਕਿ ਉਹ ਰਿਸੈਂਟ ਮਰ ਗਈ ਜਿਹਨੇ ਦੱਸਣਾ ਸੀ। ਇਸੇ ਕਰਕੇ ਮਿਥਿਆ ਦ੍ਰਿਸ਼ਟੀ ਕੀ ਕਰਦੀ ਹੈ? ਅਗਿਆਨ ਨੂੰ ਗਿਆਨ ਸਮਝ ਲੈਂਦੀ ਹੈ ਤੇ ਗਿਆਨ ਨੂੰ ਅਗਿਆਨ ਸਮਝ ਲੈਂਦੀ, ਕਿਉਂਕਿ ਉਹਨੂੰ ਅਸਲੀਅਤ ਦੇ ਵਿੱਚ, ਜਿਹੜੀ ਬਨਾਵਟ ਦੇ ਵਿੱਚ ਜੋ ਫਰਕ ਆ, ਉਹ ਚੀਜ਼ ਦਾ ਜਿਹੜਾ ਵਾ ਗਿਆਨ ਨਹੀਂ ਹੈ। ਇਸ ਕਰਕੇ ਆਮ ਸਧਾਰਨ ਬੰਦੇ ਤੁਸੀਂ ਦੇਖੋ ਮਿਥਿਆ ਦ੍ਰਿਸ਼ਟੀ ਦੇ ਕਰਕੇ ਸਾਰਾ ਜੀਵਨ ਨਸ਼ਟ ਕਰ ਲੈਂਦੇ ਨੇ। ਉਹ ਕੋਸ਼ਿਸ਼ ਨਹੀਂ ਕਰਦੇ, ਬੱਚਿਆਂ ਨੂੰ ਸਮਝਾਓਗੇ ਨਾ ਗਲਤ ਚੀਜ਼ ਤੋਂ, ਉਹ ਤੁਹਾਡੇ ਤੇ ਜ਼ਿਆਦਾਤਰ ਕੀ ਲੈ ਕੇ ਨੇ ਜੋ ਸਾਹਿਬ, ਉਹ ਚੱਲ ਜਾਣਗੇ ਉੱਥੇ ਡੰਡਾ ਲੈ ਕੇ। ਉਹ ਕਹਿਣਗੇ ਇਹਦਾ ਸੰਤ ਬਣਿਆ ਫਿਰ ਤਾਂ ਸੱਚੀ ਸੰਤ ਹੈਗਾ, ਇਹਦੀ ਇਨਵੈਸਟੀਗੇਸ਼ਨ ਕਰੋ ਸੱਚੀ। ਦੇਖੋ ਇੱਥੇ ਮਿਥਿਆ ਦ੍ਰਿਸ਼ਟੀ ਪਤਾ ਕੀ ਕਹਿੰਦੀ ਹੈ? ਉਹ ਤਾਂ ਕਹਿੰਦੀ ਨਾ ਤੇ ਚਰਨਜੀਤ ਤੇ ਵਿਸ਼ਵਾਸ ਕਰ, ਨਾ ਨਿੱਜਰ ਸਾਹਿਬ ਤੇ ਵਿਸ਼ਵਾਸ ਕਰ, ਇਹਨਾਂ ਦੇ ਘਰੇ ਜਾਈਏ ਆਪਾਂ। ਇਹਨਾਂ ਦਾ ਸੱਚੀ ਉਹ ਕਿਤੇ ਇੱਕ ਤੇ ਹੰਸ ਤੇ ਕਾਂ ਵਾਲਾ ਕੰਮ ਤੇ ਨਹੀਂ ਹੈਗਾ ਕਦੇ ਨਿੱਜਰ ਸਾਹਿਬ? ਬਿਲਕੁਲ, ਹੰਸ ਤੇ ਬਗਲੇ ਵਾਲਾ, ਹਾਂ ਹੰਸ ਤੇ ਬਗਲੇ ਵਾਲਾ ਕੰਮ ਤੇ ਨਹੀਂ ਹੈਗਾ ਕਿਤੇ। ਇਹ ਨਾ ਹੋਰ ਕਿ ਇਹਨਾਂ ਦੇ ਅੰਦਰ ਕੁਝ ਹੋ ਰਿਹਾ, ਕਹਿਣ ਨੂੰ ਕੁਝ ਹੋ ਰਿਹਾ, ਹੁਣ ਉਹਦਾ ਇੱਥੇ ਪਤਾ ਕੀ ਹੁੰਦਾ ਵਾ, ਉਹ ਸਾਡਾ ਭਲਾ ਵਾ। ਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ। ਦੇਖੋ ਜਿਹੜੀ ਅਸਲੀਅਤ ਹੁੰਦੀ ਹੈ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ, ਜਿਹੜਾ ਨਕਲੀ ਹੁੰਦਾ ਨਾ ਚਮਕ ਬਹੁਤ ਹੁੰਦੀ। ਕਿਉਂਕਿ ਕਹਿੰਦੇ ਕਿ ਏਜੰਟਾਂ ਦੇ ਲੱਲੇ ਤੇ ਗੁੜ ਨੂੰ ਮਿੱਠੇ, ਜਿਹੜੇ ਏਜੰਟ ਲੋਕ ਹੈ ਨਾ, ਜਦੋਂ ਲਾਰਾ ਲਾਉਂਦੇ ਨਾ ਤੇ ਬੰਦੇ ਨੂੰ, ਉਹਦੀਆਂ ਅੱਖਾਂ ਐਨਕਾਂ ਲੱਗੀਆਂ ਹੁੰਦੀਆਂ, ਉਹ ਵਿਚਾਰੇ ਨੂੰ ਉਹੀ ਕੋਈ। ਇਸ ਕਰਕੇ ਸਾਰੀ ਦੁਨੀਆ ਕੋਈ ਤੁਰੀ ਫਿਰਦੀ ਹੈ ਉਸ ਚੱਕਰਾਂ 'ਚ। ਤੇ ਸਭ ਤੋਂ ਵੱਡਾ ਜਿਹੜਾ ਉਗਣ ਇਨਸਾਨ 'ਚ ਮਿਥਿਆ ਦ੍ਰਿਸ਼ਟੀ, ਉਹ ਲੱਗਾ ਕੋਈ ਰਿਛ ਨਹੀਂ ਸੀ, ਉਹ ਝਾੜੀ ਸੀ। ਇਹ ਨਹੀਂ ਆ ਕਿ ਉਹ ਰਿਛ ਨਹੀਂ ਸੀ ਪਰ ਝਾੜੀ ਸੀ, ਪਰ ਝਾੜੀ ਦਾ ਗਿਆਨ ਹੋ ਗਿਆ, ਯਥਾਰਥ ਗਿਆਨ ਦਾ ਪਤਾ ਲੱਗ ਗਿਆ ਅਸਲ 'ਚ ਹੈ ਕੀ। ਰੱਸੀ ਆਪਣੀ ਜਗ੍ਹਾ ਸਹੀ ਆ, ਸੱਪ ਆਪਣੀ ਜਗ੍ਹਾ ਸਹੀ ਆ। ਹਾਂ, ਰੱਸੀ ਨੂੰ ਸੱਪ ਸਮਝ ਲਿਆ ਜਾਂ ਸੱਪ ਨੂੰ ਰੱਸੀ ਸਮਝ ਲਿਆ, ਇਹ ਮਿਥਿਆ ਗਿਆਨ ਹੈ। ਪਰ ਅਸਲ ਚੀਜ਼ ਹੈਗੀ ਆ ਕਾਮ ਦ੍ਰਿਸ਼ਟੀ, ਮਤਲਬ ਉਸਨੂੰ ਉਸਦੇ ਰੂਪ ਤੇ ਵੇਖਣਾ। ਮਤਲਬ ਹੋਰ ਆਸਾਨ ਕਰਾਂ, ਇੱਕ ਨੂੰ ਇੱਕ ਸਮਝਣਾ, ਦੋ ਨੂੰ ਦੋ ਸਮਝਣਾ, ਇੱਕ ਨੂੰ 100 ਸਮਝਣਾ, ਇਹ ਮਿਥਿਆ ਦ੍ਰਿਸ਼ਟੀ ਹੈ। ਪ੍ਰੋਜੈਕਸ਼ਨ ਕਹਿੰਦੇ ਇਹਨੂੰ, ਤੁਹਾਡੀ ਪ੍ਰੋਜੈਕਸ਼ਨ। ਮਤਲਬ ਰਾਗ ਹੋ ਜਾਂਦਾ ਵਾ ਬੰਦੇ ਨੂੰ। ਇਹ ਪ੍ਰੋਜੈਕਸ਼ਨ ਦਾ ਮਤਲਬ ਹੁੰਦਾ ਜਿੱਦਾਂ ਇੱਕ ਕੁੜੀ ਮੁੰਡੇ ਨੂੰ ਪਿਆਰ ਕਰਦੀ ਹੈ, ਮੈਂ ਹੋਰ ਸੌਖਾ ਕਰਾਂ ਤਾਂ ਜੋ ਤੁਹਾਡੀ ਬੁੱਧੀ ਨੂੰ ਕੈਚ ਕਰ ਲੈ। ਪ੍ਰੋਜੈਕਸ਼ਨ ਦਾ ਮਤਲਬ ਹੁੰਦਾ ਕਿ ਜਿਹੜੀ ਵਧੀਆ ਨਹੀਂ ਹੁੰਦੀ, ਪਰ ਉਹਦੇ ਵਿੱਚ ਅਸੀਂ ਰਾਗ ਪਾਤਾ। ਰਾਗ ਦਾ ਮਤਲਬ ਪਾਤਾ, ਹੋਰ ਸੌਖਾ ਕਰਦਾ। ਲੈਲਾ ਤੇ ਮਜਨੂ ਦਾ ਪਿਆਰ ਸਾਰੀ ਦੁਨੀਆ ਜਾਣਦੀ ਹੈ। ਲੈਲਾ ਮਤਲਬ ਜੀ ਸੋਹਣੀ ਨਹੀਂ ਸੀ, ਤੇ ਰਾਜੇ ਨੂੰ ਵੀ ਪਤਾ ਲੱਗ ਗਿਆ, ਤੇ ਉੱਥੋਂ ਦਾ ਰਾਜਾ, ਉਹਨੂੰ ਪਤਾ ਲੱਗਾ ਕਿ ਮਜਨੂ ਬੜਾ ਦੀਵਾਨਾ ਹੈਗਾ ਹੈ,
ਤੇ ਮੈਂ ਵੀ ਜਾ ਕੇ ਵੇਖਿਆ ਵੀ ਜਨਾਨੀ ਕਿੱਦਾਂ ਦੀ ਹੈ। ਉਹ ਜਾ ਕੇ ਵੇਖਿਆ ਤੂੰ ਕਾਮ ਹੀ ਦੇਤੀ ਜੀ ਜਨਾਨੀ। ਤੇ ਉਹ ਮਜਨੂੰ ਕੋਲ ਚਲ ਗਿਆ। ਰਾਜਾ ਕਹਿੰਦਾ ਤੂੰ ਛੱਡ ਖੜਾ ਮਜਨੂੰ, ਏਦਾਂ ਕਰਕੇ ਮੇਰੇ ਤੋਂ ਗੱਡੀਆਂ ਹੈਗੀਆਂ ਇੱਥੇ ਦੱਸਦੀਆਂ, ਤੂੰ ਤੇਰੇ ਕੋ ਕੁੜੀ ਲੈ ਲਾ। ਉਹ ਤੇ ਹੈ ਵੀ ਕੁਛ ਨਹੀਂ ਹੈਗੀ। ਤੇ ਮਜਨੂੰ ਰਾਜੇ ਨੂੰ ਕੀ ਕਹਿੰਦਾ ਰਾਜੇ ਜੇ ਤੇ ਤੈਨੂੰ ਅਸਲੀ ਲੈਲਾ ਨੂੰ ਵੇਖਣਾ ਜਾਂ ਉਹਨੂੰ ਮਿਲਣਾ ਤੇ ਤੈਨੂੰ ਮੇਰੀਆਂ ਨਜ਼ਰਾਂ ਰਾਹੀਂ ਵੇਖਣਾ ਪਊ ਉਹਨੂੰ। ਨਿਜਰ ਸਾਹਿਬ ਕਿਉਂਕਿ ਰਾਗ ਤੇ ਬੈਠਾ ਉਹ ਪ੍ਰੋਜੈਕਸ਼ਨ ਤੇ ਬੈਠਾ ਹੈ। ਔਰ ਇਸ ਦਾ ਤੁਹਾਨੂੰ ਮੈਂ ਚੰਗੀ ਤਰ੍ਹਾਂ ਯਕੀਨ ਕਰਾ ਦੂੰਗਾ। ਤੁਸੀਂ ਬਾਜ਼ਾਰ 'ਚ ਜਾ ਕੇ ਵੇਖੋ, ਤੁਹਾਨੂੰ ਕੋਈ ਮਰਦ ਜਾਂ ਬੰਦਾ ਬੜਾ ਸੋਹਣਾ ਲੱਗੂਗਾ। ਉਸ ਦਿਨ ਦੀ ਗੱਲ ਨੋਟ ਕਰਕੇ 2-4 ਦਿਨਾਂ ਬਾਅਦ ਉਹਨੂੰ ਵੇਖ ਕੇ ਤੁਹਾਨੂੰ ਵਾਸਤਾ ਵੀ ਨੀ ਚੰਗਾ ਲੱਗਣਾ। ਕਿਉਂ ਨੀ ਚੰਗਾ ਲੱਗਣਾ? ਉਸ ਸਮੇਂ ਤੁਹਾਡੇ ਇੱਧਰ ਉਹਨੇ ਪ੍ਰੋਜੈਕਸ਼ਨ ਕਰਤੀ ਹੈ, ਰਾਗ 'ਚ ਪਾਤਾ ਤਾਂ, ਔਰ ਇਸ ਕਰਕੇ ਕੀ ਹੋ ਗਏ। ਔਰ ਤੁਹਾਡੀ ਜਿਹੜੀ ਦ੍ਰਿਸ਼ਟੀ ਸੀ ਉਸਨੇ ਉਹ ਕੀ ਹੋ ਗਈ, ਮਿਥਿਆ ਦ੍ਰਿਸ਼ਟੀ ਹੋ ਗਈ। ਤੁਸੀਂ ਕੀ ਕੀਤਾ ਕਿ ਹੰਸ ਨੂੰ ਬੰਗਲਾ ਵੀ ਸਮਝ ਸਕਦੇ ਜੋ ਤੇ ਬੰਗਲੇ ਨੂੰ ਹੰਸ ਵੀ ਸਮਝ ਸਕਦੇ। ਇਹ ਮਤਲਬ ਯਥਾਰਥ ਨੂੰ ਵੇਖਣ ਤੋਂ ਬੰਦਾ ਅਸਮਰੱਥ ਹੋ ਜਾਂਦਾ ਹੈ, ਕਿਉਂਕਿ ਉਹਦੀਆਂ ਇੰਦਰੀਆਂ ਜਿਹੜੀਆਂ ਹੁੰਦੀਆਂ ਨੇ, ਹੁਣ ਜਿੱਦਾਂ ਦਾ ਬੰਦੇ ਦਾ ਅੰਦਰ ਸਿਸਟਮ ਹੈ ਨਾ, ਉਹ ਕਿਸੇ ਕਿਹੜੀ ਇੱਛਾ ਰੱਖ ਕੇ ਗਿਆ ਔਰ ਉਹਨੇ ਉਸੇ ਨਜ਼ਰ 'ਚ ਵੇਖਣਾ ਹੈ। ਔਰ ਉਹਨੂੰ ਪਤਾ ਨਹੀਂ ਲੱਗਣਾ ਸਾਹਮਣੇ ਸੱਚ ਕੀ ਹੈ। ਉਹ ਸਾਰੀ ਦੁਨੀਆ ਕਹੂਗੀ ਕਿ ਇਹ ਜਿਹੜਾ ਬੰਦਾ ਏਦਾਂ ਵਾ, ਪਰ ਉਹਨੂੰ ਨਹੀਂ ਪਤਾ ਲੱਗਣਾ। ਕਿਉਂ ਨਹੀਂ ਲੱਗਣਾ? ਕਿਉਂਕਿ ਉਹ ਇੱਕ ਐਸੀ ਐਨਕ ਦੇ ਰਾਹੀਂ ਦੇਖ ਰਿਹਾ ਹੈ ਜਿਹੜੀ ਉਹਦੇ ਕੋਲ ਆ, ਹੋਰ ਕਿਸੇ ਕੋਲ ਨਹੀਂ ਹੈਗੀ। ਉਹ ਜਿਹੜੀ ਕੀ ਆ, ਝੂਠ ਨੂੰ ਸੱਚ ਦੇ ਤੌਰ ਤੇ ਦਿਖਾ ਰਹੀ ਆ ਔਰ ਸੱਚ ਨੂੰ ਝੂਠ ਦੇ ਤੌਰ ਤੇ ਦਿਖਾ ਰਹੀ। ਹਾਂਜੀ ਨਿਜਰ ਸਾਹਿਬ ਅੱਗੇ ਚਲੀਏ, ਪਹਿਲੀ ਤੋਂ ਬੋਲ ਦੋ। ਹਾਂਜੀ। आत्म जीता गुरमति श्लोक। आत्म जीता गुरमति गुण गाए गोबिंद, संत प्रसादी भै मिटे नानक बिनसी चिंद। ते गुरु की मत जिहड़ी हैगी आ, गुरु की मत के द्वारा, गुरु के ज्ञान के द्वारा, ब्रह्म ज्ञान के द्वारा जिहड़ा हैगा पता लग गया पाए उन्हां परमेश्वर की भगती वाले जिहड़े हैगे आ, भगती वाला जिहड़ा हैगा ये नुकता जिहड़ा हैगा ये ध्यान सिमरन वाला नुकता ਦਿੱਤਾ ਤੇ ਉਹਦੇ ਨਾਲ ਜਿਹੜਾ ਹੈਗਾ ਮਨ ਜੀਤੇ ਜਗ ਜੀਤ, ਮਨ ਜਿੱਤਿਆ ਗਿਆ। ਔਰ ਸੰਤ ਪ੍ਰਸਾਦੀ, ਇਹ ਗੁਰ ਪ੍ਰਸਾਦ ਦੇ ਨਾਲ, ਸੰਤ ਪ੍ਰਸਾਦ ਦੇ ਨਾਲ ਜਿਹੜਾ ਹੈਗਾ ਭੈ ਮਿਟ ਗਏ ਸਾਧ ਸੰਗਤ ਦੇ ਦੁਆਰਾ। ਨਾਨਕ ਬਿਨਸੀ ਚਿੰਦ, ਔਰ ਚਿੰਤਾ ਜਿਹੜੀ ਹੈ, ਚਿੰਤਾ ਸੋਚ ਫਿਕਰ ਜਿਹੜੀ ਹੈਗੀ ਆ ਉਹ ਵੀ ਬਿਨਸ ਗਈ। ਜਿਹੜੀ ਆਦਿ ਵਿਆਦੀ ਉਪਾਧੀ ਜਿਹੜੇ ਤਾਪ ਚੜੇ ਸੀਗੇ, ਔਰ ਯਥਾਰਥ ਜਿਹੜਾ ਹੈਗਾ ਯਥਾਰਥ ਦੇ ਰੂਪ 'ਚ ਪ੍ਰਗਟ ਹੋ ਗਿਆ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਉਹ ਜਿਹੜਾ ਅੱਖਾਂ ਦੇ ਵਿੱਚ ਮੋਤੀਆ ਪੈਂਦਾ ਹੈ ਕਿ ਬੁੱਧੀ ਜਿਹੜੀ ਕੁਬਿੱਤੀ ਹੋ ਗਈ ਸੀ, ਤੇ ਉਹਨਾਂ ਨੇ ਕਿਹਾ ਸਰੂਆ ਮੇਰੀ ਅੱਖਾਂ 'ਚ ਪਾਇਆ, ਮੈਂ ਐਸੀ ਦਵਾਈ ਖਾਧੀ, ਨਾਮ ਰੂਪੀ ਸਿਮਰਨ ਕੀਤਾ ਔਰ ਮੇਰਾ ਜਿਹੜਾ ਬੁਖਾਰ ਉਤਰ ਗਿਆ। ਉਤਰਨ ਦੇ ਨਾਲ ਕੀ ਹੋ ਗਿਆ? ਸੰਤ ਪ੍ਰਸਾਦੀ ਭੈ ਮਿਟੇ। ਤੇ ਉਹਦੇ ਨਾਲ ਸਭ ਤੋਂ ਪਹਿਲਾਂ ਤਾਂ ਮੈਨੂੰ ਭੈ ਤੋਂ ਮੁਕਤੀ ਮਿਲ ਗਈ, ਕਿਉਂਕਿ ਮੈਂ ਜਿਹਨੂੰ ਸਮਝ ਕੇ ਬੈਠਾ ਸਾਂ, ਮੈਂ ਸੋਚਦਾ ਸੀ ਉਹ ਪਤਾ ਨਹੀਂ ਕੀ ਸੀ, ਉਹ ਭਰਮ ਸੀ, ਮੈਂ ਡਰਦਾ ਸਾਂ। ਮੈਂ ਡਰ ਕੇ ਹੀ ਉਹਦੀ ਪੂਜਾ ਕਰੀ ਜਾਂਦਾ, ਪਤਾ ਨਹੀਂ ਕੀ ਹੋਊਗਾ। ਉਹ ਸਾਰੇ ਮੈਨੂੰ ਬੰਧਨਾਂ ਤੋਂ ਮੁਕਤੀ ਮਿਲ ਗਈ। ਨਾਨਕ ਬਿਨਸੀ ਚਿੰਤ। ਤੇ ਉਹ ਫਿਰ ਉਹ ਕਹਿੰਦੇ ਕਿ ਮੈਂ ਅਚਿੰਤ ਹੋ ਗਿਆ, ਹੁਣ ਮੈਂ ਚਿੰਤਾ ਤੋਂ ਮੁਕਤ ਹੋ ਗਿਆ। ਜਿਉਂ ਦਾ ਮੈਂ ਪ੍ਰਮਾਤਮਾ ਨੂੰ ਦੇਖ ਲਿਆ, ਵੀ ਜਾਣ ਲਿਆ, ਆਹ ਜਿਹੜੇ ਫਾਲਤੂ ਦੇ ਭਰਮਾਂ ਦੇ ਵਿੱਚ ਪਿਆ ਸਾਂ, ਵਹਿਮਾਂ 'ਚ ਪਿਆ ਸਾਂ, ਮੇਰਾ ਜੀਵਨ ਜਿਹੜਾ ਇੰਨਾ ਔਖਾ ਹੋ ਗਿਆ ਸੀ, ਉਹਨਾਂ ਸਾਰੀ ਚੀਜ਼ਾਂ ਤੋਂ ਮੈਨੂੰ ਮੁਕਤੀ ਮਿਲ ਗਈ। ਠੀਕ ਹੈ ਨਾ? ਅੱਗੇ ਹੁਣ ਇਸੇ ਨੂੰ ਖੋਲਣਗੇ ਮਹਾਰਾਜ ਪੌੜੀ। ਅਮਾਵਸ ਮੱਸਿਆ ਤੋਂ ਗਿਆਨ ਦੇ ਰਹੇ ਆ। ਅਮਾਵਸ ਜਿਹੜੇ ਹੈਗੇ, ਹੁਣ ਜਿਹੜੀ ਹੈਗੀ ਦੇਖ ਲਓ ਇੰਨੇ ਦਿਨ ਹੋ ਗਏ ਤੇ ਮੱਸਿਆ ਆ ਗਈ। ਅਮਾਵਸ ਆਤਮ ਸੁਖੀ ਪਏ, ਕਹਿੰਦੇ ਆਤਮਾ ਸੁਖੀ ਹੋ ਗਈ, ਮਨ ਜਿੱਤਿਆ ਗਿਆ, ਸੁਖੀ ਹੋ ਗਈ, ਆਤਮਾ ਸੁਖੀ ਹੋ ਗਈ। ਸੰਤੋਖ ਦਿਆ ਗੁਰਦੇਵ ਨੇ ਜਿਹੜਾ ਹੈਗਾ ਗੁਰੂ ਦੀ ਮੱਤ ਦੇ ਕੇ, ਗੁਰੂਦੇਵ ਨੇ ਕੀ ਕੀਤਾ? ਗੁਰਦੇਵ ਕੌਣ ਹੈ? ਪ੍ਰਕਾਸ਼ ਰੂਪ ਹੈ। ਦੇਵ ਦਾ ਮਤਲਬ ਪ੍ਰਕਾਸ਼ ਹੁੰਦਾ ਹੈ। ਗੁਰੂ ਦੇ ਗਿਆਨ ਦੇ ਦੁਆਰਾ ਜਿਹੜਾ ਹੈਗਾ ਸੰਤੋਖ ਆ ਗਿਆ। ਅਮਾਵਸ ਆਤਮ ਸੁਖੀ ਭਏ, ਸੰਤੋਖ ਦਿਆ ਗੁਰਦੇਵ, ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ। ਕਹਿੰਦੇ ਮਨ ਔਰ ਤਨ ਦੋਨੋਂ ਹੀ ਸ਼ੀਤਲ ਹੋ ਗਏ, ਸ਼ਾਂਤੀ ਆ ਗਈ, ਖੁਸ਼ੀ ਆ ਗਈ। ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ, ਕਹਿੰਦੇ ਪਰਮਾਤਮਾ ਦੀ ਸੇਵਾ ਦੇ ਵਿੱਚ ਲੱਗ ਗਿਆ। ਆ ਦਿੱਤਾ ਗੁਰੂ ਨੇ ਕੀ ਗਿਆਨ ਦਿੱਤਾ? ਗੁਰੂ ਨੇ ਪਰਮਾਤਮਾ ਦੀ ਸੇਵਾ ਕਰਨੀ ਸਿਖਾ ਦਿੱਤੀ। ਹਰ ਕੀ ਟਹਿਲ ਕਮਾਵਣੀ ਕੀ ਜਪੀਏ ਪ੍ਰਭ ਕਾ ਨਾਮ। ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ,
ਇਹਦੇ ਨਾਲ ਕੀ ਹੋ ਗਏ? ਟੁੱਟੇ ਬੰਧਨ ਬਹੁ ਵਿਕਾਰ, ਮਾਇਆ ਦੇ ਸਾਰੇ ਕੋਮਲ ਬੰਧਨ ਜਿਹੜੇ ਹੈਗੇ, ਮੈਟਰ ਦੇ, ਪਦਾਰਥ ਦੇ, ਆਕਾਰ ਦੇ ਬੰਧਨ ਸਾਰੇ ਟੁੱਟ ਗਏ, ਔਰ ਵਿਕਾਰਾਂ ਦੇ ਵਿੱਚ ਜਿਹੜਾ ਇਨਸਾਨ ਜਾਂਦਾ ਸੀਗਾ ਕਹਿੰਦੇ ਉਹ ਖਤਮ ਹੋ ਗਿਆ। ਸਫਲ ਪੂਰਨ ਤਾਂ ਕੇ ਕਾਮ, ਇਹ ਆਇਆ ਪਾਏ ਉਹ ਗੁਰੂ ਦੇ, ਬ੍ਰਹਮ ਗਿਆਨੀਆਂ ਦੇ ਇਸ ਤਰੀਕੇ ਦੇ ਨਾਲ ਕਹਿੰਦੇ ਆ ਕੋਈ ਵੀ ਫੇਲੂਅਰ ਨਹੀਂ ਹੁੰਦਾ, ਪੂਰੇ ਆ ਸਾਰੇ ਦੇ ਸਾਰੇ, ਪੂਰੇ ਗੁਰੂ ਦਾ ਪੂਰਾ ਜਿਹੜਾ ਹੈਗਾ ਕੰਮ ਹੈਗਾ। ਸਫਲ ਪੂਰਨ ਤਾਂ ਕੇ ਕਾਮ, ਕੀ ਹੋਇਆ? ਦੁਰਮਤ ਮਿਟੀ, ਜਿਹੜੀ ਮੈਲ ਸੀਗੀ ਜਿਹਦੇ ਨਾਲ ਕਿ ਉਹ ਯਥਾਰਥ ਨਹੀਂ ਦੇਖ ਪਾਉਂਦਾ ਸੀਗਾ, ਉਹ ਭੈੜੀ ਮਤ ਮਿਟ ਗਈ। ਹਉਮੈ ਛੁੱਟੀ, ਹਉਮੈ ਛੁੱਟ ਗਈ। ਸਿਮਰਤ ਹਰ ਕੋ ਨਾਮ, ਇਹ ਕਾਰਵਾਈ ਕਿਵੇਂ ਹੋਈ? ਕਹਿੰਦੇ ਪਰਮੇਸ਼ਰ ਦੇ ਨਾਮ ਦੇ ਸਿਮਰਨ ਦੇ ਦੁਆਰਾ। ਸਰਣ ਗਹੀ ਪਾਰ ਬ੍ਰਹਮ ਕੀ, ਮਿਟਿਆ ਆਵਾਗਮਨ। ਤੇ ਦੇਖ ਲਓ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ, ਗੁਰੂ ਹੁੰਦੇ ਆ, ਉਹ ਆਪਣੇ ਨਾਲ ਨਹੀਂ ਜੋੜਦੇ, ਉਹ ਪਰਮੇਸ਼ਰ ਦੇ ਨਾਲ ਜੋੜਦੇ ਆ, ਮਾਲਕ ਦੀ ਸ਼ਰਨ ਦੇ ਵਿੱਚ ਲੈ ਕੇ ਜਾਂਦੇ ਆ। ਪਰਮਾਤਮਾ ਦੀ ਭਗਤੀ ਸਭ ਤੋਂ ਵੱਡੀ ਨਿਸ਼ਾਨੀ ਇਹੀ ਹੈ ਭਾਈ ਬ੍ਰਹਮ ਗਿਆਨੀ ਦੀ, ਕਿ ਉਹ ਆਪਣੇ ਨਾਲ ਨਹੀਂ ਜੋੜੇਗਾ, ਉਹਦਾ ਕੋਈ ਸਵਾਰਥ ਨਹੀਂ ਹੁੰਦਾ, ਉਹਨੇ ਮਾਲਕ ਪਰਮਾਤਮਾ ਦੇ ਨਾਲ ਜੋੜਨਾ ਹੈ। ਸਰਣ ਗਹੀ ਪਾਰ ਬ੍ਰਹਮ ਕੀ, ਮਿਟਿਆ ਆਵਾਗਮਨ। ਕਹਿੰਦੇ ਆਉਣਾ ਜਾਣਾ ਜਿਹੜਾ ਹੈਗਾ, ਜਨਮ ਮਰਨ ਦਾ ਗੇੜਾ ਖਤਮ ਹੋ ਗਿਆ ਪਰਮੇਸ਼ਰ ਦੀ ਸ਼ਰਨ ਲੈਣ ਦੇ ਨਾਲ। ਆਪਾਂ ਸ਼ਰਨ ਹੀ ਨਹੀਂ ਲੈ ਰਹੇ ਨਾ, ਆਪਾਂ ਸ਼ਰਨ 'ਚ ਹੀ ਨਹੀਂ ਜਾਂਦੇ, ਆਪਾਂ ਸਮਰਪਿਤ ਹੀ ਨਹੀਂ ਕਰਦੇ, ਮਨ ਔਰ ਤਨ ਦੋਨੋਂ ਸਮਰਪਿਤ ਕਰਨੇ ਆ। ਦੋਨੋਂ ਜਿਹੜੇ ਹੈਗੇ ਜਿਸ ਤਰ੍ਹਾਂ ਜਿਹੜੇ ਹੈਗੇ ਆ, ਜੇ ਗਿਆਨ ਕਹਿ ਰਿਹਾ ਹੈ ਉਸ ਤਰੀਕੇ ਦੇ ਨਾਲ ਆਪਾਂ ਚੱਲਾਂਗੇ ਤਾਂ ਜਿਹੜੇ ਹੈਗੇ ਗੱਲ ਬਣਨੀ ਆ। ਸ਼ਰਨ ਗਹੀ ਪਾਰ ਬ੍ਰਹਮ ਕੀ, ਮਿਟਿਆ ਆਵਾਗਮਨ। ਆਪ ਤਰਿਆ ਕੁਟੰਬ ਸਿਉ, ਗੁਣ ਗੋਬਿੰਦ ਪ੍ਰਭ ਰਵਨ। ਕਹਿੰਦੇ ਆਪ ਵੀ ਤਰ ਗਿਆ, ਆਪਣੇ ਕੁਟੰਬ ਨੂੰ ਵੀ ਤਾਰ ਦਿੱਤਾ। ਜਿਹੜਾ ਵੀ ਨਾਲ ਆਇਆ, ਜਿਹਨੇ ਵੀ ਸੰਗਤ ਕੀਤੀ, ਸਾਰੇ ਤਰ ਜਾਂਦੇ ਆ। ਇਸ ਤਰ੍ਹਾਂ ਉਸ ਪ੍ਰਮਾਤਮਾ ਦੇ ਗੁਣਾਂ ਦੇ ਵਿੱਚ ਰਵਨ ਕੀਤਾ, ਪ੍ਰਮਾਤਮਾ ਦੇ ਗੁਣ ਗਾਏ ਧਿਆਨ ਸਿਮਰਨ ਕਰਨ ਦੇ ਨਾਲ। ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਆ ਇੱਕੋ ਜਗ੍ਹਾ ਗੁਰਬਾਣੀ ਦੇ ਵਿੱਚ ਆਇਆ ਬਈ ਪਰਮੇਸ਼ਰ ਦੀ ਟਹਿਲ ਜਿਹੜੀ ਹੈ, ਜੇ ਮਾਲਕ ਦੀ ਸੇਵਾ ਜਿਹੜੀ ਹੈਗੀ, ਉਹ ਜਿਹੜਾ ਹੈਗਾ ਪਰਮਾਤਮਾ ਜਿਹੜਾ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਹੁਣ ਜਿਹਦਾ ਕੋਈ ਰੂਪ ਹੀ ਨਹੀਂ ਹੈ, ਰੰਗ ਹੀ ਨਹੀਂ ਹੈ, ਰੇਖਿਆ ਨਹੀਂ ਹੈਗੀ, ਤੇ ਉਹ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਹਦੀ ਸੇਵਾ ਕਿਵੇਂ ਕੀਤੀ ਜਾਏ? ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸੂਖਸ਼ਮ ਰੂਪ ਹੈਗਾ, ਜਿਹੜਾ ਆਪਣੇ ਵਾਂਗੂ ਸਰੀਰ ਹੀ ਨਹੀਂ ਹੈਗਾ, ਉਹਦੀਆਂ ਲੱਤਾਂ ਕਿਵੇਂ ਘੁੱਟੀਏ ਜਾ ਕੇ ਪਾਏ, ਕਿਵੇਂ ਜਿਹੜਾ ਹੈਗਾ ਉਹਨੂੰ ਹਵਾ ਕਰੀਏ, ਕਿਵੇਂ ਜਾ ਕੇ ਉਹਨੂੰ ਜਿਹੜਾ ਭੋਜਨ ਦਈਏ, ਕਿਵੇਂ ਜਾ ਕੇ ਉਹਦੀ ਸੇਵਾ ਕਰੀਏ। ਇੱਕੋ ਜਗ੍ਹਾ ਤੇ ਨੁਕਤਾ ਹੈਗਾ ਭਾਈ, ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਬਸ ਭਾਈ ਪਰਮੇਸ਼ਰ ਦਾ ਨਾਮ ਜਪ ਕੇ ਉਸ ਦੀ ਟਹਿਲ ਕਮਾਈ ਜਾ ਸਕਦੀ ਹੈ। ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਗੁਰ ਪੂਰੇ ਤੇ ਪਾਇਆ, ਨਾਨਕ ਸੁਖ ਵਿਸਰਾਮ। ਔਰ ਪੂਰੇ ਗੁਰੂ ਤੋਂ ਜਿਹੜਾ ਹੈਗਾ ਇਹ ਨੁਕਤਾ ਜਿਹੜਾ ਹੈਗਾ, ਇਹ ਤੁਰਿਆ ਅਵਸਥਾ ਜਿਹੜੀ ਹੈਗੀ ਆ, ਇਹ ਹਮੇਸ਼ਾ ਵਾਸਤੇ ਸੁਖੀ ਹੋਣਾ ਜਿਹੜਾ ਹੈਗਾ, ਇਹ ਮਨ ਦਾ ਭਟਕਣਾ ਜਿਹੜਾ ਹੈਗਾ, ਵਿਚਾਰ ਮੁਕਤ ਅਵਸਥਾ ਜਿਹੜੀ ਹੈਗੀ ਆ, ਇਹ ਪੂਰੇ ਗੁਰੂ ਤੋਂ ਮਿਲਦੀ ਆ ਪਾਏ। ਗੁਰ ਪੂਰੇ ਤੇ ਪਾਇਆ, ਨਾਨਕ ਸੁਖ ਵਿਸਰਾਮ। ਇਹ ਹਰ ਕੀ ਟਹਿਲ ਜਿਹੜੀ ਹੈਗੀ, ਇਹ ਪੂਰੇ ਗੁਰੂ ਨੇ ਦੱਸੀ ਹੈ ਪਾਏ। ਪਰਮੇਸ਼ਰ ਦਾ ਨਾਮ ਜਪਣਾ, ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਗੁਰ ਪੂਰੇ ਤੇ ਪਾਇਆ, ਨਾਨਕ ਸੁਖ ਵਿਸਰਾਮ। ਹਾਂਜੀ ਵੀਰ ਜੀ। ਪੌੜੀ ਅਮਾਵਸ ਆਤਮ ਸੁਖੀ ਭਏ, ਸੰਤੋਖ ਦਿਆ ਗੁਰਦੇਵ। ਗੁਰਦੇਵ ਨੇ ਦੇਖ ਲਓ ਗੁਰੂ ਦੀ ਮੱਤ ਜਿਹੜੀ ਹੈਗੀ, ਬ੍ਰਹਮ ਗਿਆਨੀ ਦਾ ਗਿਆਨ ਦੇ ਦਿੱਤਾ। ਸਭ ਤੋਂ ਵੱਡਾ ਗੁਰਦੇਵ ਤਾਂ ਪਰਮਾਤਮਾ ਹੈਗਾ। ਜੇ ਆਪਾਂ ਮਾਲਕ ਵੱਲ ਨੂੰ ਜਾਣਾ ਚਾਹੁੰਦੇ ਆ ਤੇ ਸੱਚੇ ਦਿਲੋਂ ਜਾਣਾ ਚਾਹੁੰਦੇ ਆ, ਤੇ ਮਾਲਕ ਜਿਹੜਾ ਹੈ ਥੋੜਾ ਵੀ ਸਮਾਂ ਨਹੀਂ ਲਗਾਉਂਦਾ ਪਾਏ, ਸੰਗਤ ਬਖਸ਼ ਦਿੰਦਾ ਹੈ, ਜਿਹੜੀ ਬ੍ਰਹਮ ਗਿਆਨ ਦੇ ਦਿੰਦਾ ਹੈ। ਅਮਾਵਸ ਆਤਮ ਸੁਖੀ ਭਏ, ਸੰਤੋਖ ਦਿਆ ਗੁਰਦੇਵ। ਮਨ ਤਨ ਸੀਤਲ ਸ਼ਾਂਤ, ਸਹਿਜ ਲਾਗਾ ਪ੍ਰਭ ਕੀ ਸੇਵ। ਮਨ ਔਰ ਤਨ शीतल ठंडे ठार हो जाएंगे, शांति आ जाएगी। और आही है परमात्मा की सेव च इंसान जिहड़ा हैगा उस वेले परमात्मा की सेव दे विच लग जाता है। परमात्मा की सेव दे विच ध्यान सिमरन दे विच लग गया ते इहदे नाल जिहड़ा हैगा इमीडिएटली जिहड़ा हैगा अपने अंदर परिवर्तन आना चाहिए है। शांति जिहड़ी है, खुशी खेड़ा अपने अंदर आनंद आना चाहिए है। नहीं पता लगता तो 9 दिन बाद तो जरूर ही पता लगेगा, क्योंकि वो जिहड़ा हैगा आपां ने देखिया व्रत जिहड़ा हैगा महाराज ने
ਤੀਸਰੀ ਪਾਤਸ਼ਾਹੀ ਨੇ ਜਿਹੜਾ ਹੈਗਾ ਉਹ ਆਪਾਂ ਨੇ ਉਹ ਵਾਰ ਲਈ ਸੀਗੀ, ਆਪਾਂ ਨੇ ਸਾਰੰਗ ਦੀ ਵਾਰ, ਉਹਦੇ ਵਿੱਚ ਜਿਹੜਾ ਹੈਗਾ 9ਵਾਂ ਪਤਲਾ 8ਵੀਂ ਜਿਹੜੀ ਹੈਗੀ ਪੌੜੀ ਦੇ ਵਿੱਚ ਵਰਤ ਦੇ ਬਾਰੇ ਦੱਸਿਆ ਸੀ। ਕਹਿੰਦੇ 9ਵੇਂ ਦਿਨ 'ਚ ਤੇਰੇ ਅੰਦਰ ਚੇਂਜਸ ਆਉਣੇ ਹੀ ਚਾਹੀਦੇ, ਲਾਜ਼ਮੀ ਤੈਨੂੰ ਪਤਾ ਲੱਗੇਗਾ। ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਇਹਨਾਂ ਨੇ ਨਾ ਅਮਾਵਸ ਦੀ ਰਾਤ ਦਾ ਜ਼ਿਕਰ ਕੀਤਾ ਹੈ। ਉਹਦਾ ਕਾਰਨ ਪਤਾ ਕਿ ਆਤਮਾ ਨੂੰ ਦੱਸਿਆ। ਹਾਂ, ਇਸ ਚੀਜ਼ ਨੂੰ ਸਮਝਾਈਦਾ ਹੈ ਨਾ। ਬਿਲਕੁਲ। ਹੁਣ ਤੁਸੀਂ ਦੇਖਿਆ ਹੁੰਦਾ ਹੈ ਕਿ ਉਦੋਂ ਕਾਲਕ ਸਭ ਤੋਂ ਜ਼ਿਆਦਾ ਹੁੰਦੀ। ਹਾਂਜੀ, ਇੱਕ ਇਸ ਤਰ੍ਹਾਂ ਨਾ ਜਿੱਦਾਂ ਛੋਟੇ ਬੱਚੇ ਨੂੰ ਤੁਹਾਨੂੰ ਵੀ ਸਮਝਾਉਂਦਾ ਜਾਂ ਬਾਣੀ ਤੁਹਾਨੂੰ ਸਮਝਾਉਂਦੀ ਹੈ ਜਾਂ ਨਿੱਜਰ ਸਾਹਿਬ ਸਮਝਾਉਂਦੇ ਆ, ਛੋਟੀ ਚੀਜ਼ ਦਾ ਉਦਾਹਰਨ ਦੇਣਾ ਜਿਹੜੀ ਚੀਜ਼ ਨੂੰ ਸਮਝ ਜਾਵੇ ਆਮ ਸਧਾਰਨ ਬੰਦੀ। ਹੁਣ ਆਤਮਾ ਕਹੀਏ ਤੁਹਾਨੂੰ ਪਤਾ ਨਹੀਂ ਲੱਗਣਾ। ਉਹਨਾਂ ਨੇ ਕਿਹਾ ਕਿ ਏਦਾਂ ਕਰੋ, ਅਮਾਵਸ ਦੀ ਰਾਤ ਨੂੰ ਵਰਤ ਲਓ, ਜਿਹੜੀ ਆਮ ਸਧਾਰਨ ਬੁੱਧੀ ਨੂੰ ਕੈਚ ਕਰੇ, ਗੱਲ ਨੂੰ ਸਮਝੇ। ਅਮਾਵਸ ਦਾ ਮਤਲਬ ਨਿਰਵਿਚਾਰ ਅਵਸਥਾ। ਜਦੋਂ ਤੁਹਾਡੀ ਸੁਰਤੀ ਆਤਮਾ ਤੱਤ 'ਚ ਸਥਿਰ ਹੋ ਗਈ, ਤੁਸੀਂ ਵੇਖੋ ਇੱਕਦਮ ਤੁਸੀਂ ਕਾਲੇ ਇੱਕ ਮੰਡਲ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਕੀ ਕਹਿੰਦੇ ਨੇ ਜੀ ਸਾਹਿਬ, ਤੁਸੀਂ ਕਿਹਾ ਕੁਝ? ਨਹੀਂ, ਬਸ ਬਿਲਕੁਲ ਸਹੀ ਹੈ ਜੀ, ਬਹੁਤ ਵਧੀਆ। ਮੈਂ ਤਾਂ ਇਹ ਕਿਹਾ ਸੀਗਾ ਵੀ ਅਮਾਵਸ ਜਿਹੜਾ ਹੈਗਾ, ਅਮਾਵਸ ਨੂੰ ਜਿਹੜਾ ਹੈਗਾ ਪੂਰਾ ਹਨੇਰਾ ਹੁੰਦਾ ਹੈ। ਹਾਂ, ਉਹਦਾ ਮਤਲਬ ਇਹੋ ਹੀ ਹੈ ਕਿ ਅਮਾਵਸ ਦੀ ਰਾਤ ਨੂੰ ਜਿੱਦਾਂ ਹਨੇਰਾ ਹੋ ਜਾਂਦਾ ਹੈ, ਉਸੇ ਹੀ ਤਰ੍ਹਾਂ ਜਦੋਂ ਤੇਰੇ ਅੰਦਰ ਬਿਲਕੁਲ ਸ਼ਾਂਤ ਹੋ ਗਿਆ, ਵਿਚਾਰਾਂ ਤੋਂ ਮੁਕਤ ਹੋ ਗਿਆ, ਉਹ ਕਾਲਾ ਜਿਹਾ ਹਨੇਰਾ ਤੈਨੂੰ ਦਿਖਣਾ ਹੈ ਤੇਰੇ ਆਪਣੇ ਅੰਦਰ, ਬਿਲਕੁਲ ਕਾਲਾ। ਜਦੋਂ ਉਹਦੇ ਨਾਲ ਤੇਰਾ ਤੇ ਉਹਦਾ ਚ ਕੋਈ ਭੇਦ ਨਹੀਂ ਰਹਿ ਜਾਣਾ, ਇੱਕ ਮਿਕ ਹੋ ਜਾਣਾ ਹੈ। ਬੂੰਦ ਸਾਗਰ ਚ ਗਈ, ਸਾਗਰ ਦਾ ਰੂਪ ਹੋ ਗਈ। ਸਾਗਰ ਕਿਰਨ ਮਿਲੀ। ਹਾਂ, ਸੂਰਜ ਕਿਰਨ ਮਿਲੇ, ਸੂਰਜ ਕਿਰਨ ਮਿਲੇ। ਹਾਂ, ਸਾਗਰ ਕਿਰਨ ਮਿਲੇ ਨਹੀਂ, ਸੂਰਜ ਕਿਰਨ ਮਿਲੇ। ਹਾਂ, ਸੂਰਜ ਕਿਰਨ ਮਿਲੇ। ਹਾਂ, ਸੂਰਜ ਕਿਰਨ ਮਿਲੇ। जल का जल हुआ राम, ज्योति ज्योत मिली, संपूर्ण थी आराम। हाँ, ज्योति ज्योत रही। वो कहते हैं कि दो ज्योतियां कितना करना। पहला तो उन्होंने कहा कि सूरज किरण मिले, जो सूरज की किरण सूरज समा जाए, ਉਹਦੇ ਚ ਕੋਈ ਭੇਦ ਨਹੀਂ ਰਹਿ ਗਿਆ, ਇੱਕ ਹੋ ਗਏ। ਜਲ ਦੀ ਬੂੰਦ ਜਿਹੜੀ ਉਹ ਸਾਗਰ ਚ ਚਲ ਗਈ, ਉਹ ਵੀ ਹੋ ਗਈ, ਇੱਕ ਰੂਪ ਹੋ ਗਿਆ। ਤਿੰਨ ਚੀਜ਼ਾਂ ਨਾਲ ਸਮਝਾਇਆ। ਫਿਰ ਕਹਿੰਦੇ ਜੋਤੀ ਜੋਤ ਰਲੀ। ਰੋਲੀ ਦਾ ਮਤਲਬ ਦੋ ਦੀਪਕ ਇਕੱਠੇ ਲਿਆਂਦੇ, ਦੋਨੋਂ ਦੀਪਕਾਂ ਦੀ ਜਦੋਂ ਜੋਤੀ ਰਲ ਜਾਂਦੀ ਆ, ਉਹ ਤਾਂ ਭੇਦ ਨਹੀਂ ਦੱਸ ਸਕਦੇ ਸੀ, ਇੱਕੋ ਹੋ ਜਾਣਾ ਉਹਨਾਂ ਨੇ। ਉਸੇ ਹੀ ਤਰ੍ਹਾਂ ਇਹ ਬਾਣੀ ਸਾਨੂੰ ਇਹ ਸਮਝਾ ਰਹੀ ਹੈ, ਇੱਥੇ ਇਹ ਸਮਝਾਉਣਾ ਕਰ ਰਿਹਾ ਕਿ ਅਮਾਵਸ ਦੀ ਰਾਤ ਵਿੱਚ ਜਿੱਦਾਂ ਕਾਲਾ ਹਨੇਰਾ ਹੁੰਦਾ ਹੈ, ਉਸੇ ਤਰ੍ਹਾਂ ਹੀ ਜਦੋਂ ਤੇਰਾ ਪ੍ਰਵੇਸ਼ ਨਿਰਵਿਚਾਰ ਹੋ ਕੇ ਤੇਰੀ ਆਤਮਾ ਦੇ ਵਿੱਚ ਹੋ ਗਿਆ, ਔਰ ਤੇਰਾ ਵੀ ਉਹੀ ਹਿਸਾਬ ਹੋ ਜਾਣਾ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਹਾਂ, ਉਹ ਬਿਲਕੁਲ ਉੱਥੇ ਪਹੁੰਚ ਗਏ ਨੇ। ਨੁਕਤੇ ਦੀ ਗੱਲ ਕਰ ਰਹੇ ਨੇ। ਜਦੋਂ ਵੀ ਤੁਹਾਡਾ ਆਤਮਾ ਤੱਤ ਚ ਪ੍ਰਵੇਸ਼ ਹੋ ਗਿਆ, ਉਹ ਇੱਕ ਅਚਲ ਮੂਰਤ ਹੈ, ਗਤੀਹੀਨ ਸ਼ਕਤੀ ਹੈ। ਉੱਥੇ ਕੋਈ ਮੂਰਤੀ ਨਹੀਂ ਬਣੀ, ਉਹੀ ਪਰਮਾਤਮਾ, ਨਿਰਗੁਣ ਬ੍ਰਹਮ। ਪਰ ਉਸ ਬ੍ਰਹਮ ਨੂੰ ਤੁਹਾਨੂੰ ਕੋਈ ਦਿਖਾ ਨਹੀਂ ਸਕਦਾ, ਪਰ ਤੁਸੀਂ ਖੁਦ ਦੇਖ ਸਕਦੇ ਹੋ। ਇੰਨਾ ਆਸਾਨ, ਤੁਹਾਡੇ ਤੇ ਉਹਦੇ ਵਿੱਚ ਕੋਈ ਭੇਦ ਨਹੀਂ ਹੈ। ਕੋਈ ਪਰਮਾਤਮਾ ਮੇਰੇ ਵਾਂਗੂ ਜਾਂ ਨਿੱਜਰ ਸਾਹਿਬ ਵਾਂਗੂ ਬੋਲਣ ਵਾਲਾ ਬੰਦਾ ਨਹੀਂ ਹੈਗਾ, ਤੇ ਨਾ ਹੀ ਕਿਤੇ ਬੈਠਾ ਜਿੱਦਾਂ ਲੋਕੀ ਕਲਪਨਾ ਕਰ ਦਿੰਦੇ ਨਾ। ਉਹ ਸਮ ਦ੍ਰਿਸ਼ਟੀ ਨਹੀਂ ਹੈ, ਸਮ ਦ੍ਰਿਸ਼ਟੀ ਨਹੀਂ ਹੈਗੀ, ਉਹਨਾਂ ਦੀ ਮਿਥਿਆ ਦ੍ਰਿਸ਼ਟੀ ਹੈ। ਉਹ ਕਲਪਨਾ ਕਰ ਦਿੰਦੇ ਨੇ, ਔਰ ਜਿੱਦਾਂ ਦੀ ਅਸੀਂ ਕਲਪਨਾ ਕਰਦੇ ਹਾਂ, ਸਾਡਾ ਮਨ ਫਿਰ ਉਸ ਚੀਜ਼ ਨੂੰ ਅਡੋਪਟ ਕਰ ਲੈਂਦਾ, ਉਸ ਚੀਜ਼ ਨੂੰ ਛੱਡਦਾ ਨਹੀਂ ਉਹ। ਫਿਰ ਹੁਣ ਤੁਸੀਂ ਜਿਹੜੀ ਵੀ ਕਲਪਨਾ ਕਰ ਲਈ ਹੈ, ਪਰ ਪ੍ਰੋਬਲਮ ਤੇ ਹੈ ਕਿ ਜਿਹੜੀ ਕਲਪਨਾ ਹੈ ਉਹਦੇ ਨਾਲ ਸਾਡਾ ਜੀਵਨ ਉੱਚਾ ਨਹੀਂ ਹੁੰਦਾ। ਉਹ ਚੀਜ਼ ਨੇ ਅਸਰ ਹੀ ਨਹੀਂ ਕਰਨਾ, ਉਹ ਸਾਡੇ ਜੀਵਨ 'ਚ ਕੋਈ ਬਦਲਾਵ ਨਹੀਂ ਆਉਣਾ, ਕਿਉਂਕਿ ਅਸੀਂ ਗਲਤ ਜਗ੍ਹਾ ਚੱਲ ਗਏ। ਆਪਾਂ ਇੱਕ ਐਸੀ ਦਿਸ਼ਾ ਦੇ ਵੱਲ ਕਰ ਰਹੇ ਹਾਂ, ਮੰਜ਼ਿਲ ਕਿਸੇ ਹੋਰ ਸਾਈਡ ਤੇ ਹੈ, ਤਾਂ ਆਪਾਂ ਤੁਰੇ ਕਿਸੇ ਹੋਰ ਸਾਈਡ ਦੇ ਹਾਂ। ਕਿੰਨਾ ਵੀ ਤੁਰੀ ਜਾਓ, ਕਿੱਥੋਂ ਪਹੁੰਚੋਗੇ ਤੁਸੀਂ? ਉਹਦਾ ਦੂਰ ਹੋਈ ਜਾਣਾ। ਔਰ ਹੁਣ ਜਿੱਦਾਂ ਮਤਲਬ ਕਿ ਮੈਨੂੰ ਕਿਸੇ ਨੇ ਕਹਿਤਾ ਕਿ ਚਰਨਜੀਤ ਇਹ ਦਰਬਾਰ ਸਾਹਿਬ, ਇੱਕ ਕੋਈ ਚੀਜ਼ ਦਿਖਾਤੀ, ਕਹਿੰਦਾ ਆਹ ਦਰਬਾਰ ਸਾਹਿਬ, ਤੇ ਮੈਂ ਮੰਨ ਲਿਆ, ਮੈਂ ਉੱਥੇ ਬਹਿ ਗਿਆ। ਪਰ ਜੇ ਮੈਂ ਸਿਆਣਾ ਹੁੰਦਾ, ਮੈਂ ਥੋੜਾ ਜਿਹਾ ਬੁੱਧੀ ਰੱਖਦਾ, ਉਹ ਰਿਸ਼ ਵਾਂਗੂ ਡੰਡਾ ਲੈ ਕੇ ਜਾਂਦਾ ਉੱਥੇ, ਮੈਂ ਲੋਕਾਂ ਨੂੰ ਪੁੱਛਦਾ ਇਹ ਦਰਬਾਰ ਸਾਹਿਬ ਹੈਗਾ। ਫਿਰ ਉਹਨਾਂ ਨੇ ਕਹਿਣਾ ਸੀ ਕਿ ਦਰਬਾਰ ਸਾਹਿਬ ਦੇ 4 ਦਰਵਾਜ਼ੇ ਨੇ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਉਹਨਾਂ ਨੇ ਕਿਹਾ ਵਾ ਕਿ ਮੈਨੂੰ, ਮੈਂ ਗਿਆ ਨਹੀਂ ਆ, ਪਰ ਮੈਨੂੰ ਕਿਹਾ ਵਾ ਕਿ ਨਿੱਜਰ ਸਾਹਿਬ ਨੇ, ਚਰਨਜੀਤ ਵੀ ਇਹ ਗੱਲ ਸੁਣ, ਮੇਰੀ ਦਰਸ਼ਨੀ ਜਿਹੜੀ ਹੈਗੀ ਉਹ ਲਾਗੇ ਬੇਰੀ ਹੋਗੀ, ਉੱਥੇ ਪ੍ਰਸ਼ਾਦ ਮਿਲਦਾ ਵਾ, ਸ਼ਬਦ ਬ੍ਰਹਮ ਦਾ ਮੈਂ ਇਸਤੇਮਾਲ ਕਰਨਾ ਵਾ।
ਇੱਕ ਗੱਲ ਯਾਦ ਰੱਖੀ, ਸਾਹਮਣੇ ਅਕਾਲ ਤਖਤ ਦਾ ਗੁਰਦੁਆਰਾ ਹੈਗਾ। ਨਕਸ਼ੇ ਮੈਨੂੰ ਰੋਡ ਮੈਪ ਤੇ ਦੋਗੇ ਨਾ, ਮੈਨੂੰ ਕੰਪੇਅਰਿਜ਼ਮ ਕਰਨ ਲਈ ਤੁਸੀਂ ਗਿਆਨ ਤੇ ਦੋਗੇ ਨਾ ਮੈਨੂੰ। ਬਿਲਕੁਲ। ਬਾਣੀ ਤਾਂ ਆਪਾਂ ਨੂੰ ਦੱਸਣ ਦੀ ਆ ਕਿ ਤੂੰ ਬੇਵਕੂਫੀ ਨਹੀਂ ਕਰਨੀ ਚਰਨਜੀਤ, ਤੈਨੂੰ ਅਸੀਂ ਸ਼ਬਦ ਬ੍ਰਹਮ ਨਾਲ ਪੂਰਾ ਐਕਸਪਲੇਨ ਕਰਾਂਗੇ ਔਰ ਤੂੰ ਉਹ ਜਿਹੜੀਆਂ ਚੀਜ਼ਾਂ ਤੇ ਫਿਲ ਕਰਨੀਆਂ ਜਾ ਕੇ ਤੂੰ ਚੈੱਕ ਕਰੀ ਕਿਤੇ ਉਹਨੇ ਗਲਤ ਜਗ੍ਹਾ ਤੇ ਬਹਿ ਜੀ। ਤੇ ਉਹ ਭਰਮ ਨੂੰ ਤੋੜਾਂਗੇ ਕਿੱਦਾਂ? ਬਾਣੀ ਨੇ ਤੋੜਨਾ। ਔਰ ਅਸੀਂ ਬਾਣੀ ਸੁਣਾਂਗੇ ਨਹੀਂ, ਅਸੀਂ ਆਪਣੀ ਛੋਟੀ ਮੱਤ ਵਰਤਾਂਗੇ। ਅਸੀਂ ਬੁਖਾਰ ਤੇ ਸਾਨੂੰ ਚੜਿਆ ਤੇ ਅਸੀਂ ਸਾਡੀਆਂ ਤੇ ਉਹ ਇੰਦਰੀਆਂ ਜਦਾਮੀ ਨਹੀਂ ਹੈਗਾ ਉਹਨੂੰ ਸੱਚ ਨੂੰ ਪੜ੍ਹਨ ਦਾ। ਸਾਨੂੰ ਗ੍ਰੰਥ ਸਾਹਿਬ ਤੇ ਹੈਗਾ ਨਾ ਸਾਡੇ ਕੋਲ ਨਜਰ ਸਾਹਿਬ। ਬਿਲਕੁਲ ਸਹੀ ਗੱਲ ਆ। ਆਓ ਆਦੀ ਵਿਆਦੀ ਤੇ ਉਹ ਜਿਹੜੇ ਬੁਖਾਰ ਆ ਉਹ ਸਾਨੂੰ ਚੜੇ ਨੇ। ਤੇ ਪਰ ਗ੍ਰੰਥ ਸਾਹਿਬ ਨਾਲ ਸਾਨੂੰ ਦੱਸਦਾ ਵੀ ਹੈ ਕਿ ਚਰਨਜੀਤ ਕਿਉਂਕਿ ਜਿਹੜੀ ਚੀਜ਼ਾਂ ਤੂੰ ਵੇਖਣਾ ਪਿਆ ਤੇਰੀਆਂ ਅੱਖਾਂ 'ਚ ਮੋਤੀਆ ਪੈਂਦੇ ਆ, ਇਸ ਕਰਕੇ ਤੈਨੂੰ ਚੀਜ਼ਾਂ ਕਲੀਅਰ ਨਹੀਂ ਦਿਖਾਈ ਦੇ ਰਹੀਆਂ। ਤੈਨੂੰ ਇਲਾਜ ਕਰਾਉਣਾ ਪੈਣਾ ਵਾ। ਜਦੋਂ ਤੇਰਾ ਇਲਾਜ ਹੋ ਜਾਊਗਾ ਤੈਨੂੰ ਜਿਹੜੀ ਆ ਕੰਮ ਦ੍ਰਿਸ਼ਟੀ ਮਿਲੇਗੀ ਔਰ ਤੂੰ ਜੈਸੇ ਨੂੰ ਤੈਸੇ ਰੂਪ 'ਚ ਵੇਖੇਂਗਾ, ਸਹੀ ਨੂੰ ਸਹੀ ਦੇ ਰੂਪ 'ਚ ਵੇਖੇਂਗਾ ਤੇ ਗਲਤ ਨੂੰ ਗਲਤ ਰੂਪ 'ਚ ਵੇਖੇਂਗਾ। ਇਹੋ ਹੀ ਜੀਵਨ ਦੀ ਪ੍ਰਾਪਤੀ, ਹੋਰ ਆਪਾਂ ਕੁਛ ਨਹੀਂ ਲੈਣਾ। ਕਿਉਂਕਿ ਤੇਰਾ ਹਾਲ ਇਹੀ ਜਿਹੜਾ ਕਰਮ ਕਰਦੇ ਸਾਨੂੰ ਪਤਾ ਹੀ ਨਹੀਂ ਹੈ ਸਹੀ ਕਿਹੜਾ ਤੇ ਗਲਤ ਕਿਹੜਾ। ਕਿਉਂ ਨਹੀਂ ਕਰ ਪਾ ਰਹੇ? ਕਿਉਂਕਿ ਸਾਡੇ ਕੋਲ ਮਿੱਥਿਆ ਦ੍ਰਿਸ਼ਟੀ ਨਹੀਂ ਹੈਗੀ। ਜੀ ਸਭ ਹੁਣ ਮੈਂ ਖੱਡੇ 'ਚ ਗੱਡੀ ਮਾਰ ਰਿਹਾ, ਮੈਨੂੰ ਦਿਖਦਾ ਹੀ ਨਹੀਂ ਪਿਆ ਖੱਡਾ ਹੈਗਾ ਕਿਉਂਕਿ ਅਗਿਆਨ ਹੈ, ਅਵਿਦਿਆ ਹੈ। ਪਰ ਜਦੋਂ ਮੈਨੂੰ ਗਿਆਨ ਹੋ ਗਿਆ ਇਹ ਤੇ ਮੇਰੀ ਚੀਜ਼ ਟੁੱਟ ਜਾਣੀ ਹੈ ਤੇ ਮੈਂ ਖੱਡੇ ਤੋਂ ਸਾਈਡ ਦੀ ਕੱਢ ਲਾਂ। ਇਹੋ ਹੀ ਹੈ ਗਿਆਨ। ਪਰ ਗੱਡੀ ਥੋੜੀ ਬੰਦ ਹੋ ਜਾਣੀ, ਜੀਵਨ ਚੱਲਦਾ ਹੀ ਰਹਿਣਾ ਵਾ। ਹਾਂਜੀ ਨਜਰ ਸਾਹਿਬ, ਆਪਣੇ ਕੋਲ ਜਿਹੜੀ ਹੈ ਸੱਚ ਨੂੰ ਪਰਖਣ ਵਾਲੀ ਜਿਹੜੀ ਹੈਗੀ ਉਹ ਦ੍ਰਿਸ਼ਟੀ ਨਹੀਂ ਹੈਗੀ, ਮਿੱਥਿਆ ਦ੍ਰਿਸ਼ਟੀ ਤਾਂ ਹੈਗੀ ਆਪਣੇ ਕੋਲ। ਹਾਂ, ਇਸ ਕਰਕੇ ਅਸੀਂ ਉਹ ਸੱਚ ਨੂੰ ਵੇਖ ਨਹੀਂ ਪਾ ਰਹੇ। ਔਰ ਫਿਰ ਉਹ ਬਾਣੀ ਦੇ ਵਿੱਚ ਲਿਖਿਆ ਵਾ ਕਿ ਤੁਸੀਂ ਦਰਬਾਰ ਸਾਹਿਬ ਜਾਣਾ ਵਾ, ਉੱਥੇ ਵੇਖਣਾ ਗੁੰਗੇ, ਉੱਥੇ ਗੁੰਗੇ ਹੈਗੇ ਦੋ। ਉੱਥੇ ਉਹ ਕੀ ਕਹਿੰਦੇ ਜਿਹੜੇ ਲੰਗਰ ਹਾਲ ਦੇ ਲਾਗੇ ਪਿਲਰ ਬਣੇ। ਹਾਂਜੀ, ਗੁੰਗੇ ਹੀ ਕਹਿੰਦੇ ਆ ਸ਼ਾਇਦ ਮੇਰੇ ਖਿਆਲ। ਹਾਂ, ਉੱਥੇ ਉਹ ਕੀ ਕਹਿੰਦੇ ਆ ਕਿ ਉਹ ਉੱਥੇ ਜਾ ਕੇ ਜਿਹੜਾ ਬਾਣੀ 'ਚ ਤੈਨੂੰ ਇੰਸਟਰਕਸ਼ਨ ਮਿਲੀ ਆ, ਤੂੰ ਬ੍ਰਹਮ ਗਿਆਨੀ ਤੋਂ ਬਣ ਜਾ ਰਿਹਾ। ਉਹ ਆ ਤੁਹਾਨੂੰ ਉਹੀ ਦੱਸਣ ਦੇ ਨੇ। ਉਹ ਕਹਿੰਦੇ ਆ ਤੂੰ ਦਰਬਾਰ ਸਾਹਿਬ ਨਹੀਂ ਗਿਆ, ਮੈਨੂੰ ਪਤਾ ਨਹੀਂ ਗਿਆ, ਪਰ ਕਮ ਸੇ ਕਮ ਚਰਨਜੀਤ ਤੈਨੂੰ ਨਕਸ਼ੇ ਦਿੱਤੇ ਨੇ, ਤੇਰੇ ਜੀਵਨ 'ਚ ਉਚਾਈ ਹੋਣੀ ਚਾਹੀਦੀ ਆ। ਇਹ ਗੁੰਗੇ ਨੇ, ਉਹ ਦੱਸਦੇ ਨੇ ਸਾਹਮਣੇ ਤਖਤ ਸਾਹਿਬ ਆਇਆ, ਉਸ ਤੋਂ ਬਾਅਦ ਲੰਗਰ ਕਿੱਥੋਂ ਮਿਲਦਾ ਵਾ, ਪ੍ਰਸ਼ਾਦ ਕਿੱਥੋਂ ਮਿਲਦਾ ਵਾ, ਇੰਨਾ ਦੂਰ ਜਾਏਗਾ ਤੇ ਤੈਨੂੰ ਆ ਮਿਲੂਗਾ। ਇੱਕ ਜਿੱਦਾਂ ਗਾਈਡੈਂਸ ਸ਼ਬਦ ਬ੍ਰਹਮ ਤੈਨੂੰ ਪ੍ਰਮਾਣ ਦੇ ਤੌਰ ਤੇ ਸਾਡੇ ਬਜ਼ੁਰਗ ਦੇ ਕੇ ਗਏ ਨੇ। ਔਰ ਉਹ ਹੁਣ ਅਗਲੇ ਬੰਨੇ ਕਹਿਣਗੇ ਕਿ ਜਦੋਂ ਤੇਰੀ ਸੁਰਤੀ ਆਤਮਾ 'ਚ ਠਹਿਰ ਗਈ, ਜਿੱਥੇ ਅਮਾਵਸ ਦੀ ਰਾਤ ਹੈਗੀ, ਫਿਰ ਕੀ ਹੋਊਗਾ ਹੁਣ ਬਾਣੀ 'ਚ ਦੱਸਣਗੇ। ਔਰ ਉਹਨੂੰ ਵੈਰੀਫਾਈ ਐਂ ਕਰਨਾ ਹੈ ਨਜਰ ਸਾਹਿਬ। ਬਿਲਕੁਲ ਅਸੀਂ ਕਰਨਾ। ਹਾਂ, ਹੁਣ ਦੱਸੋ, ਹੁਣ ਅੱਗੇ ਬੋਲ। ਅਮਾਵਸ ਆਤਮ ਸੁਖੀ ਪਏ, ਤੇਰੀ ਆਤਮਾ ਜਿਹੜੀ ਸੁਖ ਹੋਣਾ ਚਾਹੀਦਾ ਤੇਰੇ ਅੰਦਰ। ਤੇਰਾ ਮਨ ਜਿਹੜਾ ਭਟਕ ਰਿਹਾ ਇਹਨੇ ਟਿਕਣਾ ਚਾਹੀਦਾ ਹੈ। ਸੰਤੋਖ ਦਿਆ ਗੁਰਦੇਵ, ਸੰਤੋਖ ਹੋਣਾ ਚਾਹੀਦਾ ਹੈ ਤੇਰੇ ਅੰਦਰ। ਆਹ ਹੈਗਾ ਭਾਈ ਇਹ ਸਹੀ ਰਸਤੇ ਤੇ ਸਹੀ ਜਿਹੜੇ ਪੂਰਨ ਗੁਰੂ ਦੇ ਲੜ ਲੱਗੇਗਾ ਤੇ ਆਹ ਚੀਜ਼ ਤੇਰੇ ਅੰਦਰ ਚੇਂਜ ਹੋਣਾ ਚਾਹੀਦਾ ਹੈ। ਮਨ ਤਨ ਸੀਤਲ, ਹਾਂਜੀ ਮਨ ਤਨ ਸੀਤਲ ਸ਼ਾਂਤ, ਤੇ ਤੇਰਾ ਆਹ ਤੇਰੇ ਅੰਦਰ ਆਉਣੀ ਚਾਹੀਦੀ ਹੈ ਭਾਈ। ਮਨ ਔਰ ਤਨ ਸੀਤਲ ਹੋਣਾ ਚਾਹੀਦਾ, ਸ਼ਾਂਤੀ ਆਉਣੀ ਚਾਹੀਦੀ ਆ, ਸਹਿਜ ਅਵਸਥਾ ਹੋਣੀ ਚਾਹੀਦੀ ਹੈ। ਲਾਗਾ ਪ੍ਰਭ ਕੀ ਸੇਵ, ਜੇ ਤੂੰ ਪ੍ਰਮਾਤਮਾ ਦੀ ਸੇਵਾ ਦੇ ਵਿੱਚ ਲੱਗਿਆ ਹੈ ਤਾਂ। ਹਾਂਜੀ ਬਿਲਕੁਲ ਸਹੀ ਗੱਲ। ਉਹ ਕਹਿੰਦੇ ਆ ਕਿ ਜਦੋਂ ਤੂੰ ਦਰਬਾਰ ਸਾਹਿਬ ਦੇ ਅੰਦਰ ਵੜੇਗਾ, ਜਿੱਥੇ ਜੁੱਤੀਆਂ ਲਾਈਆਂ, ਬਿਲਕੁਲ ਆਊਟਸਾਈਡ ਤੋਂ ਅੰਦਰ ਐਂਟਰੀ ਮਾਰੀ ਆ, ਪ੍ਰਮਾਤਮਾ ਦੇ ਘਰ 'ਚ ਐਂਟਰੀ ਮਾਰੀ ਆ, ਦੋ ਚੀਜ਼ਾਂ ਤੈਨੂੰ ਫਟਕ ਦੀ ਮਿਲਣੀਆਂ ਨੇ। ਮਨ ਤੇ ਤਨ ਸੀਤਲ ਹੋ ਜਾਣਾ ਤੇਰਾ। ਤੈਨੂੰ ਦੱਸਣ ਦੇ ਆ ਕਿ ਜੇ ਸੱਚੀ ਤੈਨੂੰ ਆਤਮਾ ਦੇ ਦਰਸ਼ਨ ਹੋ ਰਹੇ ਆ, ਤੇਰੀ ਸੁਰਤੀ ਆਤਮਾ 'ਚ ਜਾ ਰਹੀ ਆ, ਜਿਹੜੀ ਆਤਮਾ ਅਮਾਵਸ ਵਾਲੀ ਬਿਲਕੁਲ ਕਾਲੀ, ਔਰ ਤੇਰਾ ਮਨ ਸ਼ਾਂਤ ਹੋ ਗਿਆ, ਉੱਥੇ ਖਲੋ ਗਿਆ, ਤੇ ਫਟਕ ਦੀ ਤੈਨੂੰ ਦੋ ਚੀਜ਼ਾਂ ਪ੍ਰਾਪਤ ਹੋਣਗੀਆਂ। ਇੱਕ ਤੇਰਾ ਮਨ ਸ਼ਾਂਤ ਹੋ ਜਾਊਗਾ ਤੇ ਤੇਰਾ ਤਨ ਵੀ ਸ਼ਾਂਤ ਹੋ ਜਾਏਗਾ। ਹਾਂਜੀ, ਔਰ ਸ਼ਾਂਤੀ ਸਹਿਜ ਲਾਗਾ ਪ੍ਰਭ ਕੀ ਸੇਵ, ਔਰ ਤੇਰੀ ਜਿਹੜੀ ਸੁਰਤੀ ਸ਼ਾਂਤ ਹੋ ਕੇ ਆਤਮਾ ਤੱਤ ਦੇ ਵਿੱਚ ਲੱਗ ਜਾਏਗੀ, ਉੱਥੇ ਸਥਿਰ ਹੋ ਜਾਏਗੀ। ਹਾਂਜੀ, ਟੂਟੇ ਬੰਧਨ ਬਹੁ ਵਿਕਾਰ, ਸਫਲ ਪੂਰਨ ਤਾਂ ਕੇ ਕਾਮ। ਕਹਿੰਦੇ ਮਾਇਆ ਦੇ ਬੰਧਨ ਟੁੱਟਣੇ ਚਾਹੀਦੇ ਆ ਭਾਈ। ਇਹ ਵਿਸ਼ੇ ਵਿਕਾਰ ਵੱਲੋਂ ਤੇਰੀ ਸੁਰਤੀ ਆਟੋਮੈਟਿਕਲੀ ਜਿਹੜੀ ਹੈਗੀ ਤੈਨੂੰ ਸੰਕੋਚ ਆ ਜਾਏਗਾ। ਤੇਰੇ ਅੰਦਰ ਸਾਹਮਣੇ ਤੇਰੇ ਸਾਰਾ ਕੁਝ ਹੈਗਾ,
ਵਿਸ਼ੇ ਵਿਕਾਰ ਭੋਗਣ ਦੀ ਸਾਰੀਆਂ ਸੁਵਿਧਾਵਾਂ ਹੈਗੀਆਂ ਤੇਰੇ ਅੱਗੇ, ਤੇ ਤੇਰਾ ਅੰਦਰੋਂ ਜਿਹੜਾ ਹੈਗਾ ਮਨ ਜਿਹੜਾ ਹੈਗਾ ਨਹੀਂ ਜਾਏਗਾ ਉਸ ਪਾਸੇ। ਟੂਟੇ ਬੰਧਨ ਬਹੁ ਵਿਕਾਰ, ਸਫਲ ਪੂਰਨ ਤਾਂ ਕੇ ਕਾਮ। ਆਇਆ ਪਾਏ ਸਫਲ ਆ, ਪੂਰਨ ਹੈਗੇ ਉਸ ਦੇ ਗੁਰਦੇਵ ਦੇ ਕੰਮ। ਦੁਰਮਤ ਮਿਟੀ ਹਉਮੈ ਛੁਟੀ, ਸਿਮਰਤ ਹਰ ਕੋ ਨਾਮ। ਆ ਜਿਹੜਾ ਹੈਗਾ ਪ੍ਰਭ ਕੀ ਸੇਵ ਜਿਹੜੀ ਹੈਗੀ ਉਹਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਜਦ ਲੱਗ ਗਿਆ, ਸਿਮਰਨ ਕਰਨ ਦੇ ਨਾਲ ਕਹਿੰਦੇ ਆ ਦੁਰਮਤ ਮਿਟੀ ਤੇ ਹਉਮੈ ਛੁੱਟੀ। ਦੁਰਮਤ ਮਿਟ ਜਾਂਦੀ ਆ, ਹਉਮੈ ਜਿਹੜੀ ਹੈਗੀ ਦੂਰ ਹੋ ਜਾਂਦੀ ਹੈ। ਹਾਂਜੀ ਵੀਰ। ਹਾਂਜੀ ਬਿਲਕੁਲ ਠੀਕ ਹੈ ਜੀ। ਪੁਆਇੰਟ ਦੀ ਗੱਲ ਕਰ ਰਹੇ ਨੇ, ਨੁਕਤੇ ਦੀ ਗੱਲ ਕਰ। ਕਹਿੰਦੇ ਤੂੰ ਦਰਬਾਰ ਸਾਹਿਬ ਚ ਆ ਗਿਆ, ਆਤਮਾ ਰੂਪੀ ਦਰਬਾਰ ਸਾਹਿਬ ਮੰਦਿਰ ਦੇ ਵਿੱਚ। ਸਭ ਤੋਂ ਪਹਿਲਾਂ ਤੇਰੀਆਂ ਜੁੱਤੀਆਂ ਤੈਨੂੰ ਲਾਉਣੀਆਂ ਪੈਣੀਆਂ, ਜਿਹੜੀਆਂ ਆ ਦਿੱਤੀਆਂ ਨੇ। ਟੂਟੇ ਬੰਧਨ ਬਹੁ ਵਿਕਾਰ, ਸਫਲ ਪੂਰਨ ਤਾਂ ਕੇ ਕੰਮ। ਤੇਰੇ ਬੰਧਨ ਜਿਹੜੇ ਵਿਕਾਰ ਨੇ ਉਹ ਜਿੱਦਾਂ ਜੁੱਤੀਆਂ ਨਹੀਂ ਦਰਬਾਰ ਸਾਹਿਬ ਚ ਲਵਾ ਲੈਂਦੇ ਨੇ, ਉਸ ਜੇ ਤੂੰ ਨਹੀਂ ਵੀ ਲਾਵੇਂਗਾ ਤੈਨੂੰ ਜੁੱਤੀਆਂ ਤੇ ਪਾ ਕੇ ਤੂੰ ਅੰਦਰ ਨਹੀਂ ਜਾ ਸਕਦਾ, ਉੱਥੇ ਲਵਾ ਲੈਂਦੇ ਨੇ ਬਿਲਕੁਲ ਜੁੱਤੀਆਂ। ਉਸੇ ਹੀ ਤਰ੍ਹਾਂ ਇਹ ਔਗਣ ਤੋਂ ਅਲੱਗ ਕਰ ਲੈ ਜਾਣ। ਬੰਧਨ ਦਾ ਮਤਲਬ ਤੂੰ ਡਾਕ ਕੇ ਵੀ ਉਹਨਾਂ ਨੂੰ ਰੱਖ ਨਹੀਂ ਸਕਦਾ। ਉਹਨਾਂ ਨੇ ਕਹਿਣਾ ਬਈ ਇੱਥੇ ਲਾ ਜਾ ਜੁੱਤੀ ਬੰਧਨਾਂ ਦੀ, ਕਿਉਂਕਿ ਤੂੰ ਇਕੱਲਾ ਜਾਏਗਾ। ਇਹ ਜਿਹੜੇ ਵਿਕਾਰ ਨੇ, ਪਿੱਛੇ ਵਿਕਾਰ ਨੇ, ਇੱਥੇ ਰਹਿ ਜਾਣਗੇ ਜਦੋਂ ਲੱਗ ਹੋ ਜਾਣਗੇ। ਜਿੱਦਾਂ ਜੁੱਤੀਆਂ ਲਾਤੀਆਂ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ, ਉਸੇ ਹੀ ਤਰ੍ਹਾਂ ਜਦੋਂ ਆਤਮਾ ਰੂਪੀ ਮੰਦਿਰ ਦੇ ਵਿੱਚ ਤੂੰ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰੇਗਾ ਔਰ ਤੇਰੇ ਇਹ ਜਿਹੜੇ ਵਿਕਾਰ ਨੇ ਜਿੱਦਾਂ ਜੁੱਤੀਆਂ ਲਾਉਣੀਆਂ ਪੈਂਦੀਆਂ ਨਾ, ਉਸੇ ਹੀ ਤਰ੍ਹਾਂ ਤੈਨੂੰ ਆਪਣੇ ਆਪ ਖੁਦ ਹੀ ਲਾ ਦੇਣੀਆਂ। ਦੇ ਵਿੱਚ ਤੈਨੂੰ ਕੋਈ ਇਤਰਾਜ਼ ਨਹੀਂ ਹੋਊਗਾ। ਤੂੰ ਖੁਸ਼ੀ ਨਾਲ ਲਾ ਕੇ ਸਾਈਡ ਤੇ ਜਮਾ ਕਰਾ ਦੇ ਕਿ ਨਹੀਂ ਚਾਹੀਦਾ, ਆਪਾਂ ਅੱਗੇ ਜਾਣਾ। ਹੁਣ ਅੱਗੇ ਚੱਲ ਪਿਆ ਤੇ ਤੇਰਾ ਇੰਨੀ ਗੱਲ ਕਰਨ ਦੇ ਨਾਲ ਜਿੱਥੇ ਵਿਕਾਰ ਦੂਰ ਹੋਏ ਤੇ ਸਫਲ ਪੂਰਨ ਤਾਂ ਕੇ ਕੰਮ। ਤੇਰੇ ਕਰਮ ਜਿਹੜੇ ਕਰਮ ਹੈ ਜਿਹੜਾ ਤੇਰਾ ਆਇਆ ਅੰਦਰ ਮੰਦਿਰ ਦੇ ਵਿੱਚ, ਤੇਰਾ ਪ੍ਰਵੇਸ਼ ਕਰਨਾ ਸਫਲ ਹੋ ਗਿਆ। ਕਿਉਂਕਿ ਬੰਦਾ ਲਾਉਂਦਾ ਨਹੀਂ ਨਾ ਨਿਜਰਸਾ ਜੁੱਤੀਆਂ। ਹਾਂ ਔਰ ਜਦ ਤੱਕ ਜੁੱਤੀਆਂ ਗਈਆਂ ਅੰਦਰ ਐਂਟਰੀ ਨਹੀਂ ਪੈਣ ਦੇਣੀ ਅਗਲਿਆਂ ਨੇ। ਉਹ ਤੇ ਕਿਤੇ ਸਿਰ ਵੀ ਢੱਕ ਗਿਆ। ਹਾਂਜੀ ਠੀਕ ਹੈ ਨਿਜਰਸਾ। ਦੁਰਮਤ ਮਿਟੀ ਹਉਮੈ ਛੁਟੀ, ਸਿਮਰਤ ਹਰ ਕੋ ਨਾਮ। ਭੈੜੀ ਮਤ ਮਿਟਣੀ ਚਾਹੀਦੀ ਹੈ ਭਾਈ। ਤੇ ਹਾਂ ਬਿਲਕੁਲ। ਤੇ ਦੁਰਮਤ ਦਾ ਮਤਲਬ ਹੁੰਦਾ ਜਿਹੜੀ ਕੁਬਤੀ, ਬਿਲਕੁਲ ਜਿਹੜੀ ਸਹੀ ਤੇ ਗਲਤ ਚ ਫੈਸਲਾ ਨਹੀਂ ਕਰ ਪਾ ਰਹੀ ਔਰ ਜਾਣਦਿਆਂ ਹੋਇਆ ਉਹ ਕੰਮ ਕਰਦੀ ਜਿਹੜੇ ਨਹੀਂ ਕਰਨੇ ਚਾਹੀਦੇ। ਅੱਖਾਂ ਉਹ ਵੇਖਦੀਆਂ ਪਈਆਂ ਵਾ ਜਿਹੜਾ ਨਹੀਂ ਵੇਖਣਾ ਚਾਹੀਦਾ। ਕੰਨ ਉਹ ਸੁਣਦੇ ਪਏ ਜਿਹੜਾ ਨਹੀਂ ਸੁਣਨਾ ਚਾਹੀਦਾ। ਇੰਦਰੀਆਂ ਉਹ ਚੀਜ਼ ਨੂੰ ਭੋਗ ਰਹੀਆਂ ਨੇ ਜਿਹੜੀਆਂ ਨਹੀਂ ਭੋਗਣੀਆਂ ਚਾਹੀਦੀਆਂ। ਤੁਸੀਂ ਆਪ ਦੇਖੋ। ਬਿਲਕੁਲ ਸਹੀ। ਆਪਾਂ ਲੋਕ ਕਹਿੰਦੇ ਬੜੇ ਸਿਆਣੇ ਆ, ਆਪਾਂ ਬੜੇ ਗਿਆਨੀ ਆ, ਆਪਾਂ ਉਹ ਖਾਂਦੇ ਆ ਜਿਹੜੇ ਡਾਕਟਰ ਸਾਨੂੰ ਮਨਾ ਕਰਦਾ। ਆਪ ਜਸਟ ਸੋਚੋ ਤੇ ਜੇ ਆਪਾਂ ਉਹ ਖਾ ਸਕਦੇ ਹਾਂ ਜਿਹੜਾ ਡਾਕਟਰ ਮਨਾ ਕਰਦਾ ਹੈ ਤੇ ਅਸੀਂ ਗਿਆਨ ਕਿਹੜਾ ਪ੍ਰਾਪਤ ਕਰਾਂਗੇ? ਉਹ ਕਰਾਂਗੇ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ। ਹਾਂਜੀ ਨਿਜਰ। ਬਿਲਕੁਲ ਠੀਕ ਹੈ ਜੀ। ਦੁਰਮਤ ਮਿਟੀ ਹਉਮੈ ਛੁਟੀ, ਸਿਮਰਤ ਹਰਿ ਕੋ ਨਾਮ। ਸਰਨ ਗਹੀ ਪਾਰ ਬ੍ਰਹਮ ਕੀ, ਮਿਟਿਆ ਆਵਾਗਮਨ। ਕਹਿੰਦੇ ਆਇਆ ਪਾਏ ਜਿਹਨੇ ਵੀ ਗੁਰੂ ਦੀ ਮੱਤ ਮੰਨ ਲਈ, ਜਿਹਨੇ ਵੀ ਧਿਆਨ ਸਿਮਰਨ ਸ਼ੁਰੂ ਕਰਤਾ, ਜਿਹਨੇ ਵੀ ਪਰਮੇਸ਼ਰ ਦੀ ਟਹਿਲ ਸ਼ੁਰੂ ਕਰ ਦਿੱਤੀ, ਨਾਮ ਜਪਣਾ ਸ਼ੁਰੂ ਕਰ ਦਿੱਤਾ, ਉਹ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਚਲਾ ਗਿਆ ਤੇ ਉਹਦਾ ਆਉਣਾ ਜਾਣਾ ਜਿਹੜਾ ਹੈਗਾ, ਜਨਮ ਮਰਨ ਦਾ ਗੇੜਾ ਜਿਹੜਾ ਹੈਗਾ ਇਹ ਮਿਟ ਜਾਂਦਾ ਆ। ਆਪ ਤਰਿਆ ਕੁਟੁੰਬ ਸਿਓ, ਗੁਣ ਗੋਬਿੰਦ ਪ੍ਰਭ ਰਵਨ। ਕਹਿੰਦੇ ਆਪ ਤਾਂ ਤਰ ਜਾਂਦਾ ਹੈ, ਕੁਟੁੰਬ ਨੂੰ ਵੀ ਤਾਰ ਦਿੰਦਾ ਆ। ਪਰਮੇਸ਼ਰ ਦੇ ਗੁਣਾਂ ਦੇ ਵਿੱਚ ਜਿਹੜਾ ਹੈਗਾ ਉਹ ਸਾਰੇ ਗੁਣ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਰਵਣ ਹੋ ਜਾਂਦਾ ਹੈ। ਪਰਮੇਸ਼ਰ ਦੇ ਗੁਣ ਜਿਹੜੇ ਸਾਰੇ ਉਹਦੇ ਅੰਦਰ ਜਿਹੜੇ ਹੈਗੇ ਆ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਅਵਗੁਣ ਦੂਰ ਹੋ ਜਾਂਦੇ ਆ ਉਹਦੇ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਵੇਖ ਲਓ ਤੇ ਤੁਕ ਚ ਲਿਖ ਕੇ ਕਹਿੰਦੇ ਦੁਰਮਤ ਮਿਟੀ ਹਉਮੈ ਛੁੱਟੀ। ਇਹ ਛੱਡਣੀ ਨਹੀਂ ਪਈ। ਇਹ ਵੇਖੋ ਛੁੱਟੀ ਤੇ ਛੱਡਣੀ ਚ ਬੜਾ ਫਰਕ ਹੈਗਾ। ਬਹੁਤ ਬਿਲਕੁਲ ਸਹੀ। ਆਪ ਇਹਨੂੰ ਬਾਣੀ ਨੂੰ ਥੋੜਾ ਸਮਝੋਗੇ ਨਾ। ਹਾਂ ਛੱਡਣੀ ਉਹ ਨਹੀਂ ਕਹਿੰਦੇ ਛੱਡਤਾ, ਮੈਂ ਦੁਰਮਤ ਛੱਡਤੀ। ਵੇਖਿਆ ਨੋਟਿਸ ਕੀਤਾ ਗੁਰੂ ਜੀ ਸਾਨੂੰ ਕਿੱਦਾਂ ਕਲੀਅਰ ਕੱਟ ਕਰ ਰਹੇ ਨੇ। ਕਹਿੰਦੇ ਦੁਰਮਤ ਛੁੱਟੀ ਮਤਲਬ ਦਰਸ਼ਨੀ ਡਿਊਟੀ ਲਾ ਕੇ ਆ ਗਿਆ। ਉੱਥੇ ਤੇਰੀ ਜਿਹੜੀ ਹਉਮੈ ਰੂਪੀ ਹੈ ਦੁਰਮਤ ਤੇਰੀ ਉੱਥੇ ਤੇ ਛੁੱਟ ਗਈ, ਕਿਉਂਕਿ ਜਾ ਨਹੀਂ ਸਕਦੀ ਅੱਗੇ ਹੁਣ। ਤੂੰ ਪਰਮਾਤਮਾ ਰੂਪੀ ਹਰੀ ਮੰਦਿਰ ਚ ਪ੍ਰਵੇਸ਼ ਕਰ ਰਿਹਾ ਹੈ। ਕੀ ਹੋ ਗਿਆ? ਫਿਰ ਤੋਂ ਦੁਰਮਤ ਦੂਰ ਹੋ ਗਈ। ਉੱਥੇ ਇੱਕ ਐਸੀ ਮਸ਼ੀਨ ਲੱਗੀ ਆ, ਉਹਨੇ ਦੁਰਮਤ ਜਿੱਦਾਂ ਗੱਡੀ ਨੂੰ ਵਾਸ਼ ਕਰੀਦਾ ਉਸੇ ਤਰ੍ਹਾਂ ਹੀ ਗੰਦ ਮਤ ਤੇਰਾ ਸਾਫ਼ ਕਰਤਾ ਤੇ ਉਸ ਜਿਹੜੀ ਦੁਰਮਤ ਦੂਰ ਕਰਦੀ। ਤੈਨੂੰ ਛੱਡਣੀ ਨਹੀਂ ਪਈ, ਦੂਰ ਕਰ। ਜ਼ਬਰਦਸਤੀ ਕੋਈ ਪਾਵਰ ਹੈ ਅੰਦਰ, ਕੋਈ ਸ਼ਕਤੀ ਹੈ
ਜਿਹੜੀ ਸਾਨੂੰ ਅਗਿਆਨ ਤੋਂ ਲਾਲੂ ਦਾ ਹੱਕ ਕਰੋ ਬੇਟਾ ਜੀ ਮੈਂ ਲਾਲੂ ਹੱਕ ਨਹੀਂ ਕੀਤਾ। ਆ ਕੌਣ ਆ ਗਏ ਜੀ? ਹਾਂ ਕੋਈ ਨਹੀਂ, ਤਾਂ ਮਾਈਕ ਸਾਹਮਣੇ ਇਹ ਹੈ ਕਿਹੜੇ ਜੀ? ਕਿੱਥੇ ਗਏ? ਸੁਖਵਿੰਦਰ। ਅੱਛਾ ਜੀ, ਸੁਖਵਿੰਦਰ ਜੀ ਮਾਈਕ ਬੰਦ ਕਰ ਦਿਓ ਪਲੀਜ਼। ਹਾਂਜੀ ਹਾਂਜੀ ਹੁਣ ਕਰ। ਇੱਥੇ ਪਤਾ ਕੀ ਕਹਿੰਦੇ ਆ, ਕਹਿੰਦੇ ਫਿਰ ਹਉਮੈ ਵੀ ਛੁੱਟ ਗਈ। ਹਉਮੈ ਸਭ ਤੋਂ ਪਾਵਰਫੁਲ ਚੀਜ਼ ਆ, ਉਹ ਵੀ ਛੁੱਟ ਗਈ। ਦੁਰਮਤ ਮਿਟ ਗਈ। ਮਿਟ ਗਈ ਮਤਲਬ ਕੀ? ਲਿਖੀ ਹੋਈ ਸੀ, ਇਹਦਾ ਮਤਲਬ ਕਿਸੇ ਬੋਰਡ ਤੇ ਲਿਖਤੀ ਸੀ, ਛੂਟੀ ਹੈ ਨਾ, ਮਿਟ ਗਈ ਮਤਲਬ ਕਹਿਣ ਤੋਂ ਭਾਵ ਜਿੱਦਾਂ ਕਿਸੇ ਨੇ ਮਿਟਾ ਦਿੱਤੀ। ਕਾਲਜਾਂ ਤੇ ਬਲੈਕ ਬੋਰਡ ਤੇ ਨਹੀਂ, ਬਲੈਕ ਬੋਰਡ ਤੇ ਲਿਖੀ ਸੀ ਮਤਲਬ ਕਿ ਕਹਿਣ ਤੋਂ ਭਾਵ ਮੈਂ ਤੈਨੂੰ ਹੋਰ ਸੌਖਾ ਕਰਾਂ। ਕਿ ਕਹਿਣ ਤੋਂ ਭਾਵ ਜਿਹੜੀ ਏਦਾਂ ਦਾ ਕੁਝ ਸਾਡੇ ਅੰਦਰ ਲਿਖਿਆ ਸੀ ਜਿਹੜਾ ਨਹੀਂ ਚਾਹੀਦਾ ਸੀ, ਸੰਸਕਾਰ ਪਾਣੀ ਨੇ ਕੀ ਕੀਤਾ, ਜਿਹੜਾ ਬਲੈਕ ਬੋਰਡ ਨੂੰ ਬਲੈਕ ਬੋਰਡ ਵਾਂਗੂ ਸਾਫ਼ ਕਰਤਾ। ਹਾਂਜੀ, ਸੰਸਕਾਰ ਆਪਣੇ ਸਾਫ਼ ਕਰਤੇ, ਸੰਸਕਾਰ ਜਿਹੜੇ ਹੈਗੇ। ਹਾਂ ਸਾਡਾ ਜਿਹੜਾ ਚਿੱਤ ਸੀ, ਚਿੱਤ ਦੇ ਵਿੱਚ ਨਾਮ ਨੇ ਕੀ ਕੀਤਾ, ਇਹਦਾ ਮਤਲਬ ਉੱਥੇ ਪੋਚਾ ਫੇਰਦਾ। ਬਿਲਕੁਲ, ਸਿਮਰਤ ਹਰ ਕੋ ਨਾਮ, ਬਿਲਕੁਲ ਸਹੀ ਗੱਲ ਹੈ। ਤੇ ਉਹ ਪੋਚਾ ਫੇਰਦਾ ਤੇ ਫਿਰ ਕੀ ਹੋਇਆ, ਉਹ ਉੱਥੇ ਨਾਮ ਸੀ, ਅੰਮ੍ਰਿਤ ਸੀ, ਨਾਮ ਦਾ ਪਿੱਛਾ ਮਾਰਿਆ। ਉਹਨਾਂ ਨੇ ਕਿਹਾ ਬਈ ਐਸੀ ਗੰਦ ਮੰਦ ਲਿਖ ਕੇ ਬੈਠਾ ਤੂੰ, ਚੱਲ ਮਿਟਾ ਸਾਰਾ ਕੁਝ। ਉਹ ਨਹੀਂ ਬਾਬਾ ਜੀ, ਉਹ ਤੇ ਮੇਰੇ ਨਾਲ ਏਦਾਂ ਮਾੜਾ ਕੰਮ ਕੀਤਾ ਸੀ, ਉਹ ਤੇ ਬੜਾ ਮੈਨੂੰ ਧੋਖਾ ਦੇ ਕੇ ਗਈ ਜਨਾਨੀ, ਉਹ ਬੰਦਾ ਮੈਨੂੰ ਧੋਖਾ ਦੇ ਕੇ ਕਰ ਗਿਆ। ਉਹ ਕਹਿੰਦਾ ਚੱਲ ਇੱਧਰ ਲੈ ਅੰਮ੍ਰਿਤ ਲੈ, ਥੋੜਾ ਜਿਹਾ ਇੱਥੇ ਸਫਾਈ ਕਰ, ਚੱਲ ਸ਼ੀਸ਼ਾ ਗੰਦਾ ਹੀ ਤੇਰਾ ਚਿੱਤ ਜਿਹੜਾ ਸਾਫ਼ ਕਰੀਏ ਪੂਰੀ ਤਰ੍ਹਾਂ, ਤੇਰੀ ਸਾਰੀ ਮੱਤ ਤੇਤੋਂ ਤੇ ਤੇਰੀ ਦੁਰਮਤ ਹੈ ਜਿਹੜੀ ਮਿਟੇ ਦੀਏ ਜੋ ਤੂੰ ਲਿਖ ਕੇ ਬੈਠਾ ਹੈ। ਤੈਨੂੰ ਨਹੀਂ ਪਤਾ ਇਹ ਸੰਸਾਰ ਹੈ ਔਰ ਤੂੰ ਲੋਕਾਂ ਤੋਂ ਜ਼ਿਆਦਾ ਹੀ ਐਕਸਪੈਕਟ ਕਰ ਰਹੇ ਹੈ, ਔਰ ਤੈਨੂੰ ਜਿੱਥੇ ਐਕਸਪੈਕਟ ਕਰਨਾ ਸੀ ਤੂੰ ਉਹਨੂੰ ਛੱਡ ਕੇ ਤੇ ਤੂੰ ਮਾਇਆ ਰੂਪੀ ਲੋਕਾਂ ਦੇ ਵਿੱਚ ਬੱਚਿਆਂ ਪਿਆ, ਔਰ ਤੇਰੀਆਂ ਇਛਾਵਾਂ ਲੋਕਾਂ ਦੇ ਨਾਲ ਨੇ, ਮੇਰਾ ਉਹ ਫਲਾਨਾ ਕੰਮ ਕਰੋ, ਮੇਰਾ ਫਲਾਨਾ, ਇਹ ਸਾਰਾ ਮਿਟਾ ਦਿੰਦੇ ਨੇ ਤੇ ਸੁੱਟੀ ਕਿੱਥੇ ਵਾਪਸ ਆ ਜਾਂਦੀ, ਉਹ ਫਿਰ ਉਹ ਸਾਫ਼ ਹੋ ਜਾਂਦਾ ਹੈ ਤੇ ਸਾਡਾ ਜੀਵਨ ਬਦਲ ਜਾਂਦਾ। ਉਹ ਜਿਹੜਾ ਸ਼ੀਸ਼ਾ ਸੀ, ਉਹ ਜਿਹੜਾ ਬਲੈਕ ਬੋਰਡ ਸੀ, ਉਹ ਜਿਹਦੇ ਤੇ ਪਵੇਨੇ ਸਾਂ ਹਰ ਰੋਜ਼ ਚਿੱਤ ਚ ਉਹ ਦਿਖਦਾ ਸੀ ਜੋ ਅਸੀਂ ਰੱਖਿਆ ਸੀ, ਉਹ ਮਿਟਾ ਦਿੰਦੇ, ਕਹਿੰਦੇ ਮਿਟ ਜਾਂਦੀ ਹੈ। ਮਿਟ ਗਈ, ਉਹਨੇ ਸਾਫ਼ ਕਰਤੀ, ਹੁਣ ਨਹੀਂ ਹੈਗਾ ਉੱਥੇ ਕੁਝ ਵੀ ਲਿਖਿਆ ਹੀ ਨਹੀਂ ਹੈਗਾ, ਜਿਹੜਾ ਲਿਖਿਆ ਸੀ ਮਿਟਾਤਾ। ਹਾਂਜੀ ਅੱਗੇ ਚਲੀ ਨਜ਼ਰ ਕਰ। ਜੇ ਮਿਟਾਤਾ ਹੁਣ ਕਾਰਨ ਸਰੀਰ ਹੀ ਨਸ਼ਟ ਕਰਤਾ ਤੇ ਫਿਰ ਜਿਹੜਾ ਹੈਗਾ ਜਨਮ ਮਰਨ ਦਾ ਗੇੜਾ ਕਿਵੇਂ ਰਹਿ ਜਾਊਗਾ। ਸਰਣ ਗਈ ਪਾਰ ਬ੍ਰਹਮ ਕੀ ਮਿਟਿਆ ਆਵਾਗਮਨ। ਲਓ ਕਰੋ ਗੱਲ, ਮੈਂ ਤਾਂ ਕੁਝ ਵੀ ਨਹੀਂ ਕਿਹਾ ਤੇ ਮੈਂ ਏਦਾਂ ਹੀ ਕਹਾਣੀਆਂ ਸੁਣਾਉਂਦੇ। ਉਹ ਬਾਣੀ ਕਹਿੰਦੀ ਸੱਚੀ ਗੱਲ ਆ, ਕਾਰਨ ਸਰੀਰ ਮਿਟੇਤਾ ਤੇਰਾ ਹੀ, ਨਾ ਤੇਰਾ ਅਗਲਾ ਤੇ ਨਾ ਤੇਰਾ ਪਿੱਛੇ। ਆਪ ਤੇਰਾ ਸਾਰਾ ਕੁਝ ਲੇਖਾ ਕਲੀਨ ਕਰਤਾ ਤੇਰਾ। ਉਹ ਜਿੱਦਾਂ ਉਹਨੇ ਜਿਹਾ ਮਾਫੀ ਨਹੀਂ ਆ ਜਾਂਦੀ, ਬਿਲਕੁਲ ਸਹੀ ਗੱਲ ਪਿੰਡਾਂ ਚ। ਸਰਕਾਰ ਕਹਿੰਦੀ ਆ ਵੀ ਕਰਜ਼ਾ ਮਾਫ ਕਰਤਾ, ਸਾਰਾ ਕਰਜ਼ਾ ਮਾਫ ਕਰਤਾ ਬਸ। ਉਹ ਕਹਿੰਦੇ ਚਲੋ ਮਾਫ ਕਰ ਦੋ। ਹੁਣ ਚਰਨਜੀਤ ਕੋਈ ਲਿਖਣਾ ਨਹੀਂ ਆ, ਪਰ ਹੈ ਤੇ ਬੰਦਾ ਡਿਫਾਲਟਰ ਸੀ, ਚਲੋ ਮਾਫੀ ਆ ਗਈ ਆ ਗਵਰਨਮੈਂਟ ਤੋਂ। ਨਹੀਂ ਵੀਰ ਜੀ, ਆਪਾਂ ਕਰਜ਼ਾ ਮਾਫ ਕਰੋ। ਇਹ ਜਿਹੜਾ ਕਰਜ਼ਾ ਆ ਆਪਾਂ ਕਦੀ ਲਾ ਹੀ ਨਹੀਂ ਸਕਦੇ, ਇਹ ਇੰਨੇ ਜਨਮਾਂ ਦਾ, ਅਨੰਤ ਜਨਮਾਂ ਦਾ ਕਰਜ਼ਾ ਹੈਗਾ, ਔਰ ਇੰਨਾ ਕਰਜ਼ਾ ਚੜਿਆ ਹੋਇਆ ਆਪਣਾ, ਇਹ ਆਪਾਂ ਚੁਕਤਾ ਕਰ ਹੀ ਨਹੀਂ ਸਕਦੇ। ਇਹ ਤਾਂ ਮਾਫੀ ਹੀ ਲੈਣੀ ਪਊਗੀ, ਹੋਰ ਕੋਈ ਆਪਸ਼ਨ ਹੀ ਹੈ ਨਹੀਂਗਾ ਆਪਣੇ ਕੋਲ। ਨਿੱਜਰ ਸਾਹਿਬ, ਇੱਕ ਮਾੜਾ ਜਿਹਾ ਬੈਂਕ ਦਾ ਕਰਜ਼ਾ ਨਹੀਂ ਬੰਦੇ ਕੋਲ ਉਤਰਦਾ। ਇਹ ਕਿੱਥੋਂ ਉਤਾਰ ਦਾਂਗੇ ਤੇ ਉਹ ਕਹਿੰਦੇ ਅੱਗੋਂ ਕਰਜ਼ੇ ਤੇ ਲਕੀਰ ਮਾਰਦੇ, ਫਾਈਲ ਤੁਹਾਡੀ ਕਲੋਜ਼ ਕਰਦੇ, ਕਹਿੰਦੇ ਜੀ ਫਾਈਲ ਜਿਹੜੀ ਹੈਗੀ ਤੇਰੀ ਪਾੜਤੀ, ਤੇਰਾ ਜਿਹੜਾ ਵਾ ਆਵਾਗਮਨ ਮਿਟ ਗਿਆ, ਤੂੰ ਜਾ ਨਜ਼ਾਰੇ ਲੈ। ਬਸ ਪਰ ਠੀਕ ਹੈ ਨਾ, ਜਦੋਂ ਅੱਗੇ ਚਲੀਏ। ਅੱਗੇ ਦੇਖੋ ਹੋਰ ਵੀ ਹੈ ਵੀਰ ਜੀ, ਪਾਵਰ ਹੋਰ ਦੇ ਰਹੇ ਮਹਾਰਾਜ ਕਹਿੰਦੇ ਤੇਰਾ ਆਵਾਗਮਨ ਮਿਟ ਗਿਆ, ਹੁਣ ਤੂੰ ਗਾਹਾਂ ਦੂਜਿਆਂ ਦਾ ਵੀ ਮਿਟਾ ਸਕਦਾ, ਦੂਜਿਆਂ ਨੂੰ ਵੀ ਇਸ ਪਾਸੇ ਲਾ ਸਕਦਾ ਹੈ। ਤੂੰ ਆਪ ਤਰਿਆ ਕੁਟੰਬ ਸਿਓ, ਕੁਟੰਬ ਨੂੰ ਵੀ ਤਾਰ, ਹੋਰ ਤਾਰ, ਦੂਜੇ ਜਿਹੜੇ ਵੀ ਤੇਰੇ ਨਾਲ ਲੱਗਣਗੇ, ਤੇਰੀ ਸੰਗਤ ਕਰਨਗੇ, ਉਹ ਵੀ ਤਰ ਜਾਣਗੇ ਪਾਏ। ਗੁਣ ਗੋਬਿੰਦ ਪ੍ਰਭ ਰਵਨ, ਪਰਮਾਤਮਾ ਦੇ ਗੁਣਾਂ ਦੇ ਵਿੱਚ ਰਵਨ ਕਰਨ ਦੇ ਨਾਲ, ਧਿਆਨ ਸਿਮਰਨ ਕਰਨ ਦੇ ਨਾਲ। ਅੱਗੇ ਹੁਣ ਮਹਾਰਾਜ ਦੱਸ ਰਹੇ ਆ ਬਈ ਕਿਸ ਤਰ੍ਹਾਂ ਹੈ ਗੁਣ ਗੋਬਿੰਦ, ਕਿਵੇਂ ਰਵਣੇ ਆ, ਕਿਵੇਂ ਧਿਆਨ ਸਿਮਰਨ ਕਰਨਾ ਹੈ। ਕਹਿੰਦੇ ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਕਹਿੰਦੇ ਪਰਮਾਤਮਾ ਦੀ ਟਹਿਲ ਕਮਾਉਣੀ ਹੈ, ਪਰਮੇਸ਼ਰ ਦਾ ਨਾਮ ਜਪਣਾ, ਆਹੀ ਉਹਦੀ ਟਹਿਲ ਆ ਪਾਈ, ਉਹਦਾ ਸਿਮਰਨ। ਗੁਰ ਪੂਰੇ ਤੇ ਪਾਇਆ ਨਾਨਕ ਸੁਖ ਵਿਸਰਾਮ, ਇਹ ਪੂਰੇ ਗੁਰੂ ਤੋਂ ਪਾਈ, ਇਹ ਸੁਖ ਦੇ ਵਿੱਚ ਵਿਸ਼ਰਾਮ ਕਰਨ ਦਾ ਜਿਹੜਾ ਹੈਗਾ, ਇਹ ਸਹਿਜ ਅਵਸਥਾ ਜਿਹੜੀ ਹੈਗੀ ਆ, ਤੁਰਿਆ ਅਵਸਥਾ ਜਿਹੜੀ ਹੈਗੀ ਆ, ਇਹ ਪੂਰੇ ਗੁਰੂ ਤੋਂ ਮਿਲਦੀ ਆ ਪਾਈ।
ਇਹ ਤਿੰਨ ਗੁਣੀ ਜਿਹੜੀ ਹੈਗੀ ਆ, ਇਹ ਲਹਿਰਾਂ ਜਿਹੜੀਆਂ ਮਨ ਦੀਆਂ, ਇਹਨਾਂ ਤੋਂ ਉੱਪਰ ਜਿਹੜਾ ਹੈਗਾ ਇਹ ਸ਼ਾਂਤੀ ਜਿਹੜੀ ਹੈਗੀ, ਜਿਹੜੇ ਸਰੀਰ ਜਿਹੜਾ ਹੈਗਾ ਇਹਦੇ ਵਿੱਚ ਸ਼ਾਂਤੀ, ਇਹ ਲਹਿਰਾਂ ਵਿਚਾਰਾਂ ਦੀਆਂ ਇਹ ਨਿਕਲ ਜਾਂਦੀਆਂ ਹੈ ਔਰ ਪੂਰਾ ਸ਼ਾਂਤ ਹੋ ਜਾਂਦਾ ਇਨਸਾਨ। ਹਾਂਜੀ ਵੀਰ। ਬਿਲਕੁਲ ਠੀਕ ਹੈ। ਉਹ ਕਹਿੰਦੇ ਕਿ ਪਹਿਲਾਂ ਤੂੰ ਆਪਣੀ ਫਾਈਲ ਬੰਦ ਕਰਾਈ ਬੈਂਕ ਦੇ ਵਿੱਚ ਜਾ ਕੇ। ਬਿਲਕੁਲ। ਤੇ ਬੈਂਕ ਵਾਲੇ ਕਹਿੰਦੇ ਬਈ ਆ ਨਾ NOC ਲੈ ਜਾ। ਇਹਨੇ NOC ਮਿਲ ਗਈ, ਬੜਾ ਖੁਸ਼ ਹੋ ਗਿਆ, ਘਰੇ ਆ ਕੇ ਬੈਠਾ ਵਾ, ਮਨ ਵਿਸ਼ਰਾਮ ਚ ਚਲ ਗਿਆ। ਉਹ ਫਿਰ ਕਹਿੰਦਾ ਲੋਕਾਂ ਨੂੰ ਦੱਸਦਾ ਇਹ ਮੇਰਾ ਖਾਤਾ ਕਲੀਅਰ ਹੋ ਗਿਆ, ਇਹਨੇ ਤਾਂ ਮਾਫੀ ਮਿਲ ਗਈ, ਤੁਸੀਂ ਸੁੱਤੇ ਜੋ। ਬਿਲਕੁਲ। ਜਾਓ, ਉਹ ਗਵਰਨਮੈਂਟ ਤੋਂ ਮਾਫੀ ਆਈ ਜੋ। ਤੇ ਲੋਕੀ ਕਹਿੰਦੇ ਨਹੀਂ ਉਹ ਕਰਜ਼ੇ ਕੁਰਜ਼ੇ ਨਹੀਂ ਮਾਫ ਹੁੰਦੇ, ਇਹ ਤੇ ਦੇਣੇ ਪੈਂਦੇ। ਉਹ ਕਹਿੰਦਾ ਨਹੀਂ, ਸਕੀਮ ਆਈ ਆ, ਬਸ ਜਾਓ ਜਾ ਕੇ ਮਾਫ ਕਰਾਓ ਜਾ ਕੇ। ਪਰ ਮੇਰੇ ਉਹ ਕਹਿੰਦੇ ਕੀ ਯਕੀਨ ਹੈ ਤੇਰਾ? ਉਹ ਕਹਿੰਦਾ ਮੇਰਾ ਜੀਵਨ ਯਕੀਨ ਜੋ। ਆ NOC ਮਿਲ ਗਈ ਮੈਨੂੰ, ਆ ਵੇਖ ਲੋ ਮੇਰਾ ਖਾਤਾ ਕਲੀਨ ਹੋ ਗਿਆ। ਤੇ ਆ ਕਹਿੰਦੇ ਚਰਨਜੀਤ ਸਿੰਘ ਕਲੀਨ ਬੰਦਾ ਜੋ, ਜਾਓ ਨਜ਼ਾਰੇ ਲੈ। ਅੱਜ ਤੋਂ ਬਾਅਦ ਤੇਰਾ ਕੋਈ ਲੈਣਾ ਦੇਣਾ ਨਹੀਂ ਆ, ਤੇਰਾ ਪਹਿਲਾਂ ਵੀ ਕਲੀਅਰ ਤੇ ਹੁਣ ਦਾ ਵੀ ਤੇਰਾ ਕੋਈ ਨਹੀਂ, ਤੇਰਾ ਡਿਫਾਲਟਰ ਸਾਂ, ਕਾਫੀ ਟਾਈਮ ਦਾ ਤੇਰਾ ਹਿਸਾਬ ਕਿਤਾਬ ਸੀ, ਖਾਤਾ ਬਹੁਤ ਪੁਰਾਣਾ ਤੇਰਾ ਚਰਨਜੀਤ, ਪਰ ਆ ਤੇਰੀ NOC ਲੈ ਲਾ, ਹੁਣ ਤੈਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ, ਹੁਣ ਤੈਨੂੰ ਕੋਈ ਬੈਂਕ ਨਹੀਂ ਪਰੇਸ਼ਾਨ ਕਰੂ, ਕੋਈ ਜਮਦੂਤ ਨਹੀਂ ਆਊਗਾ ਤੇਰੇ ਕੋਲ, ਕੋਈ ਨਹੀਂ ਆਊਗਾ ਤੇਰੇ ਤੋਂ, ਹੁਣ ਤੂੰ ਮੁਕਤ ਹੋ ਗਿਆ। ਤੇ ਕਹਿੰਦਾ ਫਿਰ ਆਪ ਵੀ NOC ਦਿਖਾਉਂਦਾ ਵਾ, ਲੋਕਾਂ ਨੂੰ ਵੀ ਦਿਖਾਉਂਦਾ ਕਿ ਮੇਰਾ ਜਿਹੜਾ ਵਾ ਮਨ ਸ਼ਾਂਤ ਹੋ ਗਿਆ, ਮੇਰਾ ਤਨ ਵੀ ਸ਼ਾਂਤ ਹੋ। ਉਹ ਆਪ ਜਪੇ ਤੇ ਅਵਰੇ ਨਾਮ ਜਪਾ, ਉਹ ਆਪ ਵੀ ਜਪਣ ਦਿਆ ਤੇ ਲੋਕਾਂ ਨੂੰ ਵੀ ਦੱਸਦਾ, ਪ੍ਰਚਾਰ ਕਰਦਾ। ਹਾਂਜੀ ਨਜਰ ਸਾਹਿਬ। ਔਰ ਦੇਖੋ ਮਹਾਰਾਜ ਜਿਹੜੇ ਚੌਥੀ ਪਾਤਸ਼ਾਹੀ ਜਿਹੜੀ ਹੈਗੀ ਕਹਿੰਦੀ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਮਹਾਰਾਜ ਕਹਿੰਦੇ ਮੈਂ ਤਾਂ ਉਸ ਗੁਰਸਿੱਖ ਦੀ, ਨਾਨਕ ਨੂੰ ਔਂਕੜ ਲਗਾ ਕੇ ਕਹਿ ਰਹੇ ਆ, ਪਰਸਨਲੀ ਚੌਥੀ ਪਾਤਸ਼ਾਹੀ ਕਹਿ ਰਹੀ ਹੈ, ਮੈਂ ਤਾਂ ਐਸੇ ਅਭਿਆਸੀਆਂ ਦੀ ਧੂੜ ਮੰਗਦਾ ਜਿਹੜਾ ਆਪ ਵੀ ਜਪਦਾ ਹੈ ਤੇ ਦੂਜਿਆਂ ਨੂੰ ਵੀ ਜਿਹੜਾ ਇਸ ਰਸਤੇ ਤੇ ਲਾਉਂਦਾ ਹੈ। ਹਾਂ ਠੀਕ ਹੈ ਨਿੱਜਰ ਸਾਹਿਬ। ਐਸੇ ਸਾਧ ਸੰਗਤ ਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਦੁਨੀਆ ਦੇ ਵਿੱਚ ਸਭ ਤੋਂ ਵੱਡਾ ਦਾਨ, ਸਭ ਤੋਂ ਵੱਡਾ ਪੁੰਨ, ਉਹਨੂੰ ਪਰਮਾਤਮਾ ਦੇ ਨਾਲ ਜੋੜਨਾ। ਵਾਹ ਵਾਹ। ਨਕਲੀ ਪਰਮਾਤਮਾ ਦੇ ਨਾਲ ਨਹੀਂ, ਅਸਲੀ ਪਰਮਾਤਮਾ ਦੇ ਨਾਲ ਜੋੜ ਦੇਣਾ। ਇੰਨੀ ਪਾਵਰਫੁਲ ਚੀਜ਼ ਹੈ ਇਹ ਧਰਤੀ ਦੇ ਉੱਤੇ। ਜੇਕਰ ਦਾਨ ਕਰਨਾ ਹੈ ਨਾ, ਕਿਸੇ ਬੰਦੇ ਨੂੰ ਰੱਬ ਨਾਲ ਜੋੜ ਦੋ। ਵਾਹ ਜੀ ਵਾਹ। ਐਡਾ ਵੱਡਾ ਦਾਨ ਇਹ ਪ੍ਰਿਥਵੀ ਦੇ ਵਿੱਚ, ਇਸ ਤੋਂ ਵੱਡਾ ਦਾਨ ਬ੍ਰਹਿਮੰਡ ਚ ਨਹੀਂ ਜਾਏਗਾ। ਕਿੰਨੀ ਵੱਡੀ ਉਸਤਤ। ਕੋਈ ਪਰਮਾਤਮਾ ਦੇ ਨਾਲ ਜੁੜ ਜਾਣਾ ਕੋਈ ਬੱਚਿਆਂ ਦਾ ਖੇਲ ਹੈ? ਉਹ ਇੰਨੀ ਤਗੜੀ ਸ਼ਕਤੀ ਆ। ਇੱਕ ਮਾੜਾ ਮੋਟਾ ਛਪਾਟਾ ਜਾਂ ਮੈਨੂੰ ਵਾਕ ਹੋਵੇ ਤੇ ਮੇਰੀ ਛਾਤੀ ਚੌੜੀ ਹੋਈ ਹੁੰਦੀ ਆ, ਜੇ ਮੈਨੂੰ ਫਲਾਣਾ ਇਸ ਤੇ ਹੋ ਜਾਏ ਐਸੇ ਜਾਣਦਾ। ਉਹ ਜਿਹੜੇ ਬੰਦੇ ਦੀ ਪਰਮਾਤਮਾ ਦੇ ਨਾਲ ਗੱਲਬਾਤ ਹੋਵੇ, ਉਹਦਾ ਜੀਵਨ ਦੱਸੋ ਕੀ ਹੋਊਗਾ। ਵਾਹ ਜੀ ਵਾਹ। ਕਿੰਨੀ ਵੱਡੀ ਗੱਲ ਹੈ। ਜਸਟ ਤੁਸੀਂ ਥਿੰਕ ਕਰੋ ਮੇਰੀਆਂ ਗੱਲਾਂ, ਇਮੇਜਨ। ਉਹ ਤੁਹਾਡੇ ਧਰਤੀ ਦੇ ਪੈਰ ਨਹੀਂ ਲੱਗਣੇ। 10 ਮਿੰਟ ਡੁੱਕੀ ਮਾਰੀ ਅੰਦਰ ਨਿਰਵਿਚਾਰ ਅਵਸਥਾ ਚ, ਸਾਰਾ ਦਿਨ ਕਿਹੜਾ ਬੰਦਾ ਹਵਾ ਚ ਹੀ ਰਹਿੰਦਾ, ਉੱਡੀਆਂ ਹਵਾ ਚ, ਪਰਵਾਹੀ ਕੋਈ ਨਹੀਂ, ਕੋਈ ਚਿੰਤਾ ਨਹੀਂ, ਕੋਈ ਉਹਨੂੰ ਚਿੰਤਾ ਕਾਹਦੀ ਕਰਨੀ। ਉਹ ਕਹਿੰਦਾ ਜੋ ਹੋਣਾ ਹੋਣਾ ਵਾ, ਜਿਹੜਾ ਨਹੀਂ ਹੋਣਾ ਤੇ ਨਹੀਂ ਹੋਣਾ। ਹੁਣ ਇਹਨਾਂ ਪਤਾ ਲੱਗ ਗਿਆ ਵਾ, ਉਹਦੀ ਕਦੀ ਚਿੰਤਾ। ਉਹਨੇ ਕਹਿੰਦਾ ਤੇਰੇ ਵੇਖ ਬੱਚੇ ਵੱਡੇ ਹੋ ਗਏ ਆ, ਵਿਆਹਣ ਵਾਲੇ ਆ। ਉਹ ਕਹਿੰਦਾ ਜਿੰਨੇ ਜੰਮੇ ਫਿਕਰ ਉਹਨੂੰ ਆ, ਮੈਨੂੰ ਕਦੀ ਟੈਨਸ਼ਨ ਹੈ? ਮੈਂ ਕੋਸ਼ਿਸ਼ ਕਰਾਂਗਾ ਹੋਵੇ ਜਾਂ ਨਾ ਹੋਵੇ, ਮੈਂ ਰਾਤ ਨੂੰ ਟੈਨਸ਼ਨ ਨਹੀਂ ਚੁੱਕਣੀ। ਮੈਨੂੰ ਲੋੜ ਵੀ ਸ਼ਰਾਬ ਦੀ ਬੋਤਲ ਪੀ ਕੇ ਸੌਵਾਂ, ਮੈਂ ਟੌਰ ਨਾਲ ਜੀਵਨ ਬਤੀਤ ਕਰੂੰਗਾ, ਮੇਰਾ ਕੰਮ ਹੈ ਭਗਤੀ ਕਰਨੀ। ਉਹ ਫਿਰ ਕਹਿੰਦੇ ਆ ਫਿਰ ਉਹ ਰੱਬ ਕਿੱਦਾਂ ਕੰਮ ਕਰੂਗਾ? ਰੱਬ ਹੀ ਕਰੂਗਾ ਤੁਹਾਡੇ ਕੰਮ। ਕਬੀਰ ਜੀ ਤੇ ਭੱਜ ਗਏ ਸੀ, ਇੰਨੇ ਪੰਡਿਤ ਆ ਗਏ, ਸਾਰੇ ਆ ਕੇ ਬੈਠੇ ਆ, ਰੋਟੀ ਪਾਣੀ ਦਾ ਅਰੇਂਜਮੈਂਟ ਕਿਹਨੇ ਕਰਨਾ? ਕਬੀਰ ਤੇ ਨਿਕਲ ਗਿਆ ਉੱਥੋਂ, ਰਾਸ਼ਨ ਤੇ ਹੈ ਕੋਈ ਨਹੀਂ। ਮਾਂ ਤੇ ਕਹਿੰਦੀ ਹੈ ਨਪੂਤ ਜੰਮਿਆ। ਨਿਜਰ ਸਾਹਿਬ ਬਿਲਕੁਲ ਸਹੀ। ਇੱਕ ਤੇ ਕੱਤ ਦਾ ਵੀ, ਥੋੜਾ ਜਿਹਾ ਕੱਤ ਦਾ ਵੀ ਆ, ਤੇ ਲੋਕਾਂ ਨੂੰ ਦੇ ਆਉਂਦਾ, ਉਹਦਾ ਥੋੜੇ ਬਹੁਤੇ ਪੈਸੇ ਵਟਾਉਂਦਾ। ਤੇ ਆਵੇ ਇੰਨੀ ਪੰਡਲੀ ਵਿਹਲੜਾਂ ਦੀ ਸੱਦੀ, ਇਹਨਾਂ ਨੂੰ ਪਤਾ ਨੀ ਕੀ ਪੜਾਉਂਦੇ ਆ, ਕਿਹੜੀ ਇਹਨਾਂ ਨੂੰ ਪੱਟੀ ਪੜਾਉਂਦੇ ਆ। ਤੇ ਉਹ ਕਹਿੰਦੇ ਆ ਕਿ ਉਹ ਇੰਨੀ ਸੰਗਤ ਆ ਗਈ ਆ, ਕਹਿੰਦੇ ਚਲੋ ਜੀ ਅੱਜ ਕਬੀਰ ਕੋਲ ਰੋਟੀ ਖਾਣੀ ਆ, ਭੰਡਾਰ ਲੱਗਣਾ, ਭੋਜਨ ਭੰਡਾਰ। ਤੇ ਕਬੀਰ ਜੀ ਨਿਕਲ ਗਏ ਡਿਗਣ ਥੁੱਕ ਲਾ ਕੇ ਕਿ ਭੰਡਾਰ ਕਾਹਦਾ ਲਾਉਣਾ, ਪਿਆ ਤੇ ਹੈ ਕੋਈ ਨਾ। ਤੇ ਉੱਥੇ ਫਿਰ ਪਰਮਾਤਮਾ ਨੂੰ ਆਉਣਾ ਪਿਆ, ਆਊਗਾ ਉਹ। ਪਰ ਸਾਨੂੰ ਵੀ ਕਬੀਰ ਵਾਂਗੂ ਬਣਨਾ ਪਊਗਾ, ਸਾਨੂੰ ਉਹਤੇ ਵਿਸ਼ਵਾਸ ਕਰਨਾ ਪਊਗਾ। ਉਹ ਇਹ ਭਾਵਨਾ ਦੀ ਗੱਲ ਹੈਗੀ ਆ। ਕੰਮ ਤੇ ਆਪਾਂ ਕਰਨੇ ਹੀ ਕਰਨੇ ਆ, ਪਰ ਜੀਵਨ ਬੜਾ ਸੌਖਾ ਹੋ ਜਾਣਾ। ਜਿਹੜੀਆਂ ਉਲਝਣਾਂ ਚ ਤੁਸੀਂ ਉਲਝੇ ਜੋ ਨਾ, ਤੁਹਾਡੇ ਕੋਲ ਸੁਲਝਣੀਆਂ ਨਹੀਂ, ਉਹ ਬੜੀਆਂ ਔਖੀਆਂ ਨੇ। ਉਹ ਗੰਢਾਂ ਤੇ ਜਿੰਨਾ ਤੁਸੀਂ ਖੋਲਣ ਦੀ ਕੋਸ਼ਿਸ਼ ਕਰੋਗੇ ਨਾ ਸੰਗਤ ਜੀ, ਉਹਨੀਆਂ ਟਿੱਕੀਆਂ ਜਾਣੀਆਂ। ਕਿਉਂਕਿ
ਜਿਹੜੀ ਵਿਧੀ ਨਾਲ ਆਪਾਂ ਖੋਲ ਰਹੇ ਹਾਂ ਉਹ ਅਸਲ ਟੈਟ ਕਰ ਰਹੇ ਹਾਂ, ਆਪਾਂ ਖੋਲ ਨਹੀਂ ਰਹੇ ਕਿਉਂਕਿ ਅਗਿਆਨ ਆ, ਭਰਮ ਹੈ। ਹਾਂਜੀ ਨਿਜਰ ਸਾਹਿਬ ਅਗਲੇ 16ਵਾਂ ਆ ਗਿਆ ਜੀ। ਹੁਣ ਪੂਰਨਮਾਸ਼ੀ ਵਾਲੀ ਗੱਲ ਆ ਗਈ। ਸ਼ਲੋਕ ਪੂਰਨ ਕਬੂ ਨਾ ਡੋਲਤਾ, ਕਹਿੰਦੇ ਹੁਣ ਤਾਂ ਪੂਰਨ ਹੋ ਗਿਆ, ਅੰਦਰ ਜਿਹੜਾ ਹੈਗਾ ਪ੍ਰਕਾਸ਼ ਹੋ ਗਿਆ। ਪੂਰਨ ਕਬੂ ਨਾ ਡੋਲਤਾ, ਕਹਿੰਦੇ ਪੂਰਨ ਜਿਹੜਾ ਹੈਗਾ ਉਹ ਕਦੀ ਡੋਲਦਾ ਹੀ ਨਹੀਂ ਆ। ਦੇਖ ਲਓ ਕਦੀ ਵੀ ਜਿਹੜਾ ਗਾਗਰ ਕੋਈ ਲੈ ਕੇ ਜਾਂਦਾ, ਘੜਾ ਕੋਈ ਸਿਰ ਤੇ ਚੁੱਕ ਕੇ ਲੈ ਜਾ, ਜੇ ਘੜਾ ਜਿਹੜਾ ਹੈਗਾ ਪੂਰਾ ਨਹੀਂ ਭਰਿਆ ਹੋਇਆ ਤੇ ਉਹ ਛਲ ਮਾਰੂਗਾ, ਜਦ ਪੂਰਾ ਭਰਿਆ ਹੋਇਆ ਉਹਨੇ ਛਲ ਨਹੀਂ ਮਾਰਨੀ। ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭਾਵ, ਉਹ ਮਾਲਕ ਪਰਮਾਤਮਾ ਪੂਰਾ ਕਰਦਾ ਹੈ ਭਾਈ। ਜਿਹਨੇ ਪਰਮਾਤਮਾ ਨੇ ਜਿਹਨੂੰ ਪੂਰਨ ਕਰਤਾ ਉਹ ਕਦੀ ਵੀ ਮਾਇਆ ਦੀਆਂ ਜਿਹੜੇ ਹੈਗੇ ਮਾਇਆ ਦੇ ਟਨਕਾਰਾਂ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ। ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭਾਵ, ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ, ਕਹਿੰਦੇ ਉਹ ਤਾਂ ਦਿਨੋਂ ਦਿਨ ਜਿਹੜਾ ਹੋਰ ਤੋਂ ਹੋਰ ਜਿਹੜਾ ਹੈਗਾ ਚਮਕੀ ਜਾਂਦਾ ਹੈ ਭਾਈ, ਹੋਰ ਤੋਂ ਹੋਰ ਚੜਾਈ ਉਚਾਈ ਦੇ ਉੱਤੇ ਪਹੁੰਚ ਰਿਹਾ ਹੈ ਤੇ ਕਦੀ ਵੀ ਘੱਟ ਨਹੀਂ ਹੁੰਦਾ, ਕਦੀ ਵੀ ਘੱਟ ਨਹੀਂ ਹੁੰਦਾ। ਹਾਂਜੀ ਵੀਰ ਜੀ। ਉਹ ਗੱਲ ਕਰ ਰਹੇ ਨੇ ਤੁਹਾਡੀ ਸੁਰਤੀ ਦੀ। ਜਦੋਂ ਸੁਰਤੀ ਇੱਕ ਆਤਮਾ ਚ ਆ ਗਈ ਨਾ, ਮਨ ਪਤਾ ਕੀ ਆ, ਮਨ ਕੁਛ ਵੀ ਨਹੀਂ ਹੈਗਾ, ਮਨ ਨੂੰ ਤੇ ਮੈਂ ਵੇਂਦਾ ਵੀ ਨਹੀਂ। ਮੈਂ ਗੱਲ ਕਰਦਾ ਸੁਰਤੀ ਦੀ, ਆਪਾਂ ਸੁਰਤੀ ਵੱਲ ਧਿਆਨ ਦੇਈਏ। ਮਨ ਕੀ ਹੈ? ਮਨ ਤੇ ਕੁਛ ਵੀ ਨਹੀਂ ਹੈਗਾ। ਮਨ ਹੈਗਾ ਜੋ ਕਚਰਾ, ਜਿਹੜਾ ਜੀਵਤ ਦਾ ਕਚਰਾ, ਜੋ ਕੋਈ ਚੀਜ਼ਾਂ ਸਾਨੂੰ ਪਸੰਦ ਨੇ, ਕੋਈ ਚੀਜ਼ਾਂ ਨਹੀਂ ਪਸੰਦ, ਗੁੱਸੇ ਰੋਸੇ ਗਿਲੇ ਸ਼ਿਕਵੇ ਦੁਨੀਆ ਭਰ ਦੇ, ਉਹ ਕੀ ਹੈ? ਉਹੀ ਤੇ ਮਨ ਬਣ ਗਿਆ, ਇਕੱਠਾ ਹੋ ਗਿਆ ਸਾਡੇ, ਜਿਹਦੇ ਨਾਲ ਮੋਹ ਕੀਤਾ ਅਗਲੇ ਨੇ ਉਹਨਾਂ ਕੀਤਾ ਨਹੀਂ। ਉਹੀ ਗੱਲਾਂ ਉਹ ਇੱਕ ਦਿਨ ਉਹ ਕਰਕੇ ਇੱਕ ਕਮਰਾ ਜਿਹੜਾ ਸਟੋਰ ਭਰ ਲਿਆ ਗੰਦ ਮੰਦ ਦਾ, ਜਿਹੜਾ ਕੋਈ ਕੰਮ ਦੀਆਂ ਚੀਜ਼ਾਂ ਫਾਲਤੂ ਦੀਆਂ ਚੀਜ਼ਾਂ ਇਕੱਠੀਆਂ ਕਰਕੇ ਬਹਿ ਗਏ। ਉਹ ਮਨ ਹੈ। ਉਹ ਮਨ ਜਿਹੜਾ ਹੈ ਉਹ ਜਦ ਤੱਕ ਸਾਡੇ ਕੋਲ ਹੈਗਾ ਉਹਨੇ ਸਾਨੂੰ ਚੰਗੀ ਚੀਜ਼ ਦੇਖਣ ਨਹੀਂ ਦੇਣੀ। ਉਹ ਹਮੇਸ਼ਾ ਹੀ ਉਹ ਸਟੋਰ 'ਚ ਕੋਈ ਚੀਜ਼ ਕੱਢ ਕੇ ਲਿਆਉਂਦਾ, ਸਾਡੇ ਗਾੜੀ ਰੱਖ ਦਿੰਦਾ। ਹੁਣ ਉਹਨੂੰ ਹੀ ਵੇਂਦੇ ਰਹਿੰਦੇ ਆ, ਉਹ ਵੇਖ ਕੇ ਤੇ ਉਹ ਸਾਡਾ ਕੰਮ ਚੱਲਦਾ ਰਹਿੰਦਾ। ਹੁਣ ਉੱਤੇ ਗੁਰੂ ਜੀ ਨੇ ਕਿਹਾ ਨਾ ਕਿ ਉਹਦੀ ਉੱਤੇ ਮਿਟਾ ਦਿੱਤੀ ਆ ਜਿਹੜਾ ਦੁਰਮਤ ਮਿੱਟੀ। ਉਹ ਕੀ ਕਰਦੇ ਕਿ ਉਹ ਅੰਮ੍ਰਿਤ ਜਿਹੜਾ ਨਾਮ ਰੂਪੀ ਅੰਮ੍ਰਿਤ ਕਰਦਾ ਕਿ ਉਹ ਸਟੋਰ ਹੀ ਖੋਹ ਲੈਂਦਾ ਸਾਡੇ ਤੋਂ। ਜਿੱਥੋਂ ਫਾਈਲਾਂ ਲਿਆਉਂਦਾ ਨਾ ਕੱਢ ਕੇ, ਉਹ ਫਾਈਲਾਂ ਕੱਢ ਲੈਂਦਾ ਸਾਰੀਆਂ। ਉਹ ਕਹਿੰਦਾ ਤੇਰੀਆਂ ਫਾਈਲਾਂ ਤੇ ਲਕੀਰ ਵੱਜੀ, ਹੁਣ ਕਿੱਥੋਂ ਫਾਈਲ ਲਿਆਏਗਾ? ਤੇ ਉਹ ਫਿਰ ਕਹਿੰਦੇ ਆ ਕਿ ਹਾਂ ਉਹ ਫਾਈਲ ਹੁਣ ਹੈਗੀ ਨਹੀਂ ਤੇ ਮਨ ਵੀ ਨਹੀਂ ਹੈਗਾ ਫਿਰ। ਤੇ ਜਦੋਂ ਉਹ ਨਹੀਂ ਹੈਗਾ ਤੇ ਜਿਹੜੀ ਕਹਿੰਦੀ ਬਾਣੀ ਤੇ ਕਹਿੰਦੀ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਤੇ ਹੁਣ ਉਹੀ ਹੈਗਾ, ਮੈਂ ਤੇ ਹੈ ਨਹੀਂ, ਕਿਉਂਕਿ ਮੇਰੀ ਤੇ ਫਾਈਲ ਹੀ ਬੰਦ ਹੋ ਗਈ ਹੈ। ਬਿਲਕੁਲ। ਤੇ ਉਹ ਜਦੋਂ ਬੰਦਾ ਆਤਮਾ ਚ ਲੀਨ ਹੋ ਜਾਂਦਾ ਫਿਰ ਮੈਂ ਨਹੀਂ ਹੁੰਦਾ ਉੱਥੇ, ਫਿਰ ਤੂੰ ਹੁੰਦਾ ਵਾ। ਤਾਂ ਤੂੰ ਹਉਮੈ ਮਿਟ ਗਈ ਆ। ਹਉਮੈ ਗੱਲਾਂ ਨਾਲ ਥੋੜੀ ਮਿਟਣੀ ਆ। ਹਉਮੈ ਨੂੰ ਅੰਮ੍ਰਿਤ ਨੇ ਹੀ ਖਤਮ ਕਰਨਾ ਹੈ, ਨਸ਼ਟ ਕਰਨਾ ਹੈ। ਹਉਮੈ ਨੂੰ ਮਿਟਾ ਨਹੀਂ ਸਕਦੇ। ਜਾਂ ਤੇ ਤੂੰ ਆ ਤੇ ਜਾਂ ਮੈਂ ਵਾਂ, ਦੋਵੇਂ ਇਕੱਠੇ ਨਹੀਂ ਹੋ ਸਕਦੇ। ਤੇ ਜਦੋਂ ਬਾਣੀ ਚ ਆ ਗਿਆ ਵਾ ਹਉਮੈ ਮਿਟ ਗਈ, ਮਤਲਬ ਮੈਂ ਮਿਟ ਗਿਆ। ਮੈਂ ਮਿਟ ਗਿਆ ਤੇ ਫੈਲ ਵੀ ਮਿਟ ਗਈ ਨਿਜਰ ਸਾਹਿਬ। ਬਿਲਕੁਲ ਸਹੀ ਆ। ਪਹਿਲੀ ਗੱਲ ਦੁਰਮਤ ਜਿਹੜਾ ਹੈਗਾ ਭੈੜੇ ਪਾਸੇ ਜਿਹੜਾ ਹੈਗਾ ਜਿਹੜੀਆਂ ਬਿਰਤੀਆਂ ਜਾ ਰਹੀਆਂ ਸੀਗੀਆਂ, ਦੁਰਮਤ ਜਿਹੜੀ ਹੈਗੀ ਛੁੱਟੀ, ਉਹ ਛੁੱਟ ਗਈ ਦੁਰਮਤ ਤੇ ਹਉਮੈ ਮਿਟੀ, ਹਉਮੈ ਮਿਟ ਗਈ। ਹਾਂ, ਉਹ ਜੇ ਦੁਰਮਤ ਤਾਂ ਮਿਟ ਗਈ ਜਿਹੜਾ ਪਹਿਲਾਂ ਡਾਟਾ ਸੀ ਉਹਦੇ ਸਿਰ ਤੇ ਕੰਮ ਕਰਦੇ ਆ, ਜੀਵਨ ਉਹਦੇ ਸਿਰ ਤੇ ਚੱਲਣ ਦੇ। ਕਿਉਂਕਿ ਸਾਡਾ ਜੀਵਨ ਇੱਕ ਪਟਰੀਆਂ ਨੂੰ ਚੱਲਦਾ, ਬਾਰ-ਬਾਰ ਅਸੀਂ ਉਹ ਕੰਮ ਕਰਦੇ ਆ। ਸਵੇਰੇ ਉੱਠਣਾ, ਜਿਹੜੇ ਕੰਮ ਉਹ ਕਰਦੇ ਆ ਉੱਥੇ ਉਤਰੇ ਜਾਣਾ, ਬਾਰ-ਬਾਰ ਸੁਰਤੀ ਉਹਨਾਂ ਕੰਮਾਂ 'ਚ ਜਾਣੀ, ਬਾਰ-ਬਾਰ ਉੱਥੇ। ਹੁਣ ਉਹ ਹੈ ਹੀ ਨਹੀਂ, ਲੀਕਾਂ ਹੀ ਬੰਦ ਹੋ ਗਈਆਂ। ਹੁਣ ਜਾਣੀ ਕਿੱਥੇ ਸੁਰਤੀ ਸ਼ਾਂਤ ਹੋ ਕੇ ਬਹਿ ਗਈ। ਹਾਂਜੀ ਠੀਕ ਹੈ ਨਿਜਰ ਸਾਹਿਬ। ਤੇ ਸ਼ਲੋਕ ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭਾਵ, ਕਹਿੰਦੇ ਉਹ ਪੂਰੇ ਪਰਮਾਤਮਾ ਨੇ ਪੂਰਾ ਕੀਤਾ ਹੈ। ਉਹ ਕਿਵੇਂ ਡੋਲ ਸਕਦਾ ਆ? ਉਹ ਤਾਂ ਵਧੀ ਜਾਊਗਾ। ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ, ਕਹਿੰਦੇ ਕਦੀ ਘੱਟ ਹੁੰਦਾ ਹੀ ਨਹੀਂ। ਉਹ ਤਾਂ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰਦਾ ਹੈ ਭਾਈ। ਹਾਂਜੀ ਵੀਰ ਬਿਲਕੁਲ ਸਹੀ ਆ। ਉਹ ਕਹਿੰਦੇ ਨਾ ਉਹਨੇ ਡੋਲਣਾ ਵਾ, ਨਾ ਉਹਨੂੰ ਕੋਈ ਡਲਾ ਸਕਦਾ। ਉਹ ਨਹੀਂ ਡੋਲਦਾ, ਉਹ ਕਿਉਂਕਿ ਉਹਦਾ ਲਿੰਕ ਬਹੁਤ ਵੱਡੀ ਚੀਜ਼ ਨਾਲ ਜੁੜ ਗਿਆ। ਇਹ ਜਿਹੜੇ ਉਸ ਬ੍ਰਹਿਮੰਡ ਦੇ ਅੰਦਰ ਜਿਹੜਾ ਰੇਤਾ ਦਾ ਖਾਣੇ ਆ, ਉਹ ਤੋਂ ਵੀ ਛੋਟੀ ਆ ਧਰਤੀ ਤੇ। ਉਹ ਜਦੋਂ ਉਸ ਬ੍ਰਹਮ ਦੇ ਨਾਲ ਸਾਡਾ ਸੰਬੰਧ ਜੁੜ ਜਾਂਦਾ ਤੇ ਸਾਨੂੰ ਕੋਈ ਲਾ ਹੀ ਨਹੀਂ ਸਕਦਾ। ਬਿਲਕੁਲ ਸਹੀ ਗੱਲ ਹੈ ਜੀ। ਕਿ ਬਹੁਤ ਜ਼ਿਆਦਾ ਸਟਰੋਂਗ ਹੋ ਗਏ ਆ ਸਾਡੇ ਅੰਦਰ, ਹਲਚਲ ਨਹੀਂ ਪੈਦਾ। ਤੁਸੀਂ ਕਦੇ ਸਾਲ ਡੇਢ ਸਾਲ ਸਾਧਨਾ ਕਰ ਲਈ ਨਾ, ਉਹ ਮਹਾਤਮਾ ਬੁੱਧ ਐਵੇਂ ਨਹੀਂ ਥੁੱਕ ਉਹਦੇ ਮੂੰਹ ਤੇ ਥੁੱਕਦਾ ਕਿ ਇਹਨੇ ਕਿਹਾ ਹੀ ਨਹੀਂ ਕੁਛ। ਉਹੀ ਆ, ਉਹ ਬ੍ਰਹਮ ਨਾਲ ਜੁੜਿਆ। ਉਹ ਉਹਦੇ ਅਸਰ ਹੀ ਨਹੀਂ ਹੋਣਾ ਥੁੱਕਦਾ, ਨਾ ਉੱਤੇ ਗਾਲਾਂ ਦਾ ਅਸਰ ਹੋਣਾ। ਜੋ ਮਰਜ਼ੀ ਕੱਢ ਲਓ, ਜਿੰਨੀ ਮਰਜ਼ੀ ਚੁਗਲੀ ਕਰ ਲਓ, ਉਹਨੇ ਨਹੀਂ ਕੋਈ ਚੁਗਲੀ ਕਰਨੀ, ਕਿਉਂਕਿ ਉਹ ਪੂਰਾ ਹੋ ਗਿਆ ਅੰਦਰੋਂ। ਜਿਹੜਾ ਖਾਲੀ ਆ ਉਹਨੇ ਤੇ ਇਹੋ ਜਿਹੇ ਕੰਮ ਕਰਨੇ, ਮਾੜੇ ਕੰਮ ਕਰਨੇ ਆ। ਜਿਹੜਾ ਭਰਿਆ ਉਹਨੂੰ ਕੀ ਲੋੜ ਕੋਈ ਚੁਗਲੀ ਕਰਨ? ਕੋਈ ਸ਼ਾਂਤ ਹੋ ਕੇ ਬੈਠਾ। ਹਾਂਜੀ ਠੀਕ ਹੈ ਜੀ। ਦਿਨ ਰਾਤ ਚੜੇ ਸਵਾਈਏ।
ਨਾਨਕ ਹੋਤ ਨਾ ਘਾਟ। ਦਿਨ ਦਿਨ ਜਿਹੜਾ ਸਵਾਇਆ ਹੀ ਚੜਦਾ, ਵਧੀ ਜਾਂਦਾ। ਹਾਂ, ਦਿਨ ਦਿਨ ਚੜੇ ਸਵਾਏ। ਹਾਂ, ਉਹ ਮਤਲਬ ਕੀ ਹੁੰਦਾ ਕਿ ਜਦੋਂ ਤੁਹਾਡੀ ਇਸੀ ਸੁੱਤੀ ਆਤਮਾ ਤੱਤ ਸਥਿਰ ਹੋ ਗਈ, ਸਮਾਧੀ ਹੋਰ ਗਹਿਰੀ ਹੁੰਦੀ ਜਾਣੀ, ਹੋਰ ਗਹਿਰੀ ਹੁੰਦੀ ਜਾਣੀ। ਜਿਵੇਂ ਜਿਵੇਂ ਸਮਾਧੀ ਗਹਿਰੀ ਹੁੰਦੀ ਗਈ, ਉਹ ਜਿਹੜਾ ਅੰਦਰ ਆਨੰਦ ਆ, ਉਹਦਾ ਖੇੜਾ, ਉਹਦੀ ਪਿਓਰਿਟੀ, ਜਿੱਦਾਂ ਮਤਲਬ ਇਹਨੂੰ ਮੈਂ ਫਿਲਟਰ ਕਹਿ ਸਕਦਾ। ਜਿਵੇਂ ਜਿਵੇਂ ਆਪਾਂ ਸੁਰਤੀ ਨੂੰ ਉੱਥੇ ਖੜਦੇ ਹਾਂ, ਸਾਡੀ ਸੁਰਤੀ 'ਚ ਨਾ ਪਵਿੱਤਰਤਾ ਆਉਂਦੀ ਆ, ਇੱਕਦਮ ਸ਼ੁੱਧ ਮੋਤੀ ਦੇ ਵਾਂਗੂ ਬਣਦੀ ਜਾਂਦੀ, ਉਹ ਤੋਂ ਮਿਲਾਵਟ ਖਤਮ ਹੋ ਜਾਂਦੀ ਹੈ ਤੇ ਪਿਓਰ ਚ ਉਹਨੇ ਆ ਜਾਣਾ, ਔਰ ਜੋ ਵੀ ਖੋਟ ਹੈ ਸੜਦੀ ਜਾਣੀ। ਔਰ ਇਹ ਪ੍ਰੋਸੈਸ ਬਹੁਤ ਸ਼ਾਨਦਾਰ ਹੈ। ਹਾਂਜੀ ਨਜ਼ਰ ਸਾਹਿਬ, ਅੱਗੇ ਪੌੜੀ ਆ ਗਈ, ਇਸੇ ਨੂੰ ਪੌੜੀ ਖੋਲ ਰਹੀ ਹੈ ਵੀ ਪੂਰਨ ਕਿਹਨੂੰ ਕਹਿ ਰਹੇ ਆ ਮਹਾਰਾਜ? ਉਹ ਪੂਰਨ ਪਰਮਾਤਮਾ ਕਿਵੇਂ ਪੂਰਨ ਹੈ, ਕੀ ਹੈ ਉਹਦੇ ਵਿੱਚ ਕੁਆਲਿਟੀਆਂ, ਉਹ ਪਰਮਾਤਮਾ ਦੇ ਬਾਰੇ ਗਿਆਨ ਦੇ ਰਹੇ। ਪੌੜੀ ਪੂਰਨ ਮਾਂ ਕਹਿੰਦੇ ਪੂਰਨਮਾਸ਼ੀ, ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ, ਕਹਿੰਦੇ ਉਹ ਸਭ ਤੋਂ ਪਹਿਲਾਂ ਪੂਰਨ ਪਰਮਾਤਮਾ ਹੈਗਾ, ਇੱਕ ਪਰਮਾਤਮਾ ਹੈਗਾ, ਉਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਰਵਿਆ ਹੋਇਆ ਹੈ। ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ, ਉਹੀ ਜਿਹੜਾ ਹੈਗਾ ਕਰਨ ਕਾਰਨ ਸਮਰੱਥ ਆ, ਉਹ ਕਾਰਨ ਵੀ ਉਹੀ ਆ ਤੇ ਕਰਨ ਵਾਲਾ ਵੀ ਉਹੀ ਆ, ਔਰ ਸਮਰੱਥ ਹੈਗਾ ਪੂਰਾ। ਜੀ ਜੰਤ ਦਿਆਲ ਪੁਰਖ ਸਭ ਉੱਪਰ ਜਾ ਕਾ ਹੱਥ, ਕਹਿੰਦੇ ਉਹ ਜਿੰਨੇ ਵੀ ਜੀ ਜੰਤ ਮਾਲਕ ਨੇ ਪੈਦਾ ਕੀਤੇ ਆ, ਉਹ ਕਿਸੇ ਨਾਲ ਉਹਦਾ ਗੁੱਸਾ ਨਹੀਂ ਹੈਗਾ, ਸਾਰਿਆਂ ਦੇ ਉੱਤੇ ਦਿਆਲ ਹੈਗਾ, ਉਹ ਸਾਰਿਆਂ ਦੇ ਉੱਤੇ ਉਸ ਮਾਲਕ ਪਰਮਾਤਮਾ ਦਾ ਹੱਥ ਹੈਗਾ। ਜਿਹੜੇ ਨਹੀਂ ਸਿਮਰਦੇ, ਜਿਹੜੇ ਹੈਗੇ, ਜਿਹੜੇ ਨੈਗੇਟਿਵਿਟੀ ਦੇ ਵਿੱਚ ਆ, ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਆ, ਉਹਨਾਂ ਦੇ ਉੱਤੇ, ਉਹਨਾਂ ਦੇ ਸਿਰ ਤੇ ਵੀ ਉਹਦਾ ਹੱਥ ਹੈ ਮਾਲਕ ਦਾ। ਜੀ ਜੰਤ ਦਿਆਲ ਪ੍ਰਭ ਦਿਆਲ ਪੁਰਖ ਸਭ ਉੱਪਰ ਜਾ ਕਾ ਹੱਥ, ਗੁਣ ਨਿਧਾਨ ਗੋਬਿੰਦ ਗੁਰ, ਕਹਿੰਦੇ ਉਹ ਗੁਣਾਂ ਦਾ ਖਜ਼ਾਨਾ ਹੈਗਾ ਪਰਮਾਤਮਾ, ਉਹ ਸਭ ਤੋਂ ਵੱਡਾ ਗੁਰੂ ਹੈਗਾ। ਗੋਬਿੰਦ ਪਰਮਾਤਮਾ ਸਭ ਤੋਂ ਵੱਡਾ ਗੁਰੂ, ਕੀਆ ਜਾ ਕਾ ਹੋਏ, ਉਹਦਾ ਕੀਤਾ ਹੀ ਹੁੰਦਾ ਹੈ ਦੁਨੀਆ ਦੇ ਵਿੱਚ। ਅੰਤਰਜਾਮੀ ਪ੍ਰਭ ਸੁਜਾਨ, ਕਹਿੰਦੇ ਉਹ ਤੇਰੇ ਜਾਮੇ ਦੇ ਅੰਦਰ ਹੈ, ਹਰੇਕ ਦੇ ਅੰਦਰ ਦੀ ਜਾਣਨ ਵਾਲਾ ਹੈ ਉਹ ਮਾਲਕ ਪਰਮਾਤਮਾ, ਉਹ ਸੁਜਾਨ ਹੈਗਾ, ਉਸ ਤੋਂ ਜ਼ਿਆਦਾ ਜਾਣਕਾਰ ਕੋਈ ਨਹੀਂ ਹੈਗਾ। ਅਲਖ ਨਿਰੰਜਨ ਸੋਏ, ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਮ ਲਖਿਆ ਨਹੀਂ ਜਾਂਦਾ, ਇੰਦਰੀਆਂ ਦੀ ਪਹੁੰਚ ਤੋਂ ਜਿਹੜਾ ਹੈਗਾ ਅਪਹੁੰਚ ਹੈਗਾ ਮਾਲਕ ਪਰਮਾਤਮਾ। ਨਿਰੰਜਨ ਹੈਗਾ, ਮਾਇਆ ਤੋਂ ਅੰਜਨ ਤੋਂ ਪਰੇ ਹੈਗਾ, ਸੋਏ ਉਹ ਮਾਲਕ ਪਰਮਾਤਮਾ। ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ, ਕਹਿੰਦਾ ਉਹ ਪਾਰ ਬ੍ਰਹਮ ਆ, ਇਹ ਸੰਸਾਰ ਸਮੁੰਦਰ ਤੋਂ ਪਰੇ ਆ ਬ੍ਰਹਮ ਹੈਗਾ, ਇਹ ਉਹਦੀ ਰਚਨਾ ਹੈਗੀ, ਉਹਦੀ ਛਾਇਆ ਹੈਗੀ। ਪਾਰ ਬ੍ਰਹਮ ਪਰਮੇਸ਼ਰ, ਉਹ ਪਰਮੇਸ਼ਰ ਮਾਲਕ ਪਰਮਾਤਮਾ ਹੈਗਾ ਭਾਈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ। ਸਭ ਵਿਦ ਜਾਣਨ ਹਾਰ, ਕਹਿੰਦੇ ਸਾਰੀਆਂ ਵਿਧੀਆਂ ਉਹਦੇ ਕੋਲ, ਸਾਰੀ ਪ੍ਰੋਸੈਸ, ਸਾਰੇ ਜਿਹੜੇ ਹੈ ਫਾਰਮੂਲੇ ਜਿਹੜੇ ਹੈਗੇ, ਸਾਰੇ ਜਿਹੜੇ ਹੈਗੇ ਨੁਕਤੇ, ਸਾਰੀਆਂ ਵਿਧੀਆਂ, ਸਭ ਕੁਝ ਹੈਗੀਆਂ, ਸਭ ਕੁਝ ਜਾਣਦਾ ਹੈ ਮਾਲਕ ਪਰਮਾਤਮਾ। ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ, ਸੰਤ ਸਹਾਈ ਸ਼ਰਨ ਜੋਗ 8 ਪੈਰ ਨਮਸਕਾਰ। ਆਹ ਗੱਲ ਯਾਦ ਰੱਖ ਲਾ, ਸੰਤਾਂ ਦੀ ਸਹਾਇਤਾ ਕਰਦਾ ਹੈ, ਉਹ ਧਿਆਨ ਸਿਮਰਨ ਕਰਨ ਵਾਲਿਆਂ ਦੀ ਸਹਾਇਤਾ ਕਰਦਾ ਹੈ, ਤੇ ਸ਼ਰਨਯੋਗ ਹੈਗਾ, ਜਿਹੜਾ ਵੀ ਸ਼ਰਨ ਦੇ ਵਿੱਚ ਆ ਗਿਆ ਉਹਨੇ ਉਹਦੀ ਰਕਸ਼ਾ ਕਰਨੀ ਆ, ਸਮਰੱਥ ਹੈਗਾ, ਪਾਵਰਫੁਲ ਹੈਗਾ। 8 ਪਹਿਰ ਨਮਸਕਾਰ, ਕਹਿੰਦੇ ਸਮਾਂ ਤੇਰੇ ਕੋਲ ਮਿਲਿਆ ਹੋਇਆ ਪਿਆਰਿਆ, 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ, ਮੈਕਸੀਮਮ ਦੇਖ ਲਾ, ਧਿਆਨ ਸਿਮਰਨ ਕਰ ਲਾ, ਮਾਲਕ ਪਰਮਾਤਮਾ ਨੂੰ ਨਮਸਕਾਰ ਕਰ ਲਾ, ਉਹਦੀ ਭਗਤੀ ਕਰ ਲਾ। ਨਹੀਂ ਤਾਂ ਅਕਥ ਕਥਾ ਨਹਿ ਬੂਝੀਏ ਸਿਮਰੋ ਹਰ ਕੇ ਚਰਨ, ਇਹ ਅਕਥ ਕਥਾ ਹੈ ਪਿਆਰਿਆ, ਇਹ ਅੱਖਰਾਂ ਦੇ ਵਿੱਚ ਨਹੀਂ ਦੱਸ ਸਕਦੇ। ਹੁਣ ਆਖਰੀ ਤੇ ਆਏ ਆ ਮਹਾਰਾਜ, ਜਿਹੜੇ 16ਵਾਂ ਤੇ ਅੱਗੇ 17ਵਾਂ ਹੈਗਾ, ਕਹਿੰਦੇ ਤੈਨੂੰ ਇੰਨਾ ਜਿਹੜਾ ਹੈਗਾ ਮੈਂ ਕੋਸ਼ਿਸ਼ ਕਰ ਦਿੱਤੀ ਆ, 16 ਸ਼ਲੋਕ ਲੈ ਕੇ, 16 ਪੌੜੀਆਂ ਲੈ ਕੇ, ਸਾਰਾ ਗਿਆਨ ਤੈਨੂੰ ਦੇ ਕੇ, ਤੇ ਕੋਸ਼ਿਸ਼ ਕੀਤੀ ਹੈ ਵੀ ਅਕਥ ਕਥਾ ਜਿਹੜੀ ਹੈ ਤੈਨੂੰ ਸਮਝਾ ਦਿੱਤੀ ਜਾਏ। ਇਹ ਅੱਖਰਾਂ ਦੇ ਵਿੱਚ ਨਹੀਂ ਕਹੀ ਸਮਝਾਈ ਜਾ ਸਕਦੀ, ਬੋਲ ਕੇ ਨਹੀਂ ਸਮਝਾਈ ਜਾ ਸਕਦੀ ਭਾਈ, ਇਹਨੂੰ ਬੁੱਝਣਾ ਪੈਂਦਾ ਹੈ, ਪ੍ਰੈਕਟੀਕਲ ਕਰਨਾ ਪੈਂਦਾ ਹੈ। ਅਕਥ ਕਥਾ ਨਹਿ ਬੂਝੀਏ ਸਿਮਰੋ ਹਰ ਕੇ ਚਰਨ, ਕਹਿੰਦੇ ਬੁੱਝਣੀ ਹੈ ਤੇ ਤੂੰ ਵੀ ਐਕਸਪੀਰੀਅੰਸ ਕਰਨਾ ਹੈ ਤੇ ਪਿਆਰਿਆ ਅਨੁਭਵ ਕਰਨਾ ਹੈ, ਤੇ ਸਿਮਰਨ ਸ਼ੁਰੂ ਕਰ ਦੇ ਭਾਈ, ਪਰਮੇਸ਼ਰ ਦੇ ਸ਼ਬਦ ਰੂਪੀ ਚਰਨ, ਸ਼ਬਦ ਅਭਿਆਸ ਕਰਨਾ ਸ਼ੁਰੂ ਕਰ ਦੇ, ਧਿਆਨ ਸਿਮਰਨ ਸ਼ੁਰੂ ਕਰ ਦੇ। ਪਤਿਤ ਉਦਾਹਰਨ ਅਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ, ਉਹ ਮਾਲਕ ਪਰਮਾਤਮਾ ਹੀ ਜਿਹੜਾ ਹੈਗਾ ਪਤਿਤ ਨੂੰ ਉਦਾਹਰਨ ਕਰਨ ਵਾਲਾ ਹੈ, ਉਹਦਾ ਪਤਿਤ ਨੂੰ ਉਦਾਹਰਨ ਕਰਨ ਵਾਲਾ ਜਿਹੜਾ ਨਾਮ ਹੈ, ਉਹਨੇ ਮਾਲਕ ਪਰਮਾਤਮਾ ਨੇ ਪਤਿਤ ਨੂੰ ਉਦਾਹਰਨਾ ਹੈ ਭਾਈ।
ਪਤਿਤ ਨੂੰ ਹੀ ਉਦਾਹਰਨਾ ਹੈ ਮਾਲਕ ਪਰਮਾਤਮਾ ਨੇ। ਇਹੀ ਤਾਂ ਹੈ ਖੇਡ। ਪਤਿਤ ਕੀ ਹੈ? ਇਹ ਕਾਮ ਕ੍ਰੋਧ ਲੋਭ ਹੰਕਾਰ ਵਿਸ਼ੇ ਵਿਕਾਰ, ਇਹ ਸਵਾਦ ਸਾਰੇ ਕੀ ਹੈ? ਇਹ ਮਾਲਕ ਨੇ ਸਪੈਸ਼ਲੀ ਪਰਪਸਲੀ ਡਿਜ਼ਾਈਨ ਕਰਕੇ ਪਾਏ ਹੋਏ ਆ। ਕੋਈ ਚੀਜ਼ ਉਹਦੀ ਦ੍ਰਿਸ਼ਟੀ ਤੇ ਪਾਪ ਪੁੰਨ ਕੁਛ ਹੈ ਹੀ ਨਹੀਂ, ਉਹਨੇ ਆਪ ਹੀ ਤਾਂ ਪਾਏ ਹੋਏ ਆ। ਜੇ ਇੰਨਾ ਜਿਹੜਾ ਹੁੰਦਾ ਤੇ ਪਾਪਾਂ ਤੋਂ ਦੂਰ ਕਰਨ ਵਾਲਾ ਉਹ ਜੇ ਹੁੰਦਾ ਤੇ ਫਿਰ ਇਹ ਖੇਡ ਹੀ ਗੱਲ ਹੀ ਪਾਉਣੀ ਸੀ ਉਹਨੇ ਪਾਪਾਂ ਵਾਲੀ। ਪਤਿਤ ਉਦਾਹਰਣ ਅਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ। ਕਹਿੰਦੇ ਭਾਈ ਉਹੀ ਆ ਅਨਾਥਾਂ ਦਾ ਨਾਥ। ਹੋ ਜਾ ਨਾਥ ਤੇ ਹੋ ਲੈ ਲਾ ਸ਼ਰਨ ਨਾਥ ਦੀ। ਚਲੇ ਜਾ ਪਰਮਾਤਮਾ ਦੀ ਸ਼ਰਨ ਦੇ ਵਿੱਚ। ਸ਼ੁਰੂ ਕਰ ਦੇ ਧਿਆਨ ਸਿਮਰਨ। ਪਤਿਤ ਉਦਾਹਰਣ ਅਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿਜੇ ਸਾਹਿਬ। ਤੇ ਮੈਂ ਇੱਥੇ ਨਿਬੇੜਦਾ ਇਹਨੂੰ। ਹਾਂਜੀ ਹਾਂਜੀ। ਪਹਿਲੀ ਸਭ ਕੋ ਬੋਲਦੇ ਨਿਜੇ ਸਾਹਿਬ। ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ। ਆਓ ਕਹਿੰਦੇ ਪੂਰਨਮਾਸ਼ੀ ਵਾਂਗੂ ਨਾ ਜਿੱਦਾਂ ਪੂਰਾ ਚੰਦਰਮਾ ਚੜ ਜਾਂਦਾ ਔਰ ਉਹਦੀ ਉਸੇ ਤਰ੍ਹਾਂ ਜਿੱਦਾਂ ਪੂਰਾ ਚੰਦਰਮਾ ਚੜ ਜਾਂਦਾ ਉਸੇ ਤਰ੍ਹਾਂ ਕਹਿੰਦੇ ਕਿ ਉਹ ਪੂਰਨ ਹੈ ਪਰਮਾਤਮਾ। ਤੇ ਕਾਰਨ ਸਮਰੱਥ। ਹਾਂ ਉਹ ਇਹ ਜੋ ਦਿਖਾਈ ਦਿੰਦਾ ਹੈ ਜਾਂ ਨਹੀਂ ਦਿਖਾਈ ਦਿੰਦਾ, ਇਹਦੇ ਪਿੱਛੇ ਕੇਵਲ ਇੱਕੋ ਸ਼ਕਤੀ ਹੈ, ਬ੍ਰਹਮ, ਪਾਰ ਬ੍ਰਹਮ। ਠੀਕ ਹੈ ਨਾ? ਜੈਸੇ ਅਗਰ ਤੋਂ ਬੋਲ ਜੀ ਜੰਤ ਦਿਆਲ ਪੁਰਖ ਸਭ ਉੱਪਰ ਜਾ ਕਾ ਹੱਥ। ਕਹਿੰਦੇ ਜੀ ਜੰਤ ਜਿੰਨੇ ਵੀ ਪੈਦਾ ਕੀਤੇ ਆ ਮਾਲਕ ਪਰਮਾਤਮਾ ਹਮੇਸ਼ਾ ਹਰੇਕ ਤੇ ਦਿਆਲ ਆ। ਉਹ ਪੁਰਖ ਹੈਗਾ, ਸਾਰਿਆਂ ਤੇ ਉਹਦਾ ਹੱਥ ਹੈਗਾ। ਸਾਰੀ ਜਿਹੜੇ ਦੁਨੀਆ ਦੇ ਵਿੱਚ ਜਿੰਨੇ ਵੀ ਜੀ ਜੰਤ ਹੈਗੇ ਤੁਰੇ ਫਿਰਦੇ ਆ ਸਾਰੇ ਦੇ ਸਾਰੇ, ਜੇ ਮਾਲਕ ਦਾ ਹੱਥ ਨਾ ਹੋਏ ਤੇ ਕਿਵੇਂ ਤੁਰ ਫਿਰ ਸਕਦੇ ਆ ਭਾਈ। ਹਾਂਜੀ ਬਿਲਕੁਲ। ਉਹ ਕਹਿੰਦੇ ਨੇ ਕਿ ਇਹ ਧਰਤੀ ਐੜੀਆਂ ਲੱਖਾਂ ਕਰੋੜਾਂ ਧਰਤੀਆਂ, ਸਾਰੀਆਂ ਧਰਤੀਆਂ ਦੇ ਵਿੱਚ ਜਿੰਨਾ ਵੀ ਜੀਵ ਜੰਤੂ, ਆਪ ਜਸਟ ਸੋਚੋ, ਆਪਾਂ ਘਰੇ ਟੈਂਕੀ 'ਚ ਪਾਣੀ ਭਰਦੇ ਆ ਨਾ, ਦਿਨ 'ਚ 2-3 ਵਾਰੀ ਭਰਨੀ ਪੈਂਦੀ ਹੈ ਸਾਨੂੰ। ਕੇਰੀ ਭੁੱਲ ਗਈ ਤੇ ਭਾਦੀ ਬਣ ਜਾਂਦੀ ਹੈ। ਪਰ ਪਰਮਾਤਮਾ ਦੇ ਘਰ ਏਦਾਂ ਨਹੀਂ ਹੈਗਾ। ਐਸਾ ਅਰੇਂਜਮੈਂਟ, ਐਸੀ ਪ੍ਰੋਗਰਾਮਿੰਗ, ਕਿੰਨੇ ਕੀੜੇ ਮਕੌੜੇ ਹਰ ਧਰਤੀ ਦੇ ਉਹਨਾਂ ਨੂੰ ਰਿਜ਼ਕ ਪਹੁੰਚ ਰਿਹਾ। ਸਾਰੇ ਉਹਦੀ ਨਜ਼ਰ ਦੇ ਵਿੱਚ, ਉਹਦੀ ਨਜ਼ਰ ਤੋਂ ਲੁਕਿਆ ਨਹੀਂ। ਤਾਂਹੀਓ ਤੂੰ ਜਿੰਦਾ ਨੇ, ਉਹ ਤੇ ਜਿੰਦਾ ਕਿੱਦਾਂ ਰਹਿ ਸਕਦੇ ਆ? ਅਸੀਂ ਤੇ ਬੈਠੇ ਆ ਤੇ ਸਾਨੂੰ ਰਾਸ਼ਨ ਕੋਈ ਸਾਡੀ ਕੰਪਨੀ ਭੇਜਣ ਦੀ ਤਾਂ ਹੀ ਤੇ ਖਾਣੇ ਆ, ਉਦਾਂ ਹੀ ਕਿੱਥੇ ਰਵਾਂਗੇ ਸਮੁੰਦਰ ਦੇ ਵਿੱਚ। ਉਸੇ ਹੀ ਤਰ੍ਹਾਂ ਇਹ ਜਿੰਨੇ ਵੀ ਜੀਵ ਨੇ, ਜੰਤੂ ਨੇ, ਉਹਨਾਂ ਨੂੰ ਰਿਜ਼ਕ ਪਹੁੰਚ ਰਿਹਾ ਕਿਉਂਕਿ ਉਹ ਸਾਰੇ ਉਹਦੇ ਅੰਦਰੋਂ ਹੀ ਉਪਜੇ ਨੇ, ਉਹਦਾ ਹੀ ਇੱਕ ਰੂਪ ਆ। ਹਾਂਜੀ ਨਿਜਰ ਗੁਣ ਨਿਧਾਨ ਗੋਬਿੰਦ ਗੁਰ। ਕਹਿੰਦੇ ਗੁਣਾਂ ਦਾ ਖਜ਼ਾਨਾ ਹੈ ਉਹ ਸਭ ਤੋਂ ਵੱਡਾ ਗੁਰੂ ਹੈ। ਗੁਰੂ ਹੈਗਾ ਉਹ, ਸਾਰੇ ਗੁਰੂਆਂ ਦਾ ਗੁਰੂ ਹੈ। ਗੁਰੂ ਕੰਟਾਲ ਹੈਗਾ ਉਹ ਪਰਮਾਤਮਾ। ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾਕਾ ਹੋਏ। ਕਹਿੰਦੇ ਉਹਦਾ ਹੀ ਕੀਤਾ ਹੋਇਆ ਹੁੰਦਾ ਹੈ ਸਾਰਾ ਦੁਨੀਆ ਦੇ ਵਿੱਚ। ਅੰਤਰਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ। ਕਹਿੰਦੇ ਉਹ ਅੰਤਰਜਾਮੀ ਹੈ, ਹਰੇਕ ਚੀਜ਼ ਜਾਣਦਾ ਹੈ, ਅੰਦਰ ਦੀ ਵੀ ਜਾਣਦਾ ਹੈ ਔਰ ਸੁਜਾਨ ਹੈਗਾ, ਸਭ ਕੁਝ ਜਾਣਨ ਵਾਲਾ ਹੈ ਮਾਲਕ ਪਰਮਾਤਮਾ। ਔਰ ਅਲਖ ਹੈਗਾ, ਉਹ ਅਪਹੁੰਚ ਹੈਗਾ ਇੰਦਰੀਆਂ ਤੇ ਮਨ ਦੀ ਪਕੜ ਤੋਂ। ਉਹਦੇ ਕੋਲ ਜਿਹੜਾ ਹੈਗਾ ਕੇਵਲ ਜਿਹੜਾ ਹੈਗਾ ਆਪਾਂ ਇਹ ਧਿਆਨ ਸਿਮਰਨ ਦੇ ਦੁਆਰਾ ਹੀ ਜਾ ਸਕਦੇ ਹਾਂ ਭਾਈ। ਨਿਰੰਜਨ ਜਿਹੜਾ ਹੈਗਾ ਉਹਨੂੰ ਮਾਇਆ ਜਿਹੜੀ ਹੈ ਪੋ ਨਹੀਂ ਸਕਦੀ ਉਸ ਮਾਲਕ ਪਰਮਾਤਮਾ ਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾਕਾ ਹੋਏ। ਤੇ ਗੁਣ ਨਿਧਾਨ ਦਾ ਮਤਲਬ ਹੁੰਦਾ ਖਜ਼ਾਨਿਆਂ ਦਾ, ਜਿਹੜਾ ਗੁਣਾਂ ਦਾ ਖਜ਼ਾਨਾ। ਹਾਂਜੀ, ਗੁਣਾਂ ਦਾ ਖਜ਼ਾਨਾ, ਜਿਹੜੇ ਖਜ਼ਾਨੇ ਆ ਉਹਦਾ ਮਾਲਕ ਗੋਬਿੰਦ ਗੁਰ, ਉਹ ਗੁਰ ਪਰਮਾਤਮਾ ਹੀ ਹੈ। ਤੇ ਕੀਆ ਜਾਕਾ ਹੋਏ, ਉਹ ਉਹਨੇ ਧਰਤੀ ਮੈਂ ਥੋੜੀ ਬਣਾਈ ਆ। ਬਿਲਕੁਲ, ਇਹ ਤੇ ਨਾ ਨਿਜਰ ਸਾਹਿਬ ਨੇ ਬਣਾਈ ਆ, ਇਹ ਜਿੰਨੇ ਬਣਾਈ ਆ ਉਹ ਜਾਣਦਾ ਨਾ। ਔਰ ਕੀਆ ਤਾਂ ਉਹਦਾ ਹੀ ਆ। ਹੁਣ ਸਾਡੇ ਕੋਲ ਸ਼ਕਤੀ ਹੈਗੀ ਹੈ, ਪਰ ਸਾਡੀ ਸ਼ਕਤੀ ਤਾਂ ਬੜੀ ਛੋਟੀ ਕੀ ਹੈ। ਸਾਡੇ ਤੇ ਜਿਹੜੀ ਆਤਮਾ ਹੈਗੀ, ਚੇਤਨਾ ਹੈਗੀ, ਥੋੜੀ ਜੀ, ਬਿਲਕੁਲ ਮਾਮੂਲੀ ਜੀ। ਔਰ ਉਹ ਜਿੰਨੀ ਕੁ ਹੈਗੀ ਉਹਨੇ ਕੁ ਕੰਮ ਕਰ ਸਕਦੇ ਆ, ਪਰ ਜਿਹੜੇ ਵੱਡੇ ਕੰਮ ਹੈ ਉਹ ਪਰਮਾਤਮਾ ਖੁਦ ਹੀ ਕਰਨ ਦਿਆ ਵਾ। ਕਿਉਂ? ਉਹਦਾ ਤੇ ਸੁਪਨਾ ਹੈ, ਉਹਦੀ ਪ੍ਰਕਿਰਤੀ ਹੈ, ਉਹਦੇ ਵਿੱਚ ਹੀ ਤੇ ਹੈਗੀ ਆ ਔਰ ਉਹਦੇ ਵਿੱਚ ਹੀ ਰਮਿਆ। ਜਿੱਦਾਂ ਮਹਿੰਦੀ ਦੇ ਪੱਤੇ ਦੇ ਵਿੱਚ ਰੰਗ ਆ ਤੇ ਉਹ ਰੰਗ ਕੋਈ ਵੱਖਰਾ ਥੋੜੀ ਮਹਿੰਦੀ ਦੇ ਪੱਤੇ ਤੋਂ। ਉਹ ਹਿਸਾਬ ਇਹਦਾ
ਇਹ ਬ੍ਰਹਮ ਦਾ, ਇਹ ਸਾਰਾ ਕੁਝ ਬ੍ਰਹਮ ਦੇ ਅੰਦਰ ਹੈ। ਚਾਹੇ ਇਹ ਦਿਖਾਈ ਦੇ ਰਿਹਾ ਜਾਂ ਨਹੀਂ ਦਿਖਾਈ ਦੇ ਰਿਹਾ, ਜਾਂ ਕੋਈ ਗਰਭ ਮੰਡਲ 'ਚ ਬੈਠਾ ਹੈ ਜਾਂ ਕੋਈ ਦੁਨੀਆ 'ਚ ਬੈਠਾ ਹੈ, ਕਿਤੇ ਕਿਹੜੀ ਦੁਨੀਆ 'ਚ ਬੈਠਾ ਹੈ ਜੀ, ਉਹ ਸਾਰਾ ਉਹਦਾ ਹੀ ਸਿਲਸਿਲਾ ਹੈ, ਕਿਉਂਕਿ ਉਹ ਖੁਦ ਤੇ ਕਰਨ ਕਰਾਉਣ ਵਾਲਾ ਹੈ, ਉਹਦਾ ਹੀ ਤੇ ਉਹਦੀ ਖੇਡ ਹੈ ਸਾਰੀ। ਜਿੱਦਾਂ ਇੱਕ ਫਿਲਮ ਬਣਾ ਲਈਏ, ਉਹ ਫਿਲਮ 'ਚ ਕਿੱਦਾਂ ਹੀਰੋ ਹੀਰੋਇਨ ਚੰਗੇ ਲੋਕ ਵੀ ਆ ਨੇ, ਉਹ 'ਚ ਵਿਲਨ ਵੀ ਹੈਗੇ ਨੇ, ਮਾੜੇ ਲੋਕ ਵੀ ਨੇ। ਇਹ ਪ੍ਰਕਿਰਤੀ ਇਸੇ ਤਰ੍ਹਾਂ ਚੱਲਦੀ ਹੈ, ਚੰਗੇ ਲੋਕ ਵੀ ਹੈਗੇ, ਮਾੜੇ ਵੀ ਹੈਗੇ ਆ। ਕਿਉਂਕਿ ਜੇ ਤੁਸੀਂ ਲੋਕੀ ਕਹਿੰਦੇ ਮਾੜੇ ਕੱਢ ਦੋ, ਜੇ ਮਾੜੇ ਕੱਢ ਦੋ, ਇਹ ਪ੍ਰਕਿਰਤੀ ਇੱਕਦਮ ਟੈਂਟਾ ਫਿਸ਼ ਹੋ ਜਾਣੀ ਆ। ਕਿਉਂਕਿ ਫਿਲਮ ਇੰਟਰਸਟਿੰਗ ਨਹੀਂ ਨਾ ਬਣਨੀ। ਬਿਲਕੁਲ। ਉੱਥੇ ਪਿਆਰ ਵੀ ਆ, ਉੱਥੇ ਕ੍ਰੋਧ ਵੀ ਆ। ਪਿਆਰ ਤੇ ਕ੍ਰੋਧ ਇਕੱਠੇ ਹੀ ਆ। ਜਦੋਂ ਅਸੀਂ ਕਿਸੇ ਨੂੰ क्षमा ਕਰ ਦਿੰਦੇ ਹਾਂ, ਸਾਨੂੰ ਉੱਥੇ ਪਿਆਰ ਆਉਂਦਾ, ਪਰ ਜਦੋਂ ਅਸੀਂ क्षमा ਨਹੀਂ ਕਰਦੇ, ਸਾਨੂੰ ਕ੍ਰੋਧ ਆਉਂਦਾ। ਫਰਕ ਤੇ ਨਹੀਂ ਆ, ਹਨਾ। ਉਹੀ ਗੱਲ ਹੈ। ਤੇ ਹੁਣ ਅਗਲੇ ਬੰਨੇ ਅੰਤਰਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਹੋਏ। ਕਹਿੰਦੇ ਅੰਤਰਜਾਮੀ ਦਾ ਮਤਲਬ ਹੁੰਦਾ ਹੈ ਕਿ ਅੰਤਰਜਾਮੀ ਦਾ ਮਤਲਬ ਕਿ ਸਾਡੇ ਚ ਇੱਕ ਭੇਦ ਥੋੜੀ ਹੈਗਾ, ਇੱਕੋ ਤੇ ਹੈਗੀ ਅੰਦਰ ਸਾਰਾ ਕੁਝ। ਤੇ ਅੰਤਰਜਾਮੀ ਹਰ ਇੱਕ ਦੀ ਜਾਣਦਾ ਹੈ। ਤੇ ਉਹ ਸੁਜਾਨ ਦਾ ਮਤਲਬ ਸਿਆਣਾ ਵੀ ਹੈ, ਸਿਆਣਾ ਤੇ ਹੈਗਾ ਹੀ ਆ। ਹੁਣ ਮੇਰੇ ਨੂੰ ਥੋੜੀ ਜਿਹੀ ਸਮੋਸਿਆਂ ਤੋਂ ਮਨਾ ਕੀਤਾ ਵਾ ਤੇ ਮੈਂ ਸਮੋਸੇ ਖਾਈ ਜਾਂਦਾ ਵਾ। ਮੈਨੂੰ ਪਤਾ ਵੀ ਆ ਸਮੋਸੇ ਮਨਾ ਕੀਤੇ ਤੇਲ ਵਾਲੇ, ਮੈਂ ਉਹ ਕੰਮ ਕਰਦਾ ਜਿਹੜੇ ਨਹੀਂ ਕਰਨੇ ਚਾਹੀਦੇ। ਤੇ ਉਹ ਸੁਜਾਨ ਦਾ ਮਤਲਬ ਕਿ ਬਹੁਤ ਸਿਆਣਾ ਵਾ, ਕਿਉਂਕਿ ਉਹ ਚ ਗਲਤੀ ਨਹੀਂ ਹੈਗੀ। ਨਿੱਜਰ ਸਾਹਿਬ, ਬਿਲਕੁਲ। ਤੁਸੀਂ ਇੱਕ ਬ੍ਰਹਿਮੰਡ ਦੇ ਵਿੱਚ ਕੋਈ ਗਲਤੀ ਕੱਢ ਕੇ ਦੱਸੋ, ਜਿਹੜੇ ਦਿਲ ਦੇ ਨਾਲ ਜਿਹੜਾ ਸਿਸਟਮ ਹੈ, ਐਡਾ ਜਾਨਵਰ ਚ ਚੱਲਦਾ ਸਿਸਟਮ, ਉਹਦੇ ਕੀੜੀ ਚ ਵੀ ਪਾਇਆ ਵਾ, ਉਹਦਾ ਸਿਸਟਮ ਉਹ ਵੇਲੇ ਪਰਫੈਕਟ ਹੈਗੀ ਆ। ਉਹ ਆਪਣੇ ਪੂਰੇ ਕੰਮ ਕਰਨ ਦੀ ਆ। ਉਹਦੀ ਇੰਨੀ ਕੁ ਮੈਮਰੀ ਹੈਗੀ ਆ ਕਿ ਜਿੰਨੀ ਕੁ ਮਤਲਬ ਉਹਦਾ ਜਿਹੜਾ ਜੀਵਨ ਹੈ, ਜਿੰਨੀ ਕੁ ਉਹਦੀਆਂ ਲੋੜਾਂ ਪੂਰੀਆਂ ਹੁੰਦੀਆਂ ਉਹਦੀ। ਔਰ ਉਹ ਪੂਰਾ ਉਹਨਾਂ ਚ ਲੀਡਰ ਹੈਗਾ ਨਿੱਜਰ ਸਾਹਿਬ, ਇੱਕ ਲੀਡਰ ਹੈਗਾ ਉਹ ਜਿਹੜਾ ਉਹਦੇ ਕੰਮ ਕਰਨ ਦਿਆ। ਉਹ ਸਾਰੇ ਕੰਮ ਉਹਨਾਂ ਦੇ ਬੜੇ ਵਧੀਆ ਚੱਲਦੇ। ਖੋਡੀ ਪੁੱਟ ਲੈਂਦੀ ਆ, ਮੀਂਹ ਆਉਣ ਲੱਗਾ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ। ਉਹ ਖੁੱਡ ਦੇ ਦੁਆਲੇ ਵੇਖੋ ਮਿੱਟੀ ਇਕੱਠੀ ਕਰਕੇ ਇੱਕ ਕੈਰੀਅਰ ਜਿਹਾ ਬਣਾ ਦਿੰਦੀ ਆ ਕਿ ਪਾਣੀ ਨਾ ਦਿੱਤਾ ਜੇ ਖੁੱਡ। ਉਹ ਪਰਮਾਤਮਾ ਨੇ ਹਰ ਇੱਕ ਨੂੰ ਬੁੱਧੀ ਦਿੱਤੀ ਆ, ਔਰ ਸਾਨੂੰ ਵੀ ਦਿੱਤੀ ਆ। ਉਹ ਕਿਉਂਕਿ ਖੁਦ ਬੜਾ ਸਿਆਣਾ। ਹੁਣ ਜਿੰਨੀ ਦੇਖੋ ਪਤਾ ਕਿੰਨੀ ਬੁੱਧੀ ਦਾ ਹਿਸਾਬ ਹੁੰਦਾ ਕਿ ਜਿੰਨੀ ਕੁ ਸਾਡੇ ਕੋਲ ਵਰਤਣ ਹੈ ਨਾ, ਜਿੰਨੀ ਕੁ ਸਾਡੀ ਸਮਰੱਥ ਹੈ, ਅਸੀਂ ਓਨੀ ਹੀ ਕੈਚ ਕਰ ਸਕਦੇ ਹਾਂ। ਕਿਉਂਕਿ ਉਹ ਚ ਦੇਣ ਚ ਥੋੜੀ ਕੋਈ ਪ੍ਰੋਬਲਮ ਹੈਗੀ। ਹੁਣ ਬਾਣੀ ਆ, ਤੂੰ ਸਾਰੇ ਬੰਦੇ ਆਪਾਂ ਪੜ੍ਹਦੇ ਹਾਂ। ਹੁਣ ਹਰ ਇੱਕ ਬੰਦੇ ਦੀ ਆਪਣਾ ਇੱਕ ਦ੍ਰਿਸ਼ਟੀਕੋਣ ਹੈ। ਹੁਣ ਜਿੰਨੀ ਕਿ ਇਹਦੀ ਸਮਰੱਥਾ ਉਹਨੇ ਉਹਨਾਂ ਕੀ ਉਹ ਸਮਝਣਾ ਹੈ, ਉਹਦਾ ਇਸ਼ਾਰਾ ਬਾਣੀ ਦਾ। ਉਹ ਜਿਵੇਂ ਸਾਡੀ ਸਮਰੱਥਾ ਵੱਧਦੀ ਜਾਂਦੀ ਆ, ਉਹ ਤਿਵੇਂ ਸਾਨੂੰ ਕੁਝ ਹੋਰ ਭੇਦ ਛੁਪੇ ਲੱਭਣ ਡੈ ਪੈਂਦੇ ਆ। ਉਹ ਬਾਣੀ ਕਿੱਦਾਂ ਕਹਿਣਾ ਚਾਹੁੰਦੀ ਆ, ਕੀ ਕਹਿੰਦੀ ਆ, ਕਿੱਧਰ ਇਸ਼ਾਰਾ ਕਰਦੀ ਆ। ਸਮਝਾਉਂਦੀ ਤੇ ਚੰਦਰਮਾ ਦੇ ਵੱਲ ਆ, ਪਰ ਕਹਿਣਾ ਕੁਛ ਹੋਰ ਜਾਣਾ ਚਾਹੁੰਦੀ ਆ। ਇੱਕ ਬੰਨੇ ਕਈਆਂ ਦੀ ਅਮਾਵਸ ਦੀ ਰਾਤ ਆ, ਫਿਰ ਦੂਜੇ ਬੰਨੇ ਅਮਾਵਸ ਦੀ ਰਾਤ ਦਾ ਮਤਲਬ ਕੀ ਆ। ਫਿਰ ਕੋਠੇ ਚੜ ਕੇ ਵੇਖੋ, ਬਸਰੀ ਚ ਤੁਹਾਨੂੰ ਵੇਖਣੀ ਪੈਣੀ ਆ। ਫਿਰ ਤੁਸੀਂ ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਵੇਖਿਆ, ਹਾਂ ਇਹ ਵੀ ਤੇ ਉਹੀ ਚੀਜ਼ ਆ। ਉਹ ਜਿੱਦਾਂ ਅਮਾਵਸ ਦੀ ਰਾਤ ਹੈ, ਉੱਥੇ ਤਾਰਾ ਕੋਈ ਨਾ ਕੋਈ ਚੰਦਰਮਾ ਹੈਗਾ, ਬਿਲਕੁਲ ਕਾਲਾ ਸ਼ਾਹ ਹੋ ਗਿਆ। ਇਸੇ ਤਰ੍ਹਾਂ ਉਹ ਮੇਰੀ ਆਤਮਾ ਜਿਹੜੀ ਹੈਗੀ ਆ, ਕੰਪੇਅਰ ਕੀਤਾ ਵਾ। ਸ਼ਬਦ ਬ੍ਰਹਮ ਨੇ ਦੱਸਿਆ ਹੈ, ਸਾਨੂੰ ਸਮਝਾਇਆ। ਇਹ ਚੈੱਕ ਕਿਹਨੇ ਕਰਨਾ ਵਾ? ਇਹ ਕਿਸੇ ਨੇ ਨਹੀਂ ਕਰਨਾ, ਅਸੀਂ ਕਰਨਾ ਵਾ। ਹਾਂਜੀ ਨੇ ਜਫਾ। ਪਾਰ ਬ੍ਰਹਮ ਪਰਮੇਸ਼ਰੋ ਸਭ ਜਾਣਨਹਾਰ। ਕਹਿੰਦੇ ਉਹ ਪਾਰ ਬ੍ਰਹਮ ਹੈ ਭਾਈ, ਜਿਹਦੇ ਕੋਲ ਜਿਹੜਾ ਇਹ ਸੰਸਾਰ ਸਮੁੰਦਰ ਆ, ਇਹ ਜਿਹੜਾ ਹੈਗਾ, ਇਹ ਬ੍ਰਹਮ ਤੋਂ ਜਿਹੜਾ ਹੈਗਾ, ਪਾਰ ਬ੍ਰਹਮ ਤੋਂ ਪਰਲੇ ਬੰਨੇ ਜਾਣਾ ਆ। ਤੇ ਇਹੀ ਉਹਦੀ ਖੇਡ ਆ। ਪਰਮੇਸ਼ਰ ਹੈਗਾ ਉਹ ਮਾਲਕ ਪਰਮਾਤਮਾ ਹੈਗਾ ਸਾਰਿਆਂ ਦਾ। ਪਰਮੇਸ਼ਵਰ ਸਭ ਜਾਣਨਹਾਰ, ਸਾਰੀਆਂ ਵਿਧੀਆਂ ਜਾਣਦਾ ਹੈ ਮਾਲਕ ਪਰਮਾਤਮਾ। ਸਾਰਾ ਕੁਝ, ਸਾਰਾ ਗਿਆਨ ਹੈ ਮਾਲਕ ਪਰਮਾਤਮਾ ਨੂੰ। ਸੰਤ ਸਹਾਈ, ਸੰਤਾਂ ਦਾ ਜਿਹੜਾ ਹੈਗਾ ਸਹਾਇਤਾ ਕਰਨ ਵਾਲਾ ਹੈ ਮਾਲਕ ਪਰਮਾਤਮਾ। ਸ਼ਰਨਯੋਗ, ਉਹ ਮਾਲਕ ਪਰਮਾਤਮਾ ਸ਼ਰਨਯੋਗ ਹੈ। ਜਿਹੜਾ ਵੀ ਇਨਸਾਨ ਜਿਹੜਾ ਇਹ ਸੰਸਾਰ ਸਮੁੰਦਰ ਜਿਹੜੀ ਖੇਡ ਪਾਈ ਹੈ, ਜਿਹੜਾ ਸੇਕ ਪਾਇਆ, ਜਿਹੜਾ ਤ੍ਰਿਸ਼ਨਾ ਦਾ ਜਿਹੜਾ ਹੈਗੇ ਅੱਗ ਹੈਗੀ ਆ, ਜੇ ਆਪਾਂ ਚਾਹੁੰਦੇ ਆ ਵੀ ਇਸ ਚੋਂ ਨਿਕਲਣਾ, ਨਹੀਂ ਚਾਹੁੰਦੇ ਇਹਦੇ ਵਿੱਚ ਸੜਨਾ, ਨਹੀਂ ਚਾਹੁੰਦੇ ਵੀ ਅੱਜ ਜਨਮ ਮੇਰਾ ਵਿਅਰਥ ਚਲੇ ਜਾਏ, ਤੇ ਕਹਿੰਦੇ ਆ ਸ਼ਰਨ ਲੈ ਲਓ ਪਰਮਾਤਮਾ ਦੀ। ਬਸ ਸ਼ਰਨ ਲੈ ਲਈਏ ਤੇ ਉਹ ਉਸੇ ਵੇਲੇ ਜਿਹੜਾ ਹੈਗਾ ਰਕਸ਼ਾ ਕਰ ਦਿੰਦਾ। 8 ਪਹਿਰ ਨਮਸਕਾਰ, ਕਹਿੰਦੇ 8 ਪਹਿਰ ਮਾਲਕ ਪਰਮਾਤਮਾ ਨੂੰ ਉਸ ਦੀ ਸ਼ਰਨ ਦੇ ਵਿੱਚ ਰਹਿ, ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰ। ਹਾਂਜੀ ਵੀਰ, ਠੀਕ ਹੈ ਜੀ। ਉਹ ਜਾਣਨ ਵਾਲਾ, ਸਭ ਇਹਦੇ ਜਾਣਨਹਾਰ, ਉਹ ਪਰਮਾਤਮਾ ਜਾਣਦਾ ਹੈ, ਹਰ ਇੱਕ ਤਰੀਕੇ ਨਾਲ ਜਾਣਦਾ ਹੈ। ਖੇਡ ਹੀ ਉਹਦੀ ਹੈ। ਸੰਤ ਸਹਾਈ ਸਰਨੀ ਜੋਗ 8 ਪਹਿਰ ਨਮਸਕਾਰ।
ਜਿਹੜਾ ਕਹਿੰਦੇ ਕਿ ਉਹਦੀ ਇੰਨੀ ਸ਼ਕਤੀ ਹੈ, ਜਿਹੜਾ ਸਾਰਾ ਕਰਨ ਵਾਲਾ ਹੈ, ਜਿਹੜਾ ਬ੍ਰਹਮ ਹੈ, ਨਿਰਗੁਣ ਬ੍ਰਹਮ। ਤੇ ਬ੍ਰਹਮ ਦਾ ਮਤਲਬ ਤੇ ਨਿਰਗੁਣ ਬ੍ਰਹਮ ਮਤਲਬ ਇਹ ਜੋ ਹਲਚਲ ਹੁੰਦੀ ਹੈ, ਬੰਦੇ ਮਰਦੇ ਜਾਮਦੇ ਪ੍ਰਕਿਰਤੀ 'ਚ ਮਰਦੇ ਨੇ। ਤੂੰ ਬ੍ਰਹਮ ਨਹੀਂ ਕੁਝ ਕਰਦਾ, ਬ੍ਰਹਮ ਤੇ ਆ ਬੈਠਾ ਹੋਇਆ, ਉਹ ਪ੍ਰਕਿਰਤੀ ਰਚਨਾ ਹੋ ਜਾਂਦੀ ਹੈ, ਪ੍ਰਕਿਰਤੀ ਫਿਰ ਉਹ 'ਚ ਲੈ ਹੋ ਜਾਂਦੀ ਹੈ। ਪ੍ਰਕਿਰਤੀ ਨਹੀਂ ਹੈਗਾ ਉਹ, ਪ੍ਰਕਿਰਤੀ ਉਹ 'ਚ ਲਿਆ ਹੁੰਦੀ ਆ, ਦਿਖਦਾ ਪਿਆ ਨਾ ਦੁੱਖ ਜੋ, ਇਹਦਾ ਮਤਲਬ ਇਹ ਨਹੀਂ ਹੈਗਾ। ਇਹ ਜਿੱਥੇ ਲੈ ਹੋ ਰਹੀ ਹੈ ਉਹ ਆ ਨਿਰਗੁਣ ਬ੍ਰਹਮ, ਜਿਹਦੇ ਅੰਦਰ ਹੈ ਸਾਰਾ ਕੁਝ, ਉਹਦੇ ਅੰਦਰ ਹੀ ਛੱਲ ਪੈਦਾ ਹੋ ਰਹੀ, ਉਹਦੇ ਅੰਦਰ ਹੀ ਲੀਨ ਹੋ ਜਾਂਦੀ। ਤੇ ਉਹ ਕਹਿੰਦੇ ਆ ਕਿ ਉਹਨੂੰ ਨਮਸਕਾਰ, ਹਨਾ। ਬਿਲਕੁਲ ਬਿਲਕੁਲ। ਇਹਨੂੰ ਆਠ ਪੈਰ ਦਾ ਮਤਲਬ ਹੋ ਗਿਆ ਕਿ ਕਹਿੰਦੇ ਆ ਕਿ ਉਹ ਜਿਹੜੀ ਸ਼ਕਤੀ ਹੈ ਮੈਕਸਿਮਮ, ਉਹ ਜਿਹੜੀ ਇਹ ਮੈਕਸਿਮਮ ਟਾਈਮ, ਮਤਲਬ ਜਿੰਨੇ ਆ ਬ੍ਰਹਿਮੰਡ ਦਾ ਜੋ ਵੀ ਇੰਚਾਰਜ ਹੈ, ਜਿਹੜਾ ਹੈਡ ਆ, ਉਹਨੂੰ ਨਮਸਕਾਰ। ਨਾ ਕਿ ਐਵੇਂ ਕਿਸੇ ਜਗ੍ਹਾ ਨੂੰ ਨਹੀਂ ਕਿਹਾ ਉਹਨਾਂ ਨੇ ਕਿ ਇਹ ਫਲਾਣੇ ਤੀਰਥ ਸਥਾਨ ਨੂੰ, ਕਿਸੇ ਬੰਦੇ ਨੂੰ, ਕਿਸੇ ਗੁਰੂ ਨੂੰ, ਕਿਸੇ ਦੇਵੀ ਦੇਵਤੇ ਨੂੰ, ਕਿੱਥੇ ਨਹੀਂ ਲਿਖਿਆ ਬਾਣੀ ਦੇ ਵਿੱਚ, ਤੇ ਨਾ ਹੀ ਲਿਖ ਸਕਦੇ ਹੋ, ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਉਂਗਲ ਕਰਤੀ ਤੇ ਨਾ ਉਂਗਲ ਹੀ ਫੜ ਲੈਣੀ ਬੰਦੇ ਦੀ। ਏਦਾਂ ਦੀ ਚੰਦਰਮਾ ਨੂੰ ਉਂਗਲ ਕੀਤੀ ਤੇ ਨਾ ਉਂਗਲ ਨੂੰ ਮੱਥਾ ਟੇਕਣਾ ਸ਼ੁਰੂ ਕਰ ਦੇਣਾ। ਕਰ ਦਿੱਤਾ ਹੈ, ਉਹ ਕਰੀ ਜਾ ਰਹੇ ਆ, ਦੇਖ ਲਓ ਉਹਨੂੰ ਨਮਸਕਾਰ ਕਰਨੀ ਹੈ। ਹਾਂਜੀ, ਕਰੀ ਜਾ ਰਹੇ ਆ। ਹਰੇਕ ਧਰਮ ਦੇ ਵਿੱਚ ਜਿਹੜਾ ਹੈਗਾ ਧਾਰਮਿਕ ਆਗੂਆਂ ਨੂੰ ਅੱਗੇ ਕੀਤਾ ਹੋਇਆ ਹੈ, ਕੋੜੇ ਨੂੰ ਅੱਗੇ ਕੀਤਾ, ਕੋੜੇ ਨੂੰ ਪਿੱਛੇ ਕੀਤਾ, ਤਾਂਗੇ ਨੂੰ ਅੱਗੇ ਕੀਤਾ ਹੋਇਆ। ਹਾਂ, ਤੇ ਨਿਰਗੁਣ ਬ੍ਰਹਮ ਤੇ ਤਾਈਓ ਤੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਨਹੀਂ ਹੁੰਦੇ, ਕਿਉਂਕਿ ਉਹ ਜਿੱਥੇ ਚੱਲਣ ਦਾ ਸਿਸਟਮ ਉੱਥੇ ਤੇ ਕੁਝ ਹੈ ਹੀ ਨਹੀਂ। ਉਹ ਤੇ ਆਪ ਬੈਠਾ ਵਿਚਾਰਾ ਨੇਰੇ। ਹਾਂਜੀ ਨੇ ਜੈਸਾ ਕਹਿੰਦੇ ਬਾਕੀ ਹੋਰ ਪਰਮਾਤਮਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਤਾਂ ਸੂਖਸ਼ਮ ਹੈਗਾ, ਉਹਦਾ ਤਾਂ ਆਕਾਰ ਹੀ ਨਹੀਂ ਹੈ ਕੁਛ ਉਹਦੇ ਬਾਰੇ, ਨਾ ਉਹਦੀ ਰੂਪ ਹੈ, ਨਾ ਰੰਗ ਹੈਗਾ, ਨਾ ਕੋਈ ਰੇਖਿਆ ਹੈਗੀ ਉਹਦੀ ਕਥਾ ਕਿਵੇਂ ਕਰੀਏ। ਕਹਿੰਦੇ ਉਹ ਤਾਂ ਅਕਥ ਕਥਾ ਹੈ, ਕਿ ਬੋਲ ਕੇ ਨਹੀਂ ਦੱਸਿਆ ਜਾ ਸਕਦਾ, ਨਾ ਉਹਦਾ ਰਸਤਾ ਦੱਸਿਆ ਜਾ ਸਕਦਾ, ਨਾ ਉਹਨੂੰ ਦੱਸਿਆ ਜਾ ਸਕਦਾ ਬੋਲ ਕੇ। ਅਕਥ ਕਥਾ ਨਾ ਬੂਝੀਏ, ਇਹ ਤਾਂ ਇਸ ਤਰੀਕੇ ਦੇ ਨਾਲ ਬੋਲ ਕੇ ਥੋੜੀ ਨਾ ਦੱਸਿਆ ਜਾ ਸਕਦਾ। ਜੇ ਬੁੱਝਣੀ ਹੈ ਤੇ ਭਾਈ ਸਿਮਰੋ ਹਰ ਕੇ ਚਰਨ, ਕਹਿੰਦੇ ਉਹ ਧਿਆਨ ਸਿਮਰਨ ਸ਼ੁਰੂ ਕਰ ਦੇ ਤੇ ਅਕਥ ਕਥਾ ਸਮਝ ਆ ਜਾਊਗੀ, ਪ੍ਰੈਕਟੀਕਲ ਆ ਜਾਏਗਾ ਤੇਰੇ ਅੰਦਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਵਾਦ ਆ ਜਾਏਗਾ, ਉਹ ਅੰਮ੍ਰਿਤ ਰਸ ਆ ਜਾਏਗਾ ਤੇਰੇ ਅੰਦਰ। ਪਤਿਤ ਉਦਾਹਰਣ ਅਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ, ਕਹਿੰਦੇ ਉਹ ਪਤਿਤ ਨੂੰ ਜਿਹੜਾ ਹੈਗਾ ਉਹ ਉਦਾਹਰਨ ਕਰਨ ਵਾਲਾ ਹੈ, ਪਤਿਤ ਦਾ ਉਦਾਰ ਕਰਨ ਵਾਲਾ ਹੈ, ਅਨਾਥਾਂ ਦਾ ਨਾਥ ਹੈਗਾ ਮਾਲਕ ਪਰਮਾਤਮਾ। ਇਸ ਕਰਕੇ ਉਹਦੀ ਸ਼ਰਨ ਲੈ ਪਾਏ, ਉਹਦੀ ਸ਼ਰਨ ਲੈ। ਹਾਂਜੀ ਵੀਰ ਜੀ। ਠੀਕ ਹੈ ਜੀ, ਬਿਲਕੁਲ ਕਲੀਅਰ ਕਰਤਾ ਉਹਨਾਂ ਨੇ। ਕਹਿੰਦੇ ਅਕਥ ਕਥਾ ਨਾ ਬੂਝੇ ਸਿਮਰ ਹਰ ਕੇ ਚਰਨ। ਹਾਂਜੀ। ਤੇ ਉਹਨਾਂ ਨੇ ਕਹਿੰਦੇ ਕਿ ਅਕਥ ਕਥਾ ਇਹਨੂੰ ਕਥਿਆ ਤੇ ਜਾ ਨਹੀਂ ਸਕਦਾ, ਅਕਥ ਹੈਗਾ ਪਰਮਾਤਮਾ। ਜਿੰਨੇ ਵੀ ਲਫ਼ਜ਼ ਬੋਲਾਂਗੇ, ਸੰਤਾਂ ਨੇ ਕਿਹਾ ਕਿ ਨਹੀਂ ਦੱਸਿਆ ਜਾ ਸਕਦਾ, ਫਿਰ ਵੀ ਉਹਨਾਂ ਨੇ ਬਹੁਤ ਬੋਲਿਆ, ਨਹੀਂ ਬੋਲਿਆ ਜਾ ਸਕਦਾ, ਨਹੀਂ ਦੱਸਿਆ ਜਾ ਸਕਦਾ, ਉਹਦੇ ਅਨੁਭਵ ਦਾ ਵਿੱਚ ਹੈ। ਪਰ ਫਿਰ ਵੀ ਬੜਾ ਇਸ਼ਾਰਾ ਕਰਕੇ ਉਹ ਕਹਿੰਦੇ ਕਿ ਤੈਨੂੰ ਪਤਾ ਨਾ ਕਿ ਆਤਮਾ ਕਿੱਦਾਂ ਦੀ ਹੁੰਦੀ ਆ, ਉੱਥੇ ਚੜ ਜਾ, ਪੂਰਨਮਾਸ਼ੀ ਵਾਲੇ ਦਿਨ ਉੱਥੇ ਦੇਖ ਲਈ, ਬਸ ਉਹ ਹੀ ਆਤਮਾ। ਤੇ ਸਮਾਧੀ ਲੀਨ ਹੋ ਕੇ ਤੈਨੂੰ ਜਦੋਂ ਉਹ ਚੀਜ਼ ਮਿਲੂਗੀ, ਸ਼ਬਦ ਬ੍ਰਹਮ ਕਹਿਤਾ, ਸ਼ਬਦ ਦੇ ਨਾਲ ਪ੍ਰਮਾਣ ਦਿੱਤਾ ਹੈ ਕਿ ਤੇਰੇ ਅੰਦਰ ਜਦੋਂ ਅਵਸਥਾ ਹੋ ਜਾਊਗੀ, ਫਿਰ ਨਿਰਵਿਕਾਰ ਹੋ ਕੇ ਜਦੋਂ ਆਪਣੀ ਆਤਮਾ ਚ ਸਥਿਰ ਹੋ ਜਾਏਗਾ ਨਾ, ਇਹੋ ਹੀ ਤੇਰੀ ਆਤਮਾ ਹੀ, ਇਹੋ ਹੀ ਤੇਰਾ ਪਰਮਾਤਮਾ ਹੀ। ਕਿਤੇ ਹੋਰ ਨਾ ਭੱਜਾ ਜਾਵੀਂ, ਕਿਤੇ ਅਗਾਮ ਲੋਕ, ਅਗਾਹ ਲੋਕ, ਤੇਰੀ ਸੁਰਤੀ ਪਤਾ ਨਹੀਂ ਕਿੱਥੇ ਜਾਣੀ ਹੈ, ਤੈਨੂੰ ਕਿੱਥੇ ਖੜਨਗੇ, ਉਹ ਸਭ ਗੱਪਾਂ ਨੇ, ਉੱਥੇ ਨਾ ਵਿਸ਼ਵਾਸ ਕਰ। ਠੀਕ ਹੈ। ਤੇ ਇੱਥੇ ਕਹਿੰਦੇ ਆ ਕਿ ਪਤਿਤ ਉਦਾਹਰਣ ਅਨਾਥ ਨਾਥ, ਕਿ ਮਤਲਬ ਜਿਨ੍ਹਾਂ ਦਾ ਮਾਂ ਪਿਓ ਨਹੀਂ ਹੁੰਦਾ ਉਹਦਾ ਨਾਥ ਆ। ਉਹ ਕਹਿੰਦੇ ਕਿ ਪਰਮਾਤਮਾ ਦੀ ਚਰਨ 'ਚ ਜਾ ਕੇ ਉਹ ਵੀ ਕੀ ਹੁੰਦੇ ਆ, ਉਹ ਵੀ ਕਹਿੰਦੇ ਪਿਓ ਵਾਲੇ ਹੋ ਜਾਂਦੇ ਨੇ। ਤੇ ਪਤਿਤ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਆਪਗੁਣਾਂ ਦੇ ਵਿੱਚ ਗ੍ਰਸਤ ਬੰਦਾ, ਉਹ ਕਹਿੰਦੇ ਉਹਨੂੰ ਉਹਦਾ ਵੀ ਉਦਾਹਰਨ ਕਰ ਦਿੰਦਾ ਹੈ ਪਰਮਾਤਮਾ। ਜਦੋਂ ਕਿ ਉਹਦੀ ਸ਼ਰਨ 'ਚ ਜਾਂਦਾ ਹੈ, ਉਹ ਖੈਰ ਪਾ ਦਿੰਦਾ। ਠੀਕ ਹੈ ਨਾ। ਜਦੋਂ ਅਜੇ ਤੱਕ ਕਹਿੰਦੇ ਕੋਈ ਏਦਾਂ ਦਾ ਬੰਦਾ ਵਾਪਸ ਨਹੀਂ ਖਾਲੀ ਹੱਥ ਆਇਆ, ਜੋ ਵੀ ਗਿਆ ਉਹਦੀ ਝੋਲੀ 'ਚ ਉਹਨੇ ਖੈਰ ਪਾਈ ਆ, ਔਰ ਕੋਈ ਜਾਂਦਾ ਨਹੀਂ ਆ। ਨਿੱਜਰ ਸਾਹਿਬ, ਬਿਲਕੁਲ ਇਹ ਗਰੰਟੀ ਆ, ਬਿਲਕੁਲ ਕੋਈ ਨਹੀਂ ਜਾਂਦਾ, ਬਹੁਤ ਘੱਟ ਲੋਕ ਜਾਂਦੇ, ਕਿਉਂਕਿ ਮਿਥਿਆ ਦ੍ਰਿਸ਼ਟੀ ਨੂੰ ਛੱਡਣ ਨੂੰ ਕੋਈ ਤਿਆਰ ਹੀ ਨਹੀਂ। ਔਰ ਇਹ ਕੁਝ ਚੰਦ ਲੋਕ ਹੁੰਦੇ ਨੇ ਜਿਹੜਾ ਵੀ ਜਾਂਦਾ ਹੈ ਔਰ ਹਿੰਮਤ ਕਰਦਾ ਹੈ। ਪਹਿਲੀ ਗੱਲ ਤੇ ਬੰਦੇ 'ਚ ਹਿੰਮਤ ਹੀ ਨਹੀਂ ਹੈਗੀ, ਲੱਕ ਤੋੜਿਆ ਹੁੰਦਾ ਲੋਕਾਂ ਨੇ ਗੱਲਾਂ ਸੁਣਾ ਕੇ, ਝੂਠ ਬੋਲ ਕੇ, ਮਿਥਿਆ ਗਿਆਨ ਦੇ ਨਾਲ ਕਿ ਮਿਥਿਆ ਦ੍ਰਿਸ਼ਟੀ। ਇੱਕ ਤੇ ਪਹਿਲਾਂ ਹੀ ਮੇਰੀਆਂ ਅੱਖਾਂ 'ਚ ਖਰਾਬ, ਉੱਤੋਂ ਕਾਲੇ ਰੰਗ ਦੀ ਐਨਕ ਲਾਈ ਨਿੱਜਰ ਸਾਹਿਬ। ਉਹ ਮੈਨੂੰ ਤੇ ਉਹ ਜਿਹੜਾ ਮਾੜਾ ਮੋਟਾ ਜੇ ਮੰਨ ਲਾ ਅੱਖਾਂ ਤੇ ਠੀਕ ਹੋ ਜਾਣੀ, ਉਹ ਐਨਕ ਨਹੀਂ ਉਤਰਨੀ ਮੇਰੀ। ਉਹ ਕਹਿੰਦੇ ਐਨਕ ਤੋਂ ਬਿਨਾਂ ਤੂੰ ਦੇਖਣਾ, ਕਿਉਂਕਿ ਉਹ ਜਿਹੜਾ ਮਿਥਿਆ ਗਿਆਨ ਹੈ ਉਹ ਗਿਆਨ ਵੀ ਹਨੇਰਾ, ਤੇ ਉਹ
ਉਹ ਫਿਰ ਏਦਾਂ ਦਾ ਮਤਲਬ ਕਿ ਕਹਿਣ ਤੋਂ ਕਿ ਉਹ ਗੰਦਾ ਜਿਹਾ ਪਾਣੀ ਤੁਹਾਨੂੰ ਦੇਣਾ, ਉਹਨੇ ਕਹਿਣਾ ਕਿ ਇਹ ਲੈ ਲਾ ਆ ਪਾਣੀ ਤੇ ਬਾਲਟੀ ਲੈ ਜਾ ਤੇ ਇਹਦੇ ਨਾਲ ਆਪਣਾ ਕੱਪੜਾ ਧੋ। ਹੁਣ ਜਦ ਤੱਕ ਸਾਡੀ ਮਿੱਥਿਆ ਦ੍ਰਿਸ਼ਟੀ ਆ, ਸਾਨੂੰ ਪਤਾ ਨਹੀਂ ਉਹ ਗੰਦਾ ਪਾਣੀ ਆ। ਉਹ ਗੰਦੇ ਪਾਣੀ ਨਾਲ ਮੈਂ ਸਾਰਾ ਦਿਨ ਆਪਣੇ ਕੱਪੜੇ ਨੂੰ ਧੋਈ ਜਾਂਦਾ ਵਾ, ਉਹ ਚਮਕਦੇ ਹੀ ਨਹੀਂ, ਕਿਉਂਕਿ ਉਹ ਜਿਹਦੇ ਨਾਲ ਧੋਂਦੇ ਆ ਉਹ ਤੇ ਗੰਦਾ ਵਾ। ਤੇ ਉਹ ਤੇ ਬਾਣੀ ਕਹਿੰਦੀ ਹੈ ਅੰਮ੍ਰਿਤ ਤੋਂ ਬਿਨਾਂ ਤੇ ਜਿਹੜੀ ਤੇਰੀ ਦੁਰਮਤ ਉਹ ਪੂਜੀ ਨਹੀਂ ਜਾਣੀ। ਬਿਲਕੁਲ ਦੁਰਮਤ ਲਿਖਿਆ ਨਾ ਤੇ ਲਿਖਿਆ ਭੈੜੀ ਮੱਤ, ਉਹ ਹਾਂ ਭੈੜੀ ਮੱਤ ਜਿਹੜੀ ਹੈਗੀ ਆ, ਦੁਰਮਤ ਮਿੱਟੀ, ਦੁਰਮਤ ਛੁੱਟੀ, ਉਹ ਮਿਟਣੀ ਨਹੀਂ। ਹਾਂ ਦੁਰਮਤ ਮਿੱਟੀ ਇਹਨੇ ਛੁੱਟੀ, ਉਹ ਦੁਰਮਤ ਮਿੱਟੀ ਲਿਖੀ ਨਾ ਜੈਸਾ ਹਉਮੈ ਛੁੱਟੀ। ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂਜੀ ਹਾਂ ਮਿਟ ਗਈ ਮਤਲਬ ਕਿ ਜਿਹੜੀ ਉਹ ਮਤਲਬ ਜਿਹੜੀ ਚੀਜ਼ ਨਹੀਂ ਸੀ ਮਿਟ ਗਈ, ਮਿਟਾ ਦਿੱਤਾ। ਬਿਲਕੁਲ ਬਸ ਉਹਨੇ ਸਾਡਾ ਹਉਮੈ ਛੁੱਟ ਗਈ। ਹਾਂਜੀ ਬਿਲਕੁਲ ਸਹੀ ਹੈ। ਹਾਂ ਤੇ ਉਹ ਫਿਰ ਉਹ ਹਉਮੈ ਛੁੱਟ ਜਾਣੀ। ਜਦੋਂ ਦੁਰਮਤ ਮਿਟ ਗਈ ਤੇ ਹਉਮੈ ਤੇ ਉਹ ਦੁਰਮਤ ਕਰ ਗਈ ਸੀ। ਬਿਲਕੁਲ ਦੇਖੋ ਜਦੋਂ ਮੇਰੀ ਅੱਖਾਂ 'ਚ ਨੁਕਸ ਆ, ਮਗਰ ਭਾਵੇਂ ਜਿੰਨੀ ਮਰਜ਼ੀ ਸ਼ਕਤੀ ਆ ਮੈਨੂੰ ਨਹੀਂ ਕੋਈ ਦਿਖਣਾ, ਕਿਉਂਕਿ ਮੇਰੀਆਂ ਅੱਖਾਂ 'ਚ ਨੁਕਸ ਆ। ਬਿਲਕੁਲ ਉਹਦੀ ਦੁਰਮਤ ਆ, ਉਹ ਦੁਰਮਤ ਦੀ ਰਾਹੀਂ ਤੇ ਮੈਂ ਵੇਖਣ ਦਿਆਂ ਵਾ, ਇਸ ਕਰਕੇ ਤੇ ਹਉਮੈ ਆ। ਉਹ ਜਦੋਂ ਮੇਰੀ ਅੱਖਾਂ ਦਾ ਇਲਾਜ ਹੋ ਗਿਆ, ਮੇਰੀ ਅੱਖਾਂ 'ਚ ਦਿਖਣ ਡਿਆ ਪਿਆ, ਤੇ ਉਹ ਜਿਹੜਾ ਮੈਨੂੰ ਦਿਖਣ ਡਿਆ ਪਿਆ ਕਿ ਸਾਹਮਣੇ ਕਾਚੂ ਪਿਆ ਵਾ, ਸਾਹਮਣੇ ਉਹ ਪੇਚਕਸ ਪਿਆ ਵਾ, ਸਾਹਮਣੇ ਕੱਚ ਹੈਗਾ, ਤੇ ਮੈਨੂੰ ਦਿਖਣ ਡਿਆ ਪਿਆ। ਮੈਨੂੰ ਹਉਮੈ ਕਾਹਦੀ ਆ ਕਿ ਮੈਨੂੰ ਦਿਖਦਾ ਨਹੀਂ ਪਿਆ ਸੀ। ਤਾਈਓ ਤੇ ਮੈਂ ਹਉਮੈ ਕਾਹਦੀ, ਹਉਮੈ ਦਾ ਮਤਲਬ ਹੁੰਦਾ ਅਗਿਆਨ, ਭਰਮ। ਸੱਚ ਨੂੰ ਝੂਠ ਸਮਝ ਲੈਣਾ, ਝੂਠ ਨੂੰ ਸੱਚ ਸਮਝ ਲੈਣਾ। ਯਥਾਰਥ ਸੱਚ ਨੂੰ ਵੇਖਣ ਤੋਂ ਜਿਹੜਾ ਬੰਦਾ ਅਸਮਰੱਥ ਹੁੰਦਾ ਉਹ ਚ ਹਉਮੈ ਹੁੰਦੀ ਆ, ਤੇ ਜਿਹੜੇ ਜਿਹਨੂੰ ਗਿਆਨ ਹੋ ਜਾਂਦਾ ਉਹ ਚ ਹਉਮੈ ਨਹੀਂ ਹੁੰਦੀ। ਠੀਕ ਹੈ ਨਿੱਜਾ ਸਾਹਿਬ। ਤੇ ਅੱਜ ਦੀ ਵਿਚਾਰ ਮੈਂ ਨਾ ਨਿੱਜਾ ਸਾਹਿਬ ਇੱਥੇ ਸਮਾਪਤ ਕਰੀਏ। ਮੰਮੀ ਤੇ ਕਹਿਣ ਦਿਓ ਕੋਈ ਨਹੀਂ, ਕੱਲ ਪਾਣੀ ਲੈ ਲਾਂਗੇ ਤੇ ਪਾਣੀ ਅੱਗੇ ਕਰ ਲਾਂਗੇ ਕਿ ਨਹੀਂ। ਇੱਕ ਰਹਿ ਗਿਆ ਬਸ, ਚਲੋ ਬੋਲ ਦੋ। ਹਾਂਜੀ ਸ਼ਲੋਕ। ਦੁੱਖ ਬਿਨਸੇ ਸਹਸਾ ਗਇਓ, ਸ਼ਰਨ ਗਹੀ ਹਰ ਰਾਏ, ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਕਹਿੰਦੇ ਦੁੱਖ ਜਿਹੜੇ ਹੈਗੇ ਸਾਰੇ ਦੇ ਸਾਰੇ ਦੁੱਖ ਬਿਨਸ ਜਾਣਗੇ, ਖਤਮ ਹੋ ਜਾਣਗੇ। ਸਹਿਮ ਜਿਹੜਾ ਹੈਗਾ, ਚਿੰਤਾ ਸੋਚ ਫਿਕਰ ਡਰ ਜਿਹੜਾ ਹੈਗਾ, ਕਹਿੰਦੇ ਇਹ ਵੀ ਚਲੇ ਜਾਏਗਾ। ਸ਼ਰਨ ਗਹੀ ਹਰ ਰਾਏ, ਜਿਹਨੇ ਵੀ ਉਸ ਮਾਲਕ ਪਰਮਾਤਮਾ ਦੀ ਸ਼ਰਨ ਲੈ ਲਈ, ਹਰ ਰਾਏ ਦੀ ਮਾਲਕ ਦੀ ਸ਼ਰਨ ਲੈ ਲਈ, ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਸ਼ਰਨ ਲੈਣੀ ਕੀ ਹੈ? ਪਰਮੇਸ਼ਰ ਦੇ ਗੁਣ ਗਾਉਣੇ, ਧਿਆਨ ਸਿਮਰਨ ਕਰਨਾ। ਜਿਹਨੇ ਵੀ ਇਹ ਸ਼ੁਰੂ ਕੀਤਾ ਉਹਨੇ ਮਨ ਚਿੰਦੇ ਸਾਰੇ ਦੇ ਸਾਰੇ ਫਲ ਪ੍ਰਾਪਤ ਹੋ ਗਏ। ਉਹਨੂੰ ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਜਿਹਨੇ ਇਸ ਤਰ੍ਹਾਂ ਪਰਮੇਸ਼ਰ ਦੇ ਗੁਣ ਗਾਏ ਤੇ ਸਾਰੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਕਹਿੰਦੇ ਦੁੱਖ ਬਿਨਸੇ ਦੇ ਮਤਲਬ ਹੁੰਦੇ ਆ ਕਿ ਨਾਸ ਹੋ ਜਾਂਦੇ ਦੁੱਖ। ਕਹਿੰਦੇ ਸਾਰੇ ਦੁੱਖ ਤੁਹਾਡੇ ਖਤਮ ਹੋ ਜਾਣਗੇ ਜੇ ਤੁਸੀਂ ਬ੍ਰਹਮ ਦੀ ਭਗਤੀ ਕਰੋਗੇ। ਸਰਨ ਕਿਉ ਸਰਨੀ ਗਹੀ ਹਰ ਰਾਏ, ਸਰਨ ਗਹੀ ਹਰ ਰਾਏ। ਹਾਂਜੀ ਹਾਂ, ਤੇ ਜਦੋਂ ਤੁਸੀਂ ਹਰ ਰਾਏ ਦੀ ਉਸ ਪਰਮਾਤਮਾ ਦੀ ਸ਼ਰਨ 'ਚ ਚੱਲ ਗਏ, ਸਾਰੇ ਦੁੱਖ ਖਤਮ। ਦੁੱਖ ਨਹੀਂ ਰਹਿਣਗੇ ਤੁਹਾਡੀ ਜ਼ਿੰਦਗੀ 'ਚ। ਕਿੰਨੀ ਵੱਡੀ ਗੱਲ ਕਹਿਤੀ। ਹਾਂਜੀ ਅਗਲੀ ਤੋਂ ਬੋਲਣ ਜਿੱਦਾਂ ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਮਨ ਜਿਹੜਾ ਜੋ ਵੀ ਮਨ ਦੇ ਵਿੱਚ ਇੱਛਾਵਾਂ ਸੀ ਸਾਰੀਆਂ ਪੂਰਨ ਹੋ ਗਈਆਂ ਭਾਈ। ਮਨ ਚਿੰਦੇ ਫਲ ਪਾਇਆ, ਅਬਨਾਸੀ ਹੋ ਗਿਆ। ਮਾਲਕ ਪਰਮਾਤਮਾ ਬੂੰਦ ਸਾਗਰ ਦੇ ਵਿੱਚ ਮਿਲ ਗਈ। ਸਰੀਰ ਦੀ ਪਕੜ ਚੋਂ ਆਜ਼ਾਦ ਹੋ ਗਿਆ ਇਨਸਾਨ, ਪ੍ਰਕਿਰਤੀ ਤੋਂ ਆਜ਼ਾਦ ਹੋ ਗਿਆ। ਨਾਨਕ ਹਰ ਗੁਣ ਗਾਏ। ਇਹ ਪਰਮੇਸ਼ਰ ਦੇ ਗੁਣ ਗਾਉਣ ਦਾ ਫਲ ਆ ਭਾਈ। ਜਦ ਭਗਤੀ ਕੀਤੀ ਤੇ ਆ ਜਿਹੜਾ ਹੈਗਾ ਪ੍ਰਾਪਤੀ ਹੋਈ। ਠੀਕ ਹੈ ਜੀ। ਜਦੋਂ ਕਹਿੰਦੇ ਹਰਿ ਦੀ ਭਗਤੀ ਕੀਤੀ, ਮਨ ਚਿੰਦੇ ਫਲ ਪਾਏ, ਤੇ ਉਹ ਜਿਹੜੀਆਂ ਸਰਬ ਕਾਮਨਾਵਾਂ ਸੀ, ਪਹਿਲੀ ਗੱਲ ਤੇ ਵੈਸੇ ਬੰਦੇ ਦੀ ਕੋਈ ਇੱਛਾ ਰਹਿ ਹੀ ਨਹੀਂ ਜਾਂਦੀ। ਤੁਸੀਂ ਨਾ ਹੁਣ ਤੁਸੀਂ ਤੇ ਲਿਖ ਲਿਓ ਕਿ ਸਾਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਆ। ਸਾਲ ਡੇਢ ਸਾਲ ਸਾਧਨਾ ਕਰਕੇ ਤੇ ਮੁੜ ਕੇ ਵੇਖ ਲਿਓ ਕਿ ਇਹ ਚੀਜ਼ਾਂ ਤੁਹਾਡਾ ਦਿਲ ਕਰੂਗਾ ਮੰਗਣ ਤੇ ਮੰਗਣੀਆਂ ਨਹੀਂ। ਉਹ ਬਾਣੀ ਚਾਹੁੰਦਾ ਢਾਡੀ ਕੋ ਮੰਗਣ ਚਿੱਤ ਨਾ ਆਵੇ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ। ਸਾਰੇ ਚਲੀ ਗਈ। ਕਹਿੰਦੇ ਹੁਣ ਮੰਗਣਾ ਚਿੱਤ ਹੀ ਨਹੀਂ ਆ ਰਿਹਾ। ਹਾਂ, ਤੇ ਉਹ ਜਿਹੜਾ ਕੰਮ ਹੋਇਆ ਨਾ ਮੁੜ ਕੇ ਤੁਹਾਡੇ ਕੋਲ ਬੜਾ ਔਖਾ ਮੰਗਣ, ਤੁਸੀਂ ਮੰਗੋਗੇ ਨਹੀਂ, ਬੜਾ ਔਖਾ। ਹਾਂਜੀ ਠੀਕ ਹੈ ਨਿੱਜਾ ਸਾਹਿਬ। ਅੱਜ ਦੀ ਵਿਚਾਰ ਅੱਗੇ ਪੌੜੀ ਹੈਗੀ ਵੀਰ ਜੀ, ਬਸ ਹੁਣ ਆਖਰੀ ਪੌੜੀ ਹੈਗੀ। ਮਹਾਰਾਜ ਕਹਿੰਦੇ ਦੇਖ ਲਓ ਭਾਈ, ਇਹ ਤੈਨੂੰ ਸਾਰਾ ਦਾ ਸਾਰਾ ਗਿਆਨ ਜਿਹੜਾ ਦੇ ਦਿੱਤਾ ਥਿਤੀਆਂ ਦੇ ਦੁਆਰਾ। ਹੁਣ ਜਿਹੜਾ ਹੈਗਾ ਅੱਗੇ ਆਪਸ਼ਨ ਹੈਗੀ ਆ, ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ। ਕਹਿੰਦੇ ਦੇਖ ਲਓ ਇੰਨਾ ਮਹਾਰਾਜ ਦੱਸ ਰਹੇ। ਕਹਿੰਦੇ ਕੋਈ ਵੀ ਜਿਹੜਾ ਇਹਨੂੰ ਗਾ ਲੈ, ਭਾਵੇਂ ਗਾ ਲੈ ਬ੍ਰਹਮ ਗਿਆਨ ਨੂੰ ਗਾ ਲੈ, ਭਾਵੇਂ ਇਹਨੂੰ ਸੁਣ ਲੈ, ਭਾਵੇਂ ਗਾ ਕੇ ਅਭਿਆਸ ਕਰ ਲੈ, ਭਾਵੇਂ ਸੁਣ ਲੈ,
ਸ਼ਬਦ ਜਿਹੜਾ ਹੈਗਾ ਜੋ ਧੁਨ ਚੱਲ ਰਹੀ ਅੰਦਰ ਉਹਨੂੰ ਸੁਣ ਲੱਗ ਜਾਏ। ਕੋਈ ਕਰੇ ਵਿਚਾਰ, ਕੋਈ ਆਪਣੇ ਵਿਚਾਰਾਂ ਦੇ ਵਿੱਚ ਲੈ ਆਏ। ਕੋ ਉਪਦੇਸੇ, ਕੋਈ ਦੂਸਰਿਆਂ ਨੂੰ ਉਪਦੇਸ਼ ਕਰਦਾ ਹੈ। ਕੋ ਦ੍ਰਿੜੇ, ਕੋਈ ਦ੍ਰਿੜ ਕਰ ਲੈ। ਤਿਸਕਾ ਹੋਏ ਉਧਾਰ, ਹਰੇਕ ਦਾ ਉਧਾਰ ਹੋ ਜਾਏਗਾ ਭਾਈ। ਹਰੇਕ ਜਿਹੜਾ ਵੀ ਇਸ ਪਾਸੇ ਲੱਗਿਆ ਆ ਉਹਨੇ ਜਿਹੜਾ ਹੈਗਾ ਕਿਤੇ ਨਾ ਕਿਤੇ ਪਹੁੰਚਣਾ ਹੈ। ਕਿਲਵਿਕ ਘਾਟੇ ਹੋਏ ਨਿਰਮਲਾ, ਜਨਮ ਜਨਮ ਮਲ ਜਾਏ। ਕਹਿੰਦੇ ਉਹਦੇ ਸਾਰੇ ਦੇ ਸਾਰੇ ਬੱਜਰ ਪਾਪ ਕੱਟੇ ਜਾਣਗੇ, ਨਿਰਮਲ ਹੋ ਜਾਏਗਾ ਭਾਈ, ਮੈਲ ਖਤਮ ਹੋ ਜਾਏਗੀ, ਜਨਮ ਜਨਮ ਦੀ ਮੈਲ ਲੈ ਜਾਏਗੀ, ਜਨਮਾਂ ਜਨਮਾਂ ਦਾ ਲੇਖਾ ਜਿਹੜਾ ਹੈਗਾ ਮਾਫ ਹੋ ਜਾਏਗਾ। ਹਲਤ ਪਲਤ ਮੁਖ ਉਜਲਾ, ਨਹਿ ਪੋਹੇ ਤਿਸ ਮਾਏ। ਕਹਿੰਦੇ ਲੋਕ ਪਰਲੋਕ ਦੇ ਵਿੱਚ ਉਹਦਾ ਮੁਖ ਉਜਲ ਹੋ ਜਾਏਗਾ। ਔਰ ਮਾਇਆ ਜਿਹੜੀ ਹੈਗੀ ਆ ਇਹ ਪਰਮੇਸ਼ਰ ਦੇ ਨਾਲ ਹੀ ਹੈ, ਜਿਹੜੀ ਛਾਇਆ ਪਰਮੇਸ਼ਰ ਦੀ, ਕਹਿੰਦੇ ਜਿਹੜੀ ਹੈਗੀ ਉਹਨੂੰ ਨਹੀਂ ਤੰਗ ਕਰ ਸਕਦੀ। ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ। ਕਹਿੰਦੇ ਉਹੀ ਚੰਗਾ ਸਰੋਤਾ ਹੈਗਾ, ਸੁਣਨ ਵਾਲਾ ਹੈਗਾ, ਸੁਰਤੀ ਵਾਲਾ ਹੈਗਾ, ਚੰਗੀ ਸੋਚ ਵਾਲਾ ਹੈਗਾ। ਸੋ ਬੈਸਨੋ ਉਹੀ ਪਵਿੱਤਰ ਹੈਗਾ, ਵੈਸ਼ਨੂ ਹੈਗਾ ਪਵਿੱਤਰ। ਸੋ ਗਿਆਨੀ ਧਨਵੰਤ ਉਹੀ ਗਿਆਨੀ ਹੈਗਾ ਭਾਈ, ਉਹੀ ਸਭ ਤੋਂ ਜਿਹੜਾ ਹੈਗਾ ਧਨਵਾਨ ਹੈਗਾ। ਸੋ ਸੂਰਾ ਕੁਲਵੰਤ ਸੋਏ, ਜਿਨ ਭਜਿਆ ਭਗਵੰਤ। ਕਹਿੰਦੇ ਉਹੀ ਸੂਰਵੀਰ ਹੈਗਾ, ਉਹੀ ਚੰਗੇ ਕੁਲ ਵਾਲਾ ਹੈਗਾ। ਕਿਹੜੇ ਇਹ ਸਾਰੇ ਕਿਹੜੇ ਸਾਰੇ ਗੁਣ ਕਿਹਦੇ ਵਿੱਚ ਹੈਗੇ ਆ? ਕਹਿੰਦੇ ਜਿਹਨੇ ਭਜਿਆ ਭਗਵੰਤ, ਜਿਹਨੇ ਪਰਮਾਤਮਾ ਦਾ ਭਜਨ ਕੀਤਾ, ਧਿਆਨ ਸਿਮਰਨ ਕੀਤਾ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਧਰੈ ਸਿਮਰ ਚੰਡਾਲ। ਕਹਿੰਦੇ ਦੇਖ ਲਓ ਭਾਈ, ਕਹਿੰਦੇ ਭਾਵੇਂ ਖੱਤਰੀ ਹੋਏ, ਛਤਰੀ ਹੋਏ, ਭਾਵੇਂ ਬ੍ਰਾਹਮਣ ਹੋਏ, ਭਾਵੇਂ ਸ਼ੂਦਰ ਹੋਏ, ਭਾਵੇਂ ਵੈਸ਼ਨੂ ਹੋਏ, ਕਹਿੰਦੇ ਇਹਨੂੰ ਤੇ ਚੰਡਾਲ ਵੀ ਸਿਮਰ ਕੇ ਉਧਰ ਜਾਂਦੇ ਆ ਭਾਈ। ਕੋਈ ਵੀ ਹੋਏ, ਕਿਹੋ ਜਿਹਾ ਮਰਜੀ, ਕਿੰਨੀ ਮਰਜੀ ਮੈਲ ਹੋਏ, ਕਿੰਨਾ ਮਰਜੀ ਕਰਜ਼ਾ ਹੋਏ, ਕਹਿੰਦੇ ਸਾਰੇ ਉਧਰ ਜਾਣਗੇ ਭਾਈ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਧਰ ਹੈ ਸਿਮਰ ਚੰਡਾਲ। ਜਿਨੇ ਜਾਣਿਓ ਪ੍ਰਭ ਆਪਣਾ, ਨਾਨਕ ਤਿਸੇ ਰਵਾਲ। ਜਿਸਨੇ ਵੀ ਇਸ ਤਰੀਕੇ ਦੇ ਨਾਲ ਧਿਆਨ ਸਿਮਰਨ ਕਰਕੇ ਆਪਣੇ ਮਾਲਕ ਪਰਮਾਤਮਾ ਨੂੰ ਜਾਣ ਲਿਆ, ਜਿਹੜੀ ਵੀ ਬੂੰਦ ਸਾਗਰ ਦੇ ਵਿੱਚ ਚਲੀ ਗਈ, ਕਹਿੰਦੇ ਮੈਂ ਤਾਂ ਉਹਦੇ ਚਰਨਾਂ ਦੀ ਧੂੜ ਹੈਗਾ, ਉਹਦੇ ਚਰਨਾਂ ਦੀ ਧੂੜ ਹੈਗਾ। ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਜੀ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਜੀ। ਸਾਧ ਸੰਗਤ ਜੀ ਲਾਸਟ ਤੇ ਉਹਨਾਂ ਨੇ ਕਲੀਅਰ ਕੱਟ ਕਰਤਾ ਤੇ ਕੋਈ ਵੀ ਪਹਿਲਾਂ ਤੋਂ ਕੋਈ ਗਾਵੇ, ਕਹਿੰਦਾ ਕੋਈ ਵੀ ਬੰਦਾ ਨੂੰ ਗਾਲੇ, ਕੋਈ ਵੀ ਬੰਦਾ ਉਹਨੂੰ ਸੁਣ ਲੇ, ਕੋਈ ਵੀ ਬੰਦਾ ਕਰ ਲੇ ਵਿਚਾਰ, ਇਹ ਤਿੰਨ ਚੀਜ਼ਾਂ ਕਰ ਸਕਦਾ, ਪਰ ਕਰੇ ਉਹਦੀਆਂ, ਉਹ ਪਰਮਾਤਮਾ ਦੀ ਗੱਲ ਕਰਦੇ। ਹਾਂਜੀ ਨਿੱਜਾ ਸਾਹਿਬ। ਕੋਈ ਉਪਦੇਸ਼ ਕਰੇ, ਕੋਈ ਦ੍ਰਿੜ ਕਰ ਲੈ, ਉਹਦਾ ਉਦਾਰ ਹੋ ਜਾਂਦਾ ਹੈ। ਜਿਹੜਾ ਵੀ ਉਹ ਪਰਮਾਤਮਾ ਦੀਆਂ ਬਾਰੇ ਗਾ ਲੈਂਦਾ ਹੈ, ਜਾਂ ਉਹਨੂੰ ਸੁਣ ਲੈਂਦਾ ਹੈ, ਜਾਂ ਉਹਨੂੰ ਵਿਚਾਰ ਕਰ ਲੈਂਦਾ ਹੈ, ਜਾਂ ਕਿਸੇ ਨੂੰ ਪਰਮਾਤਮਾ ਦਾ ਉਪਦੇਸ਼ ਕਰ ਲੈਂਦਾ ਹੈ, ਜਾਂ ਕਿਸੇ ਨੂੰ ਚੜਾ ਦਿੰਦਾ ਹੈ, ਪੱਕਾ ਕਰ ਦਿੰਦਾ ਹੈ, ਤਿਸਕਾ ਹੋਏਗਾ ਉਹ ਪਰਮਾਤਮਾ ਦਾ ਜਿਹੜਾ ਦ੍ਰਿੜਾਏਗਾ, ਜੇ ਨਾਮ ਦ੍ਰਿੜਾਉਂਦਾ ਹੈ, ਜਾਂ ਉਹਦਾ ਉਧਾਰ ਹੋ ਜਾਂਦਾ। ਠੀਕ ਹੈ ਨਾ? ਜਦ ਜੋ ਵੀ ਪਰਮਾਤਮਾ ਦਾ ਨਾਮ ਜਪਦਾ ਹੈ, ਜਾਂ ਉਹਨੂੰ ਸੁਣਦਾ ਹੈ, ਜਾਂ ਕਹਿੰਦਾ ਹੈ, ਜਾਂ ਉਹਦੇ ਵਿਚਾਰ ਕਰਦਾ ਹੈ, ਪਰ ਪਰਮਾਤਮਾ ਦੇ ਵਿਚਾਰ ਦੀ ਗੱਲ ਕੀਤੀ ਜੇ ਵੀ ਆਮ ਨਹੀਂ। ਠੀਕ ਹੈ ਨਾ? ਜਦ ਅੱਗੇ ਕਿਲ ਵੀ ਕਾਟੇ ਹੋਏ ਨਿਰਮਲਾ, ਜਨਮ ਜਨਮ ਮਲ ਜਾਏ। ਕਹਿੰਦੇ ਉਹਦੇ ਸਾਰੇ ਬੱਜਰ ਪਾਪ ਕੱਟ ਜਾਂਦੇ ਆ, ਨਿਰਮਲ ਹੋ ਜਾਂਦਾ ਹੈ, ਜਨਮਾਂ ਜਨਮਾਂ ਦਾ ਕਰਜ਼ਾ ਮਾਫ ਹੋ ਜਾਂਦਾ ਹੈ। ਹਲਤ ਪਲਤ ਮੁਖ ਉਜਲਾ, ਨਹਿ ਪੋਹੇ ਤਿਸ ਮਾਏ। ਕਹਿੰਦੇ ਲੋਕ ਪਰਲੋਕ ਦੇ ਵਿੱਚ ਮੁਖ ਉਜਲ ਹੋ ਜਾਂਦਾ ਹੈ, ਮਾਇਆ ਉਹਨੂੰ ਨਹੀਂ ਜਿਹੜੀ ਹੈ ਦਰਸ਼ਨ ਕਰਦੇ ਦਿਖਾ ਸਕਦੀ ਹੈ, ਜਮਦੂਤ ਦੇ ਉਹਦਾ ਰਸਤਾ ਨਹੀਂ ਰੋਕ ਸਕਦੇ। ਬਿਲਕੁਲ ਠੀਕ ਹੈ ਜੀ। ਕਿਲਬਿਕ ਕਾਟੇ, ਕਹਿੰਦੇ ਸਭ ਤੋਂ ਪਹਿਲਾਂ ਤੁਹਾਡੇ ਪਾਪ ਕੱਟੇ ਜਾਣਗੇ। ਕਾਟੇ ਹੋਏ ਨਿਰਮਲਾ, ਉਹ ਬੰਦਾ ਪਵਿੱਤਰ ਹੋ ਜਾਏਗਾ। ਜਨਮ ਮਰਨ ਮਲ ਜਾਏ, ਅੰਤ ਜਨਮਾਂ ਦੀ ਮੈਲ ਜਿਹੜੀ ਉਤਰ ਜਾਏਗੀ। ਹਲਤ ਹਲਤ ਦਾ ਪਲਤ ਮੁਖ ਉਜਲਾ, ਉਹ ਕਹਿੰਦੇ ਉਹਦਾ ਤੇ ਅੱਗੇ ਜਾ ਕੇ ਤੇ ਉਜਲਾ ਹੋਣਾ ਹੀ ਹੋਣਾ, ਇੱਥੇ ਵੀ ਉਹਦਾ ਮੁਖ ਜਿਹੜਾ ਉਜਲਾ ਹੋ ਜਾਏਗਾ। ਬਿਲਕੁਲ। ਭੀੜ ਤੋਂ ਬਾਹਰ, ਮਾਇਆ ਤੋਂ ਮੁਕਤ, ਬ੍ਰਹਮ ਗਿਆਨ। ਹਾਂਜੀ ਨਿੱਜਾ ਸਾਹਿਬ। ਸੋ ਸੁਰਤਾ ਸੋ ਵੈਸਨੋ ਸੋ ਗਿਆਨੀ ਧਨਵੰਤ। ਇਹ ਜਿਹੜਾ ਹੈਗਾ ਦੇਖ ਲਓ ਸਾਰੇ ਦੱਸਦੇ ਪਾਈ, ਉਹੀ ਜਿਹੜੀ ਚੰਗੀ ਸੁਰਤ ਵਾਲਾ ਹੈਗਾ, ਚੰਗੀ ਸੋਚ ਵਾਲਾ ਹੈਗਾ, ਉਹੀ ਵੈਸ਼ਨੂ ਹੈਗਾ, ਉਹੀ ਗਿਆਨੀ ਹੈਗਾ, ਉਹੀ ਧਨਵਾਨ ਹੈਗਾ, ਉਹੀ ਸੂਰਵੀਰ ਹੈਗਾ। ਸੋ ਸੂਰਾ ਕੁਲਵੰਤ ਸੋਏ, ਉਹੀ ਚੰਗੇ ਕੁਲ ਵਾਲਾ ਹੈਗਾ। ਜਿਨ ਭਜਿਆ ਭਗਵੰਤ, ਜਿਹਨੇ
ਧਿਆਨ ਸਿਮਰਨ ਕੀਤਾ ਹੈ, ਜਿਹਨੇ ਪਰਮਾਤਮਾ ਦੀ ਟਹਿਲ ਕੀਤੀ ਹੈ, ਜਿਹਨੇ ਭਗਤੀ ਕੀਤੀ ਹੈ। ਹਾਂਜੀ ਵੀਰ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਉਹੀ ਚੰਗੀ ਇਕਾਗਰ ਬੁੱਧੀ ਵਾਲਾ ਵਾ। ਬੈਸ ਨੂੰ ਦਾ ਮਤਲਬ ਹੈਗਾ ਇੱਥੇ ਜਿਹੜਾ ਭਗਤੀ ਕਰਨ ਵਾਲਾ। ਹਾਂਜੀ ਭਗਤੀ ਕਰਨ ਵਾਲਾ। ਹਾਂਜੀ ਭਗਤ ਕਰਨ ਵਾਲਾ, ਸੱਚੇ ਆਚਰਣ ਵਾਲਾ, ਉਹੀ ਬੰਦਾ ਗਿਆਨੀ ਆ, ਉਹੀ ਬੰਦਾ ਧਨਵੰਤ ਆ। ਹਾਂ ਉਹੀ ਤਾਕਤਵਰ ਹੈ ਜਿਹੜਾ ਜਿਹਨੇ ਜਿਹਨੇ ਇਸ ਕਿਰਿਆ ਨੂੰ ਕਰ ਲਿਆ। ਠੀਕ ਹੈ ਨਾ ਜਦਾ। ਬਿਲਕੁਲ। ਆ ਕਿਹੜੇ ਆ ਗਏ ਜੀ ਆਖਰੀ ਦੇ ਵਿੱਚ? ਰਾਜਵੀਰ ਚਲੋ ਕਰਦਾ ਲੱਗਦਾ ਬੰਦਾ। ਰਾਜਵੀਰ ਜੀ ਬੰਦ ਕਰ ਦਿਓ ਆਪਣਾ। ਹਾਂਜੀ ਕਰਤਾ। ਆਖਰੀ ਵਿੱਚ ਮਹਾਰਾਜ ਦੱਸ ਰਹੇ, ਕਹਿੰਦੇ ਬਈ ਦੇਖੋ ਇਸ ਰਸਤੇ ਦੇ ਉੱਤੇ ਆਪਸ਼ਨ ਖੁੱਲਾ ਹੈ, ਹਰੇਕ ਨੂੰ ਖੁੱਲਾ ਹੈ। ਕੋਈ ਇਹਦੇ ਵਿੱਚ ਜਿਹੜਾ ਹੈਗਾ ਖੱਤਰੀ ਬ੍ਰਾਹਮਣ ਸ਼ੂਦ ਵੈਸ ਕੋਈ ਵੀ ਜਿਹੜਾ ਹੈਗਾ ਉਧਰੇ ਸਿਮਰ ਚੰਡਾਲ, ਕੋਈ ਚੰਡਾਲ ਵੀ ਹੋਏ, ਜਿਹੋ ਜਿਹਾ ਮਰਜ਼ੀ ਹੋਏ। ਦੇਖ ਲਓ ਵਾਲਮੀਕੀ ਵਰਗਾ ਜਿਹੜਾ ਹੈਗਾ ਜਿਹੋ ਜਿਹਾ ਮਰਜ਼ੀ ਹੋਏ, ਕੋਈ ਵੀ ਜਿਹੜਾ ਹੈਗਾ ਉਹ ਉਧਰ ਸਕਦਾ ਹੈ ਭਾਈ। ਕੋਈ ਵੀ, ਸਾਰੇ ਖੱਤਰੀ ਬ੍ਰਾਹਮਣ ਸ਼ੂਦ ਵੈਸ। ਖਾਲੀ ਜਿਹੜਾ ਹੈਗਾ ਖਾਲੀ ਜਿਹੜੀ ਹੈ ਕ੍ਰਾਈਟੇਰੀਆ ਹੈਗਾ ਬਈ ਇਸ ਪਾਸੇ ਦਿਲੋਂ ਜਿਹੜਾ ਹੈਗਾ ਇਸ ਪਾਸੇ ਉਧਰਨ ਦੇ ਵਾਸਤੇ ਜਿਹੜਾ ਹੈਗਾ ਦਿਲੋਂ ਜਿਹੜਾ ਹੈਗਾ ਤਿਆਰ ਹੋਏ ਬੰਦਾ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਧਰੇ ਸਿਮਰ ਚੰਡਾਲ, ਜਿਹਨੇ ਜਾਣਿਓ ਪ੍ਰਭ ਆਪਣਾ ਨਾਨਕ ਤਿਸੈ ਰਵਾਲ। ਇਸ ਤਰੀਕੇ ਦੇ ਨਾਲ ਜਿਹਨੇ ਵੀ ਧਿਆਨ ਸਿਮਰਨ ਕਰਕੇ ਉਹ ਮਾਲਕ ਪਰਮਾਤਮਾ ਦੇ ਨਾਲ ਜਾਣ ਪਛਾਣ ਕਰ ਲਈ ਆ। ਮਹਾਰਾਜ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਮੈਂ ਤਾਂ ਉਹਦੇ ਚਰਨਾਂ ਦੀ ਧੂੜ ਆ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਲਾਸਟ ਦੇ ਵਿੱਚ ਉਹਨਾਂ ਨੇ ਜਿਹੜੇ 4 ਹੁੰਦੀਆਂ ਨਾ, ਇਨਸਾਨ ਮਨ ਦੇ ਤੌਰ ਤੇ ਖੱਤਰੀ ਹੁੰਦਾ ਹੈ, ਬ੍ਰਾਹਮਣ ਹੁੰਦਾ ਹੈ, ਸੂਤ ਹੁੰਦਾ ਹੈ ਤੇ ਵੈਸ ਹੁੰਦਾ। ਉਧਰੇ ਸਿਮਰ ਚੰਡਾਲ। ਉਹ ਕਹਿੰਦੇ ਇਹ ਤੇ ਤਾਰੀ ਜਾਣਗੇ, ਜਿਹੜਾ ਚੰਡਾਲ ਹੈਗਾ ਨਾ ਉਹ ਵੀ ਤਰ ਜੂ। ਪਰ ਜਾਣਾ ਨਿਰਗੁਣ ਬ੍ਰਹਮ ਦੇ ਵੱਲ ਆ, ਪਾਰ ਬ੍ਰਹਮ ਦੇ ਕੋਲ। ਉਹਦੀ ਭਗਤੀ ਕਰਨੀ। ਉਹਦੀ ਭਗਤੀ ਕਿੱਥੇ ਕਰਨੀ ਆ? ਪੂਰਨਮਾਸ਼ੀ ਵਾਲੇ ਦਿਨ ਕੋਠੇ ਚੜ ਕੇ ਜਾ ਕੇ ਵੇਖ ਲਿਓ, ਇੱਕਦਮ ਕਾਲਾ ਛਾ, ਬਿਲਕੁਲ ਕਾਲਾ ਛਾ। ਨਿਰਵਿਚਾਰ ਹੋ ਕੇ ਜਦੋਂ ਆਪਣੀ ਸੁੱਤੀ ਉੱਤੇ ਇਕਾਗਰ ਹੋ ਜਾਂਦੀ ਹੈ, ਉੱਥੇ ਉਸ ਸ਼ਕਤੀ ਦੇ ਨਾਲ ਸਾਡਾ ਮਿਲਣ ਹੁੰਦਾ ਹੈ। ਅਸੀਂ ਵੀ ਉਹਦਾ ਹੀ ਰੂਪ ਹੋ ਜਾਂਦੇ ਹਾਂ। ਸਾਡੇ ਚ ਉਹ ਨਹੀਂ ਕਿਤੇ ਰਾਮ ਕਬੀਰ ਆਏ ਕਬੀਰ ਤੋਂ ਕੋਈ ਨਾ ਉਹ ਵਸਦਾ ਉੱਥੇ। ਅਸੀਂ ਵੀ ਕਬੀਰ ਵਾਂਗੂ ਉਸ ਚੀਜ਼ ਨੂੰ ਅਨੁਭਵ ਕਰਨਾ ਹੈ ਜਿੱਦਾਂ ਕਬੀਰ ਜੀ ਕਰ ਰਹੇ, ਆਪਾਂ ਕਰ ਰਹੇ ਹਾਂ ਆਲਰੇਡੀ। ਬਿਲਕੁਲ। ਉਹ ਪਰਮਾਤਮਾ ਕੋਈ ਦੂਰ ਥੋੜੀ ਹੈਗਾ, ਪਰ ਇਹਦਾ ਭੇਦ ਦੱਸਣ ਦੇ ਲਈ ਸੰਗਤ ਚਾਹੀਦੀ ਹੈ ਕੈਪੇਬਲ, ਜਿਹਨੇ ਉਸ ਚੀਜ਼ ਨੂੰ ਜਾਣਿਆ। ਔਰ ਉਸ ਸ਼ਕਤੀ ਦੇ ਵਿੱਚ ਜਾਣ ਤੋਂ ਬਾਅਦ ਕੀ ਹੁੰਦਾ ਹੈ ਤੁਹਾਡੇ ਜੀਵਨ ਦੇ ਵਿੱਚ? ਉਹ ਕਹਿੰਦੇ ਨੇ ਵੀ ਮਲ, ਦੁਰਮਤ ਐਰਾ ਵਗੈਰਾ ਜਿਹੜੀ ਉਤਰੀ, ਉਹ ਅਗਿਆਨ ਗਿਆ, ਅਵਿਦਿਆ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਗਏ, ਰਾਗ ਗਿਆ, ਦਵੈਸ਼ ਗਿਆ। ਫਿਰ ਉਸ ਤੋਂ ਬਾਅਦ ਕਹਿੰਦੇ ਆ ਦੁੱਖ ਗਏ, ਸਾਰੇ ਦੁੱਖ ਮਿਟ ਗਏ। ਉਹਦਾ ਮਤਲਬ ਕਿ ਜਿੱਦ ਤੱਕ ਉਹ ਨਹੀਂ ਮਿਟ ਰਹੇ, ਇਹਦਾ ਮਤਲਬ ਕਿ ਰਸਤਾ ਗਲਤ ਆ। ਜੇ ਰਸਤਾ ਸਹੀ ਹੈ, ਇਹ ਚੀਜ਼ਾਂ ਤੁਹਾਡੇ ਜੀਵਨ ਚ ਵਾਪਰਨੀਆਂ ਚਾਹੀਦੀਆਂ। ਜੇ ਨਹੀਂ ਵਾਪਰ ਰਹੀਆਂ ਨੇ, ਕੁਛ ਨਾ ਕੁਛ ਕਮੀ ਔਰ ਉਸਨੂੰ ਦੇਖਣ ਦੀ ਲੋੜ ਆ। ਇਹਦਾ ਮਤਲਬ ਆ ਅਸੀਂ ਮਿਥਿਆ ਦ੍ਰਿਸ਼ਟੀ ਚ ਬੈਠੇ ਆ, ਇਸ ਕਰਕੇ ਸਾਡੀ ਜਿਹੜੀ ਮਿਥਿਆ ਬੁੱਧੀ ਆ, ਅਸੀਂ ਸੱਚ ਨੂੰ ਨਹੀਂ ਦੇਖ ਪਾ ਰਹੇ ਔਰ ਭਰਮ ਦੇ ਵਿੱਚ ਆਪਣਾ ਜੀਵਨ ਨਸ਼ਟ ਕਰ ਰਹੇ ਹਾਂ। ਔਰ ਕਿਉਂਕਿ ਅਸੀਂ ਕੋਸ਼ਿਸ਼ ਨਹੀਂ ਕਰ ਰਹੇ। ਔਰ ਸਾਨੂੰ ਕਿਸੇ ਨੇ ਕਹਿ ਦਿੱਤਾ ਕਿ ਇਹ ਦਰਬਾਰ ਸਾਹਿਬ ਹੈਗਾ, ਉਹ ਛੋਟਾ ਜਿਹਾ ਕਮਰਾ ਪਿਆ ਵਾ, ਔਰ ਅਸੀਂ ਕਿਤੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਦਰਬਾਰ ਸਾਹਿਬ ਤੇ ਕਹਿੰਦੇ ਬੜਾ ਵੱਡਾ ਦਰਬਾਰ ਸਾਹਿਬ ਹੈ, ਉੱਥੇ 4 ਦਰਵਾਜ਼ੇ ਨੇ। ਉਹ ਕਸੀ ਉਹ ਲੈਂਡ ਮੈਪ ਨੂੰ ਚੈੱਕ ਨਹੀਂ ਕਰ ਰਹੇ। ਬਸ ਜੋ ਸਾਨੂੰ ਕਿਸੇ ਨੇ ਕਹਿ ਦਿੱਤਾ, ਸਾਡੇ ਮਨ ਚ ਭਰਮ ਪਾਤਾ, ਸਾਨੂੰ ਉਹ ਅਗਿਆਨ ਦੇ ਇੱਕ ਐਸੇ ਹਵਾ ਮਹਿਲ ਚ ਭੇਜ ਦਿੱਤਾ, ਉਹ ਜਿਸ ਅਸਲ ਚ ਹੈ ਹੀ ਨਹੀਂ। ਹੁਣ ਇੱਕ ਹਾਥੀ ਹੈ, ਹੁਣ ਤੁਸੀਂ ਮਿਥਿਆ ਦ੍ਰਿਸ਼ਟੀ ਨੂੰ ਮੈਨੂੰ ਕਹਿ ਦਿਓ ਕਿ ਚਰਨਜੀਤ ਏਦਾਂ ਕਰਕੇ ਜਾ, ਉੱਥੇ ਜੰਗਲ ਚੋਂ ਹਾਥੀ ਫੜ ਲਿਆ, ਮੈਂ ਜਾਵਾਂਗਾ। ਪਰ ਮੈਨੂੰ ਐਸਾ ਹਾਥੀ ਦੱਸੇਗਾ ਜਿਹਦੀਆਂ 8-9 ਲੱਤਾਂ ਨੇ, 8-9 ਸੁੰਡਾਂ ਨੇ, 10 ਦੰਦ ਨੇ, ਉਹ ਕਿੱਥੋਂ ਲੱਭੂਗਾ ਮੈਨੂੰ? ਉਹਦੇ ਲਈ ਮੈਨੂੰ ਪ੍ਰੋਪਰ ਡਰਾਇੰਗ ਚਾਹੀਦੀ ਆ। ਉਹ ਹਾਥੀ ਦੀ ਨਹੀਂ ਦੱਸ ਸਕਦੇ, ਪਰ ਮੈਨੂੰ ਦੱਸ ਦੇ ਸਕਦੇ ਨਾ ਕਿ ਉਹਦੀਆਂ ਲੱਤਾਂ ਏਡਾ ਮੋਟੀਆਂ ਵਾ, ਏਦਾਂ ਵਾ ਕਿ ਮਤਲਬ 20-22 ਇੰਚ ਦੀਆਂ ਹੋਣਗੀ ਇੱਕ ਲੱਤ, ਏਦਾਂ ਦੀ ਚਮੜੀ ਹੋਊਗੀ, ਉਹਦੇ 2 ਸਿੰਗ ਹੋਣਗੇ, ਅੱਖਾਂ ਦੀਆਂ ਏਦਾਂ ਦੀਆਂ, ਉਹਦੇ ਅੱਗੇ ਸੁੰਡ ਲੱਗੀ ਹੋਊਗੀ, ਉਹਦੀ ਚਮੜੀ ਏਦਾਂ ਹੋਊਗੀ ਜਿੱਦਾਂ ਛੱਪੜ ਦੀ ਮਿੱਟੀ ਸੁੱਕ ਜਾਂਦੀ ਆ ਤੇ ਪਾਪੜੀਆਂ ਜਿਹੀਆਂ ਆ ਜਾਂਦੀਆਂ, ਉਸ ਤਰ੍ਹਾਂ ਦੀ ਉਹਦੀ ਸਕਿਨ ਹੋਊਗੀ, ਉਹਦੀ ਪੂਛ ਇੰਨੀ ਕਿ ਲੰਮੀ ਹੋਊਗੀ। ਕਮ ਸੇ ਕਮ ਮੈਨੂੰ ਆਈਡੀਆ ਤਾਂ ਹੋਵੇ ਨਾ, ਤੇ ਫਿਰ ਉਹਨੂੰ ਕਿਵੇਂ ਲੱਭ ਲੂੰਗਾ? ਹੁਣ ਮੈਨੂੰ ਐਸੀ ਚੀਜ਼ ਦਿਖਾ ਦੋ, ਅਗੰਮ ਲੋਕ, ਅਗਾਹ ਲੋਕ, ਤਾਰਾ ਮੰਡਲ, ਫਿਰ ਚੱਲ ਜਾਓ ਤਾਰਾ ਮੰਡਲ, ਉੱਥੇ ਜਾ ਕੇ ਲੱਭਿਓ ਜਾ ਕੇ, ਉੱਥੇ ਤੇ ਹੈ ਹੀ ਨਹੀਂ ਹੈ ਤਾਰਾ ਮੰਡਲ। ਇੱਥੇ ਕਿੱਥੇ ਬਾਣੀ ਕਿਹਾ ਵਾ ਕਿ ਤਾਰਾ ਮੰਡਲ? ਉਹ ਤੇ ਕਹਿੰਦੇ ਆ ਕਿ ਅਮਾਵਸ ਦੀ ਰਾਤ, ਉੱਥੇ ਕੋਈ ਨਹੀਂ ਹੈਗਾ।
ਬਾਣੀ 'ਚ ਲਿਖਿਆ ਵਾ, ਨਾ ਉੱਥੇ ਧਰਤੀਆਂ, ਨਾ ਉੱਥੇ ਸੂਰਜ, ਨਾ ਉਹ ਚੰਦ ਤਾਰੇ। ਇਹ ਲੋਕ ਕਲਪਨਾ ਕਰ ਦਿੰਦੇ ਨੇ ਔਰ ਦੁਨੀਆ ਵੇਖ ਲਓ ਉਹ ਤੁਰੀ ਫਿਰਦੀ ਆ, ਉਹ ਉਸਨੂੰ ਸੱਚ ਮੰਨਦੀ ਆ ਕਿਉਂਕਿ ਮਿਥਿਆ ਬੁੱਧੀ ਆ। ਹੁਣ ਜਿੱਦਾਂ ਇੱਕ ਬਿਮਾਰ ਬੰਦਾ, ਬਾਣੀ ਦੇ ਵਿੱਚ ਇਹੋ ਸਮਝਾਇਆ ਹੈ ਕਿ ਜਿਸ ਬੰਦੇ ਨੂੰ ਬੁਖਾਰ ਚੜ ਜੇ, ਸਾਨੂੰ ਚੜਿਆ ਬੁਖਾਰ, ਮੈਨੂੰ ਆਪ ਚੜਿਆ ਨਿੱਜਰ ਸਾਹਿਬ, ਉਹ ਚੀਜ਼ ਦਾ ਟੇਸਟ ਮੈਨੂੰ ਪਤਾ ਹੀ ਬਿਲਕੁਲ, ਔਰ ਕਿਉਂਕਿ ਉਹ ਸੈਂਸ ਹੀ ਖਤਮ ਹੋ ਗਈ ਹੈ। ਇਸ ਕਰਕੇ ਬਾਣੀ ਕਹਿੰਦੀ ਹੈ ਕਿ ਤੂੰ ਸਾਧਨਾ ਕਰ ਤਾਂ ਜੋ ਤੇਰੀ ਸੈਂਸ ਜਿਹੜੀ ਉਹ ਠੀਕ ਹੋ ਜਾਏ ਔਰ ਤੈਨੂੰ ਯਥਾਰਥ ਸੱਚ ਦਾ ਪਤਾ ਲੱਗ ਜੇ। ਔਰ ਫਿਰ ਤੈਨੂੰ ਝੂਠ ਨੂੰ ਛੱਡਣ ਦੀ ਲੋੜ ਨਹੀਂ ਆ। ਤੈਨੂੰ ਪਤਾ ਲੱਗਣਾ ਚਾਹੀਦਾ ਕਿ ਕੱਚ ਆ, ਤੂੰ ਵਗਾ ਕੇ ਮਾਰਨਾ। ਮੁੱਠੀ ਖੁੱਲ ਗਈ ਤਾਂ ਡਿੱਗ ਗਿਆ, ਜਦੋਂ ਡਿੱਗ ਗਿਆ ਤੇ ਅਸਲੀ ਲੱਭ ਵੀ ਲਵੇਂਗਾ, ਪਰ ਜੇ ਤੂੰ ਨਕਲੀ ਹੱਥ 'ਚ ਫੜ ਕੇ ਬੈਠਾ ਹੈ ਤੇ ਫਿਰ ਨਹੀਂ ਅਸਲੀ ਮਿਲਣਾ। ਕਿਉਂਕਿ ਤੇਰੀ ਯਾਤਰਾ ਬੰਦ ਕਰਤੀ ਉਹਨੇ, ਤੈਨੂੰ ਰੋਕ ਲਿਆ ਰਾਹ ਦੇ ਵਿੱਚ। ਉਹ ਰਾਹ 'ਚ ਤੈਨੂੰ ਨਕਲੀ ਗਿਆਨ ਰੋਕ ਕੇ ਬੈਠਾ ਹੈ ਬਸ। ਹੋਰ ਕੀ ਬਾਣੀ ਕੁਛ ਨਹੀਂ ਕਹਿਣ ਦੀ। ਬਾਣੀ ਪਰਮਾਤਮਾ ਨੂੰ ਮਿਲਾਉਣ ਨੂੰ ਥੋੜੀ ਕਹਿੰਦੀ ਆ। ਉਹ ਕਹਿੰਦੀ ਕਿਤੇ ਤੂੰ ਬੈਠਾ ਹੋ ਨਕਲੀ ਦੁਕਾਨ ਹੀ ਬਸ ਛੱਡ ਦੇ। ਤੂੰ ਭਰਮ 'ਚ ਬੈਠਾ ਹੋਵਾਂ ਕਿ ਜਿਹੜੀ ਦੁਕਾਨ ਤੇ ਸੌਦਾ ਖਰੀਦ ਰਿਹਾ, ਉੱਥੇ ਦੁਕਾਨ 'ਚ ਸੌਦਾ ਹੈ ਹੀ ਨਹੀਂ। ਉਹ ਜਦ ਤੱਕ ਤੂੰ ਦੁਕਾਨ ਤੇ ਉੱਠੇਂਗੇ ਨਹੀਂ, ਅਗਲੀ ਦੁਕਾਨ ਕਿੱਥੋਂ ਲੱਭੇਗਾ? ਤੂੰ ਲਾਗੇ ਮੈਨੇ ਸਰਚ ਕਰ। ਔਰ ਦੁਕਾਨਾਂ ਦੀ ਉਹ ਥੋੜਾ ਆਈਡੀਆ ਵੀ ਦੇਣ ਦੇ, ਦੁਕਾਨ ਦੇ ਵਿੱਚ ਕੀ ਕੀ ਕ੍ਰਾਈਟੇਰੀਆ ਹੈਗਾ, ਉਹ ਦੁਕਾਨਾਂ ਦੀ ਪਹਿਚਾਣ ਕਰਨੀ ਆ। ਗੁਰੂਆਂ ਦੀ ਬਾਣੀ ਤੇ ਦੱਸਦੀ ਹੈ ਸਾਨੂੰ। ਤੂੰ ਇਹ ਗੱਲਾਂ ਦਾ ਧਿਆਨ ਦਿਆ ਕਰੋ, ਕੋਸ਼ਿਸ਼ ਕਰਿਆ ਕਰੋ। ਜੀਵਨ ਬਹੁਤ ਕੀਮਤੀ ਹੈ। और कहते तब पछताने से क्या फायदा जब चिड़िया चुगी खेत। और जब चिड़िया चुग जाती खेत फिर ते पछताउण दे नाल की होवेगा? कोई फायदा नहीं। जीवन हत्थां च निकल जाता है और इंसान जिहड़ा है वो भरम नूं छड्डण नूं तैयार ही नहीं, बहुत औखा। इसे करके बाणी च कहंदे ने को विरला करोड़ां च एक, करोड़ां च क्यों कोटन चुकिया गया, कोटना दे विच कोई छड्डण नूं तैयार ही नहीं। कोई नहीं चाहुंदा परमात्मा को जाणे। हर कोई चाहुंदा कि मैनूं रेडीमेड परमात्मा मिल जाए, मैनूं कोई मिला दे बंदा, जिद्दां मैनेजर साहब नूं मिलादा किसे नाल। इदां नहीं काम हैगा, वो सानूं खुद ही जाना पैना और उत्थे मिलना पैना। साडा इंतजार करदा हो। बस ये है कि बस असीं अपना अज्ञान रूपी जिहड़ा भरम है ਉਹਨੂੰ थोड़ा अपने ਤੋਂ दूर करना। जिद्दां मतलब परमात्मा ते थोड़ी सानू रोकन दिया वा, अंदरों मैं कुंडी लाई हुई है। वो आउंदा वा ते अहीं वड़ नहीं दिंदे इहनूं। बस 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 वो कित्थों आ जाऊगा? ते ਉਹ ਜਿਹੜਾ ਜਿਹਦਾ ਇੰਤਜ਼ਾਰ ਕਰਦੇ ਉਹ ਤੇ ਹੈ ਹੀ ਨਹੀਂ ਹੈ, ਉਹ ਤੇ ਕਲਪਨਾ ਵਾ, ਭਰਮ ਆ। ਉਹ ਨਹੀਂ ਹੋਣਾ, ਉਹ ਹੈ ਹੀ ਨਹੀਂ ਆ ਤੇ ਕਿੱਥੋਂ ਆਊਗਾ? ਉਹ ਤੇ ਮੈਂ ਮਾਰ ਦਿੰਦਾ ਗੱਪਾਂ 5-7 ਮੁੜ ਕੇ ਲੱਭੀ ਜਾਓ ਉੱਥੇ ਜਾ ਕੇ, ਉਹ ਕਿੱਥੇ ਲੱਭਣਾ? ਉਹ ਭੇਡ ਚਾਲ ਆ। ਇੱਕ ਭੇਡ ਗਈ ਆ ਖੂਹ ਦੇ ਵਿੱਚ, ਜਿਉਂ ਤੁਰੀਆਂ ਜਾਂਦੀਆਂ ਕਿਉਂਕਿ ਉਹ ਸਵਾਲ ਹੀ ਨਹੀਂ ਕਰਦੇ। ਉਹ ਮਿੱਥਿਆ ਬੁੱਧੀ ਤੇ ਕਿਤੇ ਬੁੱਧੀ ਤੇ ਕਹਿ ਨਹੀਂ ਦਿੰਦੇ ਕਿ ਇਹ ਬੁੱਧੀ ਨੂੰ ਫਰਕ ਕਰ ਲਈਏ, ਚੈੱਕ ਕਰ ਲਈਏ, ਗੁਰਬਾਣੀ ਨਾਲ ਕੰਪੇਅਰ ਕਰੀਏ। ਇਹ ਬਾਣੀ ਦੀ ਤੁਕਾਂ ਕੱਢੀ ਜਾਂਦੇ ਵਿੱਚ, ਉੱਥੋਂ ਬੋਲ ਦਿੰਦੇ ਤੁਕ ਕੱਢ ਕੇ। ਪਰ ਉਹ ਬਾਣੀ ਦੀ ਤੁਕ ਉਹ ਕੱਲੀ ਥੋੜੀ ਕੁਛ ਕੰਪਲੀਟ ਹੁੰਦੀ ਆ। ਉਹ ਤੇ ਪੂਰਾ ਉਹਨੂੰ ਸ਼ੁਰੂ ਤੋਂ ਬਾਣੀ ਨੂੰ ਪੜ੍ਹਨਾ ਪੈਣਾ ਕਿ ਗੁਰੂਆਂ ਨੇ ਕਿਹੜੀ ਗੱਲ ਤੇ ਕਿਹੜੀ ਗੱਲ ਕਹੀ। ਹੁਣ ਆਮ ਪਤਾ ਕੀ ਹੁੰਦਾ, ਲੀਡਰ ਕਹਿੰਦੇ ਆ ਕਿ ਮੈਂ ਉੱਥੇ ਇੰਨਾ ਕੰਮ ਕਰਾਇਆ ਤੇ ਲੋਕੀ ਸਮਝਦੇ ਆ ਕਿ ਮੈਂ ਚੋਰ ਵਾਂ। ਮੇਜਰ ਸਾਹਿਬ ਉਹ ਪਹਿਲੀ ਲਾਈਨ ਕੱਢ ਦਿੰਦੇ ਕਿ ਮੈਂ ਇੰਨਾ ਕੰਮ ਕਰਾਇਆ, ਉਹ ਕੱਲੀ ਲਾਈਨ ਬੋਲਦੇ ਕਿ ਮੈਂ ਚੋਰ ਹਾਂ। ਮੇਜਰ ਸਾਹਿਬ ਤੇ ਬਾਣੀ ਦੇ ਵੀ ਤਾਂ ਦੁਰਵਰਤੋਂ ਕਰ ਰਹੇ ਨੇ ਲੋਕ, ਉਹ ਪਹਿਲੀ ਲਾਈਨ ਤੇ ਕੱਢ ਹੀ ਦਿੰਦੇ ਆ। ਇਹ ਇਸੇ ਤਰ੍ਹਾਂ ਹੀ ਰਾਜਨੀਤੀ ਕੰਮ ਕਰਦੀ ਆ। ਉਹ ਇਹ ਅਧਿਆਤਮਿਕ ਦੇ ਵਿੱਚ ਵੀ ਅਕਸਰ ਲੋਕ ਜਿਹੜੇ ਨਲਾਇਕ ਲੋਕ ਹੁੰਦੇ ਆ, ਆਪਣੀ ਨਗੇਜ ਨੂੰ ਕਵਰ ਕਰਨ ਦੇ ਲਈ ਬਾਣੀ ਦਾ ਸਹਾਰਾ ਲੈਂਦੇ। ਬਾਣੀ ਤਾਂ ਹੀ ਕਹਿੰਦੀ ਕਿ ਲੋਕਾਂ ਨੇ ਨਾ ਪਰਮਾਤਮਾ ਦਾ ਨਾਮ ਹੀ ਵੇਚ ਦਿੱਤਾ, ਹੁਣ ਵੀ ਵੇਚ ਦਿੰਦੇ ਲੋਕ। ਵਧੀਆ ਤਰੀਕਾ ਵਾ ਦੇਣਾ ਕੀ ਕਿਸੇ ਨੂੰ, 2-4 ਬਚਨ ਸੁਣਾ ਦੋ, ਪਰ ਉਹਨਾਂ ਬਚਨਾਂ ਦੇ ਵਿੱਚ ਦਮ ਨਹੀਂ ਹੁੰਦਾ, ਨਾ ਜੀਵਨ ਉੱਚਾ ਹੁੰਦਾ। ਕਿਉਂਕਿ ਜਿਹੜਾ ਆਪ ਛੱਪੜ 'ਚ ਬੈਠਾ ਵਾ, ਜਿਹੜਾ ਆਪ ਚਿੱਕੜ 'ਚ ਖੁਸ਼ ਆ, ਜਿਹੜਾ ਆਪ ਤੇ ਲੇਟੇ ਮਾਰਨ ਦਿਆ ਵਾ, ਉਹਦੇ ਲਾਗੇ ਪਾਓ ਕਿ ਚਿੱਕੜੀ ਤੁਹਾਡੇ ਸਰੀਰ ਤੇ ਪੈਣਾ ਵਾ, ਤੁਸੀਂ ਵੀ ਲੇਟੇ ਮਾਰੀ ਜਾਣੇ ਆ, ਤੁਸੀਂ ਵੀ ਖੁਸ਼ ਹੋਈ ਜਾਣਾ। ਵੀ ਕਹਿਣਾ ਬਾਬਾ ਜੀ ਚਿੱਕੜ 'ਚ ਬੈਠੇ, ਅਸੀਂ ਵੀ ਚਿੱਕੜ 'ਚ ਬੈਠੇ ਆ, ਹੈ ਤੇ ਇਕੱਠੇ ਬੈਠੇ ਆ। ਪਰ ਉਹ ਕਹਿੰਦੇ ਪਵਿੱਤਰਤਾ ਨਹੀਂ ਹੋਣੀ, ਜੀਵਨ ਉੱਚਾ ਨਹੀਂ ਹੋਣਾ। ਤੇ ਅੱਜ ਦੀ ਵਿਚਾਰ ਨੇ ਸਰ ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਵਧੀਆ। ਮਹਾਰਾਜ ਨੇ ਮਿਹਰ ਕੀਤੀ ਹੈ ਜੀ। ਚਲੋ ਠੀਕ ਹੈ, ਪਰਮਾਤਮਾ ਮਿਹਰ ਕਰੇ। ਸੰਗਤ ਜੀ ਇਸੇ ਤਰ੍ਹਾਂ ਤੁਸੀਂ ਆਪਣਾ ਜੀਵਨ ਜਿਹੜਾ ਹੈ ਜਾਰੀ ਰੱਖਣਾ ਹੈ, ਕਿਉਂਕਿ ਮੰਜ਼ਿਲ ਤੇ ਪਹੁੰਚਣਾ ਬੜਾ ਜ਼ਰੂਰੀ ਹੈ। ਜਿਹੜੇ ਮੰਜ਼ਿਲ ਤੇ ਪਹੁੰਚ ਜਾਂਦੇ ਆ ਨਾ, ਉਹੀ ਸਫਲ ਨੇ। ਬਾਕੀ ਤੇ ਬਸ ਉਹ ਕਹਿੰਦੇ ਨੇ ਕਿ ਵਿਆਹੀਆਂ ਕਿਹੜੀਆਂ ਤੇ ਕੁਆਰੀਆਂ ਕਿਹੜੀਆਂ। ਉਹ ਕਹਿੰਦੇ ਜਿਹੜੀਆਂ ਵਿਆਹੀਆਂ ਤੇ ਉਹ ਆ ਜਿਹੜੀਆਂ ਪਹੁੰਚ ਗਈਆਂ। ਉਹੀ ਆ ਜਿਹੜੀਆਂ ਪਹੁੰਚ ਗਈਆਂ। ਪਰ ਜਿਉਂਦੇ ਜੀ ਪਹੁੰਚਣਾ ਹੁੰਦਾ,
ਬੰਦਾ ਚੱਲਦਾ ਤੇ ਬਹੁਤ ਆ ਪਰ ਪਹੁੰਚਦਾ ਨਹੀਂ ਕਿਤੇ ਜ਼ਿੰਦਗੀ ਪਰ। ਆਖਰ ਤੇ ਫਿਰ ਕਹਿੰਦਾ ਹੈ ਕਿ ਇਹ ਅੰਗੂਰ ਖੱਟੇ ਹਨ, ਮੈਂ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ। ਕੋਈ ਲੂੰਬੜੀ ਵਾਲਾ ਹਿਸਾਬ ਹੋ ਜਾਂਦਾ ਹੈ। ਤੇ ਉਤੋਂ ਦੱਸਣ ਵਾਲੇ ਵੀ ਕਹਿੰਦੇ ਆ ਕਿ ਤੂੰ ਕੋਸ਼ਿਸ਼ ਘੱਟ ਕੀਤੀ ਹੈ, ਤੇਰੀ ਸ਼ਰਧਾ 'ਚ ਕਮੀ, ਇਸ ਕਰਕੇ ਇਹ ਕੰਮ ਨਹੀਂ ਹੋਇਆ। ਤੇ ਬਾਣੀ ਤੇ ਕਹਿੰਦੀ ਆ ਸ਼ੂਦਰ ਵੈਸ਼, ਉਹ ਕਹਿੰਦੇ ਉਹ ਦੂਜਾ ਵੀ ਜਿਹੜਾ ਹੈਗਾ ਵਾ ਨਜ਼ਰ ਸਾਹਿਬ ਚੰਡਾਲ, ਚੰਡਾਲ ਉਹ ਕਹਿੰਦੇ ਚੰਡਾਲ ਵੀ ਉਹਦਾ ਵੀ ਕੰਮ ਬਣ ਜਾਊਗਾ। ਤੇ ਇੱਥੇ ਕਿੱਥੇ ਲਿਖਿਆ ਕਿ ਪ੍ਰਮਾਤਮਾ ਨੇ ਕਿ ਤੂੰ ਆ ਫਲਾਨਾ ਏਦਾਂ ਬਣ ਕੇ ਆਵੀਂ, ਸਾਫ਼ ਸੁਥਰਾ ਹੋ ਕੇ ਆਵੀਂ। ਤੇ ਪ੍ਰਮਾਤਮਾ ਕੋ ਜਾਣ ਦੀ ਕੀ ਲੋੜ ਪਈ ਹੈ ਜੇ ਅਸੀਂ ਸਾਫ਼ ਹੋ ਕੇ ਜਾਣਾ? ਬਿਲਕੁਲ ਸਹੀ ਗੱਲ ਹੈ। ਇਹ ਕਿਹੜੀਆਂ ਗੱਲਾਂ ਕਰਦੇ ਬੱਚਿਆਂ ਦੀਆਂ? ਸਾਡੀ ਸ਼ਰਧਾ ਘੱਟ ਆ। ਸ਼ਰਧਾ ਕਿੰਨੇ ਮੈਂ ਪੈਦਾ ਕਰਨੀ ਹੈ? ਉਹ ਪ੍ਰਮਾਤਮਾ ਨੇ ਕਰਨੀ ਹੈ। ਨਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਸ਼ਰਧਾ ਤੇ ਕਥਾ ਨਹੀਂ ਕਰਨੀ, ਕਥਾ ਹੁਣ ਤੁਹਾਡੇ ਸ਼ਰਧਾ ਆਪੇ ਪੈਦਾ ਹੋ ਜਾਣੀ। ਬਿਲਕੁਲ ਸਹੀ ਗੱਲ। ਪਰ ਤੁਹਾਡਾ ਮਨ ਬੜਾ ਚਲਾ ਕੇ ਇਹਨੂੰ ਸਭ ਪਤਾ ਵਾ ਕਿੱਥੇ ਕਥਾ ਸਹੀ ਹੁੰਦੀ ਤੇ ਕਿੱਥੇ ਨਕਲੀ ਹੁੰਦੀ। ਉਹ ਤੁਸੀਂ ਬੇਸ਼ਰਮ ਹੋ ਕੇ ਬੈਠੇ ਰਹੋ, ਤੁਹਾਡੀ ਬੁੱਧੀ ਤੁਹਾਨੂੰ ਸਮਝਾ ਦੇ ਨਹੀਂ ਇੱਥੇ ਕਥਾ ਬਹੁਤ ਵਧੀਆ, ਪਰ ਮਨ ਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਬੰਦਾ ਖਬਰ ਬੋਲਣ ਦੇ ਝੂਠ ਬੋਲਣ ਦਿਆ। ਨਜਰ ਸਾਹਿਬ ਬਿਲਕੁਲ ਤੁਹਾਡੇ ਅੰਦਰ ਇੱਕ ਬੁੱਧੀ ਹੈਗੀ, ਉਹ ਤੁਹਾਨੂੰ ਦੱਸਦੀ ਹੈ ਕਿ ਇਹ ਜਿਹੜੀ ਖਬਰ ਹੈ ਨਾ ਬੇਸ਼ੱਕ ਲਿਖੀ ਆ, ਅਖਬਾਰ 'ਚ ਵੀ ਆਈ ਹੈ, ਟੀਵੀ ਤੇ ਚੱਲਦੀ ਆ, ਪਰ ਸਹੀ ਨਹੀਂ। ਪਰ ਉੱਥੇ ਆਪਾਂ ਵਰਤਦੇ ਹਾਂ, ਪਰ ਧਰਮ ਦੇ ਮੈਟਰ 'ਚ ਨਹੀਂ ਆਪਾਂ ਬੁੱਧੀ ਵਰਤਦੇ। ਉੱਥੇ ਕਹਿੰਦੇ ਨਾ ਜੀ ਨਾ, ਸਾਡਾ ਜਿਹੜਾ ਗੁਰੂ ਆ ਨਾ ਉਹ ਨਾਰਾਜ਼ ਸਾਡਾ ਸਤਿਗੁਰੂ। ਠੀਕ ਹੈ ਨਜਰ ਸਾਹਿਬ? ਠੀਕ ਹੈ ਜੀ, ਬਹੁਤ ਵਧੀਆ। ਓਕੇ, ਅੱਜ ਦੀ ਤਾਰੀਖ ਸਮਾਪਤ ਕਰੀਏ।